सत श्री अकाल बच्चे सारिਆਂ ਨੂੰ। बच्चे सक्सैस ट्री पंजाब चैनल ते सारिਆਂ ਦਾ ਸਵਾਗਤ है। ਆਪਾਂ पिछले 2 हफ्ते तो पंजाब ਦੇ जिन्ने साडे पुराने पेपर होए ने, मैं इलैक्शनां तो पहला 6 महीने अपने लगातार पेपर होए ने। उस तो पहला 2018 ਤੇ 19 कुछ पेपर होए सी, 17 वाली इलैक्शनां तो पहला पेपर होए सी। ਤਾਂ ਪੰਜਾਬ ਦੇ ਜਿਹੜੇ ਅਗਲੇ ਸਮੇਂ 'ਚ ਪੇਪਰ ਆਉਣੇ ਨੇ ਉਹਨਾਂ ਦੇ ਵਿੱਚ ਕਿ ਪੁਰਾਣੇ ਪੇਪਰਾਂ ਦਾ ਕੰਟੈਂਟ ਆਮ ਤੌਰ ਤੇ ਰਿਪੀਟ ਹੋ ਜਾਂਦਾ, ਚਾਹੇ ਆਪਾਂ ਮੈਥ ਦੀ ਗੱਲ ਕਰੀਏ, ਰੀਜ਼ਨਿੰਗ ਦੀ ਗੱਲ ਕਰੀਏ ਜਾਂ ਬਾਕੀ ਸਬਜੈਕਟਸ, ਚਾਹੇ ਸਾਡੀ ਇੰਗਲਿਸ਼ ਹੈ ਜਾਂ ਪੰਜਾਬ ਜੀਕੇ ਹੈ, ਉਹਨਾਂ ਸਬਜੈਕਟਸ ਦਾ ਬਹੁਤ ਕੰਟੈਂਟ, ਬਹੁਤ ਕੁਐਸਚਨਸ ਸਿੱਧੇ ਰਿਪੀਟ ਹੁੰਦੇ ਆ। ਤਾਂ ਉਹਨੂੰ ਧਿਆਨ 'ਚ ਰੱਖ ਕੇ ਆਪਾਂ ਮੈਥ ਤੇ ਰੀਜ਼ਨਿੰਗ ਦਾ ਪ੍ਰੀਵੀਅਸ ਈਅਰ ਕੁਐਸਚਨਸ ਦਾ ਸੈਸ਼ਨ ਸਟਾਰਟ ਕੀਤਾ ਹੋਇਆ ਸੀਗਾ, ਮੈਂ ਜਿਹਦੇ ਵਿੱਚ ਆਪਾਂ ਅਗਲੇ ਦਿਨਾਂ ਦੇ ਵਿੱਚ ਬਾਕੀ ਸਬਜੈਕਟਸ ਵੀ ਇੰਟਰੋਡਿਊਸ ਕਰਾਂਗੇ। ਤਾਂ ਅੱਜ ਆਪਣੀ ਮੈਥ ਦੀ ਮੇਰੇ ਖਿਆਲ 'ਚ 6ਵੀਂ ਕਲਾਸ ਆ। ਤਾਂ ਇਹਦੇ ਵਿੱਚ ਪੁਰਾਣੇ ਪੇਪਰ ਆਪਾਂ ਕਰਦੇ ਜਾ ਰਹੇ ਸੀਗੇ, ਪਰ ਹੁਣੇ ਜਿਹੜਾ 2 ਦਿਨ ਪਹਿਲਾਂ ਐਤਵਾਰ ਨੂੰ ਆਪਣਾ ਵੇਰਕਾ ਦਾ ਅਸਿਸਟੈਂਟ ਮੈਨੇਜਰ ਦਾ ਐਗਜ਼ਾਮ ਹੋਇਆ, ਉਹਦੇ ਵਿੱਚ ਆਪਣੇ 13 ਕੁਐਸਚਨ, ਮਤਲਬ ਮੈਨੂੰ ਕਿਸੇ ਸਟੂਡੈਂਟ ਨੇ ਮੇਲ ਕੀਤਾ ਹੋਇਆ ਸੀਗਾ ਐਗਜ਼ਾਮ, ਉਹਦੇ ਵਿੱਚ 13 ਕੁਐਸਚਨ ਮੈਥ ਦੇ ਆਏ ਹੋਏ ਨੇ। ਤਾਂ ਅੱਜ ਦਾ ਆਪਣਾ ਸੈਸ਼ਨ ਹੈ ਉਹਦੇ ਵਿੱਚ ਆਪਾਂ ਪਰਸੋਂ ਵਾਲਾ ਐਗਜ਼ਾਮ ਸਾਰਾ ਡਿਸਕਸ ਕਰ ਰਹੇ ਹਾਂ, ਸਾਰਾ ਸੋਲਵ ਕਰ ਰਹੇ ਹਾਂ। ਤੇ ਮੈਂ ਇਕੱਲੇ ਉਹ 13 ਕੁਐਸਚਨ ਨਹੀਂ ਲੈ ਕੇ ਆਇਆ, ਉਹਨਾਂ ਦੇ ਨਾਲ ਦੇ ਹਰ ਕੁਐਸਚਨ ਦੇ ਨਾਲ ਦਾ ਇੱਕ ਕੁਐਸਚਨ ਆਪਣੇ ਵੱਲੋਂ ਲੈ ਕੇ ਆਇਆ। ਤਾਂ ਇਹ ਆਪਣਾ ਅੱਜ ਦਾ ਸੈਸ਼ਨ ਰਹੂਗਾ, ਜਿਹਦੇ ਵਿੱਚ ਆਪਣਾ ਜਿਹੜਾ ਵੇਰਕਾ ਦਾ ਅਸਿਸਟੈਂਟ ਮੈਨੇਜਰ ਦਾ ਐਗਜ਼ਾਮ ਹੋਇਆ ਉਹ ਸੋਲਵ ਕਰਾਂਗੇ, ਨਾਲ ਕੁਝ ਮਿਲਦੇ ਜੁਲਦੇ ਸਿਮਿਲਰ ਕੁਐਸਚਨਸ ਮੈਂ ਲੈ ਕੇ ਆਇਆ ਉਹ ਸੋਲਵ ਕਰਾਂਗੇ। ਜਿਹੜਾ ਆਪਣਾ ਅਗਲਾ ਸੈਸ਼ਨ ਹੋਊਗਾ, ਮਤਲਬ ਉਹਦੀ ਪੀਪੀਟੀ ਵੀ ਆਲਰੇਡੀ ਤਿਆਰ ਸੀਗੀ, ਖੈਰ ਪਹਿਲਾਂ ਉਹੀ ਕਰਾਉਣੀ ਸੀ ਮੈਂ। ਅਗਲੇ ਸੈਸ਼ਨ ਦੇ ਵਿੱਚ ਕਿਉਂਕਿ ਬੱਚੇ ਕਹਿ ਰਹੇ ਸੀ ਕਿ ਪਰਮੂਟੇਸ਼ਨ ਕੰਬੀਨੇਸ਼ਨ ਦੇ ਪ੍ਰੋਬੇਬਿਲਿਟੀ ਦੇ ਕੁਐਸਚਨਸ, ਤਾਂ ਉਹ ਵੀ ਸ਼ਾਮਲ ਕੀਤੇ ਨੇ ਅਗਲੇ ਸੈਸ਼ਨ ਦੇ ਵਿੱਚ। ਤੁਸੀਂ ਦੇਖੋਗੇ ਬੋਰਡਸ ਐਂਡ ਸਟਰੀਮਸ ਬਹੁਤ ਬੱਚਿਆਂ ਨੇ ਕਿਹਾ ਸੀ, ਤਾਂ ਬੋਰਡਸ ਐਂਡ ਸਟਰੀਮਸ ਦੇ ਬੱਚੇ 2 ਤਰ੍ਹਾਂ ਦੇ ਅਲੱਗ-ਅਲੱਗ 2 ਤਰ੍ਹਾਂ ਦੇ ਕੁਐਸਚਨਸ ਅਗਲੇ ਸੈਸ਼ਨ ਦੇ ਵਿੱਚ ਦੇਖੋਗੇ, ਮਤਲਬ 6 ਤੋਂ 7 ਕੁਐਸਚਨ ਅਗਲੇ ਸੈਸ਼ਨ 'ਚ ਆਪਣੇ ਬੋਰਡਸ ਐਂਡ ਸਟਰੀਮਸ ਦੇ ਹੋਣਗੇ, ਪ੍ਰੋਫਿਟ ਲੋਸ ਦੇ ਕੁਐਸਚਨਸ ਨੇ। ਤੇ ਸਭ ਤੋਂ ਇੰਪੋਰਟੈਂਟ, ਆਪਾਂ ਹਾਲੇ ਤੱਕ ਜਿੰਨੇ ਸੈਸ਼ਨ ਲਾ ਲਏ ਉਹਦੇ ਵਿੱਚ ਕੁਆਂਟਸ ਦੇ ਲਗਭਗ ਇੱਕ ਵਾਰ ਤਾਂ ਸਾਰੇ ਚੈਪਟਰ 'ਚ ਕੁਛ ਨਾ ਕੁਛ ਕਰ ਹੀ ਲਿਆ। ਨੰਬਰ ਸਿਸਟਮ 'ਚੋਂ ਹਾਲੇ ਤੱਕ ਕੁਛ ਨਹੀਂ ਸੀ ਕੀਤਾ। ਤਾਂ ਅਗਲੇ ਸੈਸ਼ਨ ਦੇ ਵਿੱਚ ਜਿਹੜਾ ਆਪਣਾ ਵੀਰਵਾਰ ਨੂੰ ਇੰਟਰੋਡਿਊਸ ਹੋਊਗਾ, ਅੱਜ ਮੰਗਲਵਾਰ ਦੀ ਕਲਾਸ ਤੋਂ ਬਾਅਦ, ਤਾਂ ਵੀਰਵਾਰ ਵਾਲੇ ਸੈਸ਼ਨ ਦੇ ਵਿੱਚ ਯਾਰ ਆਪਣੇ ਨੰਬਰ ਸਿਸਟਮ ਦੇ ਕੁਐਸਚਨਸ ਦੇ ਵਿੱਚੋਂ ਇੱਕ ਤਾਂ ਜਿਹੜੇ ਐਲਜੈਬਰਿਕ ਐਕਸਪ੍ਰੈਸ਼ਨਸ ਦੇ ਕੁਐਸਚਨ ਨੇ, ਜਿਹੜੇ ਆਪਣੇ ਪਟਵਾਰੀ ਦੇ ਪ੍ਰੀ ਤੇ ਮੇਨਸ ਦੇ ਵਿੱਚ ਵੀ ਆਏ ਸੀ 6 ਮਹੀਨੇ ਪਹਿਲਾਂ। ਸਬ ਇੰਸਪੈਕਟਰ ਦਾ ਐਗਜ਼ਾਮ ਹਾਲਾਂਕਿ ਸਾਡਾ ਕੈਂਸਲ ਹੋ ਗਿਆ, ਉਹਦੇ ਵਿੱਚ ਵੀ ਆਏ ਸੀ, ਪਲੱਸ LCM HCF ਦੇ ਕੁਐਸਚਨਸ ਉਹ ਆਪਾਂ ਨੂੰ ਅਗਲੇ ਸੈਸ਼ਨ ਦੇ ਵਿੱਚ ਮਤਲਬ ਕਰਨ ਨੂੰ ਮਿਲਣਗੇ। ਤਾਂ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਜਿਹੜਾ ਪਰਸੋਂ ਵੇਰਕਾ ਦਾ ਅਸਿਸਟੈਂਟ ਮੈਨੇਜਰ ਦਾ ਐਗਜ਼ਾਮ ਹੋਇਆ ਉਹ ਕਰਾਂਗੇ। ਮੈਂ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ, ਜਿੰਨੇ ਸਟੂਡੈਂਟਸ ਜੁੜ ਚੁੱਕੇ ਨੇ, ਸੈਸ਼ਨ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਜਿਹੜੀਆਂ ਫਾਰਮੈਲਿਟੀਜ਼ ਹੁੰਦੀਆਂ ਨੇ ਕਰਦੇ ਜਾਓ। ਆਪਾਂ ਇੱਕ ਕੁਐਸਚਨ ਸਟਾਰਟ ਕਰਦੇ ਹਾਂ ਬੱਚੇ ਆਪਣਾ। ਤਾਂ ਪਹਿਲਾ ਕੁਐਸਚਨ ਕੀ ਹੈ, ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ, ਉਹ ਕਹਿੰਦੇ ਆਊਟ ਆਫ ਦੀ ਫਰੈਕਸ਼ਨਸ 4/5, 8/9, 6/7, 1/3 ਤੇ 3/8 5 ਫਰੈਕਸ਼ਨਾਂ ਦਿੱਤੀਆਂ ਹੋਈਆਂ ਨੇ। ਐਗਜ਼ਾਮੀਨਰ ਨੇ ਵੱਡੀ ਛੋਟੀ ਫਰੈਕਸ਼ਨ ਲੱਭਣ ਨੂੰ ਨਹੀਂ ਕਿਹਾ, ਐਗਜ਼ਾਮੀਨਰ ਕਹਿੰਦਾ ਵਟ ਇਜ਼ ਦਾ ਸਮ ਆਫ ਸਮੋਲੈਸਟ ਐਂਡ ਦਾ ਲਾਰਜੈਸਟ ਫਰੈਕਸ਼ਨਸ। ਐਗਜ਼ਾਮੀਨਰ ਕਹਿੰਦਾ ਜਿਹੜੀਆਂ ਆਹ 5 ਫਰੈਕਸ਼ਨਾਂ ਦੇਤੀਆਂ, ਇਹਨਾਂ ਦੇ ਵਿੱਚੋਂ ਸਭ ਤੋਂ ਛੋਟੀ ਤੇ ਸਭ ਤੋਂ ਵੱਡੀ ਲੱਭੋ ਤੇ ਉਹਨਾਂ ਨੂੰ ਐਡ ਕਰਕੇ ਆਨਸਰ ਕਰੋ। ਤਾਂ ਕੱਲੀ ਛੋਟੀ ਜਾਂ ਵੱਡੀ ਨਹੀਂ ਲੱਭਣੀ, ਉਹਨਾਂ ਦੋਨਾਂ ਨੂੰ, ਸਭ ਤੋਂ ਛੋਟੀ ਤੇ ਸਭ ਤੋਂ ਵੱਡੀ ਨੂੰ ਐਡ ਕਰਕੇ ਕੀ ਆਊਗਾ। ਤਾਂ ਬੱਚੇ ਜਦੋਂ ਸਾਨੂੰ ਫਰੈਕਸ਼ਨਾਂ ਦਿੱਤੀਆਂ ਜਾਣ, ਤੇ ਫਰੈਕਸ਼ਨਾਂ ਕੀ ਨੇ, ਸਾਰੀਆਂ ਦੀਆਂ ਸਾਰੀਆਂ ਪ੍ਰੋਪਰ ਫਰੈਕਸ਼ਨਸ ਨੇ। ਪ੍ਰੋਪਰ ਫਰੈਕਸ਼ਨਸ ਬੱਚੇ ਕਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਨਿਊਮੀਰੇਟਰ ਛੋਟਾ ਹੁੰਦਾ ਡਿਨੋਮੀਨੇਟਰ ਨਾਲੋਂ। ਸਾਰਿਆਂ 'ਚ ਨਿਊਮੀਰੇਟਰ ਛੋਟਾ ਤੇ ਡਿਨੋਮੀਨੇਟਰ ਵੱਡਾ। ਤਾਂ ਬੱਚੇ ਫਰੈਕਸ਼ਨਸ ਦੇ ਵਿੱਚ ਛੋਟੀ ਫਰੈਕਸ਼ਨ ਲੱਭਣੀ ਹੈ ਜਾਂ ਵੱਡੀ ਫਰੈਕਸ਼ਨ ਲੱਭਣੀ ਹੈ, ਉਹਦਾ ਸਭ ਤੋਂ ਸੌਖਾ ਤਰੀਕਾ ਕੀ ਹੈ ਕਿ ਅਸਲ ਦੇ ਵਿੱਚ ਤਾਂ ਬੱਚੇ ਸਾਨੂੰ ਫਰੈਕਸ਼ਨ ਦਿੱਤੀ ਹੁੰਦੀ ਹੈ n/d ਦੀ ਫਾਰਮ ਦੇ ਵਿੱਚ। ਕੋਈ ਵੀ ਓਰੀਜਨਲ ਫਰੈਕਸ਼ਨ ਆਪਾਂ ਨੂੰ n/d ਦੀ ਫਾਰਮ 'ਚ ਦਿੱਤੀ ਹੁੰਦੀ ਹੈ, n ਨਿਊਮੀਰੇਟਰ d ਡਿਨੋਮੀਨੇਟਰ। ਤੇ n ਤੇ d ਦਾ ਤੁਸੀਂ ਡਿਫਰੈਂਸ ਵੀ ਦੇਖ ਸਕਦੇ ਹੋ ਕਿ ਆਹ ਭਾਈ n ਤੇ d ਦਾ ਡਿਫਰੈਂਸ ਆ। ਤਾਂ ਕਈ ਵਾਰ n/d ਜਿਹੜੀ ਓਰੀਜਨਲ ਫਰੈਕਸ਼ਨ ਆ ਉਹਦੀ ਵੈਲਿਊ ਕੱਢਣੀ ਆਸਾਨ ਨਹੀਂ ਹੁੰਦੀ। ਜਿਵੇਂ ਯਾਰ ਤੁਸੀਂ 4/5 ਦੀ ਵੈਲਿਊ ਤਾਂ ਬਹੁਤ ਆਸਾਨੀ ਨਾਲ ਕੱਢ ਲਓਗੇ ਕਿ 0.8 ਆ ਜੂਗੀ। ਖੈਰ ਕੁਝ ਬੱਚਿਆਂ ਲਈ ਤਾਂ ਇਹ ਵੀ ਆਸਾਨ ਨਹੀਂ ਹੋਣਾ, ਫਿਰ ਵੀ ਮੰਨਦੇ ਆ ਕਿ 4/5 ਕੁਝ ਬੱਚੇ ਆਸਾਨੀ ਨਾਲ ਕੱਢ ਲੈਣਗੇ। 8/9 ਨਹੀਂ ਬੱਚਿਆਂ ਲਈ ਆਸਾਨ ਹੋਣਾ, 6/7 ਵੀ ਆਸਾਨ ਨਹੀਂ ਹੋਣਾ, 1/3 ਕਾਫੀ ਬੱਚੇ ਦੇਖ ਲੈਣਗੇ ਕਿ 0.333 ਹੈ, 3/8 ਵੀ ਕਾਫੀਆਂ ਲਈ ਆਸਾਨ ਨਹੀਂ ਹੋਣਾ। ਤਾਂ ਹਰ ਵਾਰ ਤਾਂ ਅਸੀਂ ਜਿਹੜੀ ਓਰੀਜਨਲ ਫਰੈਕਸ਼ਨ ਹੈ n/d ਉਹਦੀ ਵੈਲਿਊ ਨਹੀਂ ਦੇਖ ਸਕਦੇ ਕਿ ਡੈਸੀਮਲ 'ਚ ਕੀ ਬਣੀ ਹੈ। ਜੇ ਤਾਂ ਡੈਸੀਮਲ 'ਚ ਦੇਖ ਸਕਦੇ ਹਾਂ ਫਿਰ ਤਾਂ ਆਪਾਂ ਦੇਖ ਕੇ ਦੱਸ ਦਾਂਗੇ ਵੀ ਭਾਈ ਜਿਹਦੀ ਡੈਸੀਮਲ 'ਚ ਵੈਲਿਊ ਵੱਡੀ ਹੈ ਉਹ ਵੱਡੀ ਫਰੈਕਸ਼ਨ, ਜਿਹਦੀ ਛੋਟੀ ਉਹ ਛੋਟੀ ਫਰੈਕਸ਼ਨ। ਤਾਂ ਅਸੀਂ ਕਿਵੇਂ ਦੇਖਣਾ, ਅਸੀਂ ਜਿਹੜੀ ਆ ਓਰੀਜਨਲ ਫਰੈਕਸ਼ਨ ਹੈ ਇਹਨੂੰ ਕਨਵਰਟ ਕਰ ਲੈਣਾ ਨਿਊਮੀਰੇਟਰ ਡਿਵਾਈਡ ਬਾਈ ਡਿਫਰੈਂਸ ਦੀ ਫਾਰਮ ਦੇ ਵਿੱਚ। ਤਾਂ ਅਸਲ ਦੇ ਵਿੱਚ ਫਰੈਕਸ਼ਨ ਨਿਊਮੀਰੇਟਰ ਬਾਈ ਡਿਨੋਮੀਨੇਟਰ ਹੈ, ਉਹਦੇ ਵਿੱਚ ਡਿਫਰੈਂਸ ਸਾਨੂੰ ਦਿਖ ਜਾਂਦਾ ਹੈ। ਤਾਂ ਅਸੀਂ ਇਸ ਫਰੈਕਸ਼ਨ ਨੂੰ ਕਨਵਰਟ ਕਰ ਲਾਂਗੇ ਨਿਊਮੀਰੇਟਰ ਬਾਈ ਡਿਫਰੈਂਸ ਦੀ ਫਾਰਮ ਦੇ ਵਿੱਚ। ਤਾਂ ਇਸ ਫਾਰਮ ਦੇ ਵਿੱਚ ਜਿਹਦੀ ਵੈਲਿਊ ਵੱਡੀ ਆ ਗਈ ਉਹ ਵੱਡੀ ਫਰੈਕਸ਼ਨ ਹੈ, ਜਿਹਦੀ ਵੈਲਿਊ ਛੋਟੀ ਰਹਿ ਗਈ ਉਹ ਛੋਟੀ ਫਰੈਕਸ਼ਨ ਹੈ। ਤਾਂ ਬੱਚੇ 4/5 ਦੀ ਵੈਲਿਊ ਕੀ ਹੋ ਜੂਗੀ, 4/1।
ਨਿਊਮਰੇਟਰ ਤੇ ਡਿਨੋਮੀਨੇਟਰ ਦਾ ਡਿਫਰੈਂਸ 1 ਹੈ ਨਾ, ਤਾਂ ਅਸੀਂ ਫ੍ਰੈਕਸ਼ਨ ਕਨਵਰਟ ਕਰ ਲਈ ਨਿਊਮਰੇਟਰ ਬਾਈ ਡਿਫਰੈਂਸ ਦੀ ਫਾਰਮ ਦੇ ਵਿੱਚ। ਤਾਂ 4/1 ਹੋ ਗਿਆ 4, 8/9 ਹੋ ਗਿਆ 8/1 ਦੈਟ ਇਜ਼ 8, 6/7 ਹੋ ਗਿਆ 6/1 ਦੈਟ ਇਜ਼ 6, 1/3 ਹੋ ਗਿਆ ਬੱਚੇ 1/2 ਦੈਟ ਇਜ਼ 0.5, ਇਹ ਤਾਂ 0.5 ਬੜੇ ਆਰਾਮ ਨਾਲ ਦੇਖ ਲਓਗੇ ਨਾ। 3/8 ਹੋ ਗਿਆ 3/5 ਦੈਟ ਇਜ਼ 0.6। ਤਾਂ ਬੱਚੇ ਜਿਹੜੀਆਂ ਤੁਹਾਡੀਆਂ ਓਰੀਜਨਲ ਫ੍ਰੈਕਸ਼ਨਸ ਸੀ, ਓਰੀਜਨਲ ਫ੍ਰੈਕਸ਼ਨ ਤਾਂ ਨਿਊਮਰੇਟਰ ਬਾਈ ਡਿਨੋਮੀਨੇਟਰ ਦੀ ਫਾਰਮ 'ਚ ਸੀ, ਤੁਸੀਂ ਉਹਨਾਂ ਦੇ ਵਿੱਚ ਵੱਡੀ ਫ੍ਰੈਕਸ਼ਨ ਛੋਟੀ ਫ੍ਰੈਕਸ਼ਨ ਲੱਭਣੀ ਹੈ ਤਾਂ ਓਰੀਜਨਲ ਫ੍ਰੈਕਸ਼ਨ ਨੂੰ ਹਮੇਸ਼ਾ ਨਿਊਮਰੇਟਰ ਡਿਵਾਈਡ ਬਾਈ ਡਿਫਰੈਂਸ ਦੀ ਫਾਰਮ ਦੇ ਵਿੱਚ ਕਨਵਰਟ ਕਰ ਲੈਣਾ, ਹਰ ਵਾਰ ਇਹ ਕਰਨਾ। ਤੇ ਜਿਹਦੀ ਵੈਲਿਊ ਵੱਡੀ ਆ ਗਈ ਉਹ ਵੱਡੀ ਫ੍ਰੈਕਸ਼ਨ, ਜਿਹਦੀ ਵੈਲਿਊ ਛੋਟੀ ਰਹਿ ਗਈ ਉਹ ਛੋਟੀ ਫ੍ਰੈਕਸ਼ਨ। ਤਾਂ ਲਾਰਜੈਸਟ ਫ੍ਰੈਕਸ਼ਨ ਕਿਹੜੀ ਹੈ? ਜਿਹਦੀ ਵੈਲਿਊ 8 ਆ, 8/9। ਸਮੋਲੈਸਟ ਫ੍ਰੈਕਸ਼ਨ ਕਿਹੜੀ ਹੈ? ਜਿਹਦੀ ਵੈਲਿਊ ਡੈਸੀਮਲ 'ਚ ਸਭ ਤੋਂ ਛੋਟੀ ਆ ਗਈ 1/3। ਤਾਂ ਅਸੀਂ ਇਹਨਾਂ ਦਾ ਸਮ ਦੱਸਣਾ, ਤਾਂ ਬੇਸਿਕਲੀ 8/9 ਤੇ 1/3 ਨੂੰ ਐਡ ਕਰਨਾ। 9 ਤੇ 3 ਦਾ ਐਲਸੀਐਮ ਆ ਗਿਆ 9, ਉੱਪਰ 8 ਆ ਜਾਊਗਾ। ਇੱਥੇ 9 ਬਣਾਉਣ ਲਈ 3 ਗੁਣਾ, ਤਾਂ 1 ਦਾ ਵੀ 3 ਗੁਣਾ ਹੋ ਜਾਊਗਾ 3। ਇਹ ਆ ਗਿਆ ਬੱਚੇ 11/9। ਸਾਡੇ ਆਪਸ਼ਨ ਮਿਕਸਡ ਫ੍ਰੈਕਸ਼ਨ ਦੇ ਵਿੱਚ ਨੇ, ਤਾਂ 11/9 ਕੀ ਬਣ ਗਿਆ 1 2/9। ਤਾਂ ਫੋਰਥ ਆਪਸ਼ਨ ਬੱਚੇ ਸਾਡਾ ਆਨਸਰ ਆ ਜਾਊਗਾ 1 2/9। ਬੇਸਿਕਲੀ ਇਸ ਕੁਐਸਚਨ ਦੇ ਵਿੱਚ ਆ ਫ੍ਰੈਕਸ਼ਨਾਂ ਐਡ ਕਰਨੀਆਂ, ਸਬਟਰੈਕਟ ਕਰਨੀਆਂ ਸਾਰਿਆਂ ਨੂੰ ਆਉਂਦੀਆਂ ਨੇ। ਫ੍ਰੈਕਸ਼ਨ ਵੱਡੀ ਕਿਹੜੀ ਆ ਛੋਟੀ ਕਿਹੜੀ ਆ ਉਹ ਲੱਭਣ ਦੇ ਲਈ ਮੈਂ ਦੱਸਿਆ ਕਿ ਓਰੀਜਨਲ ਫ੍ਰੈਕਸ਼ਨ ਹਮੇਸ਼ਾ n/d ਦੀ ਫਾਰਮ ਦੇ ਵਿੱਚ ਹੁੰਦੀ ਹੈ, ਤੇ ਤੁਸੀਂ ਉਹਨਾਂ ਦੇ ਵਿੱਚ ਡਿਫਰੈਂਸ ਦੇਖ ਸਕਦੇ ਹੋ। ਤੇ ਤੁਸੀਂ ਵੱਡੀ ਛੋਟੀ ਫ੍ਰੈਕਸ਼ਨ ਲੱਭਣ ਲਈ ਓਰੀਜਨਲ ਫ੍ਰੈਕਸ਼ਨ ਨੂੰ ਹਮੇਸ਼ਾ ਕਨਵਰਟ ਕਰ ਦੇਣਾ ਨਿਊਮਰੇਟਰ ਡਿਵਾਈਡ ਬਾਈ ਡਿਫਰੈਂਸ ਦੀ ਫਾਰਮ 'ਚ। ਇਹਦੇ ਵਿੱਚ ਕਰਕੇ ਜਿਹਦੀ ਵੈਲਿਊ ਵੱਡੀ ਆ ਗਈ ਉਹ ਵੱਡੀ ਫ੍ਰੈਕਸ਼ਨ, ਜਿਹਦੀ ਵੈਲਿਊ ਛੋਟੀ ਰਹਿ ਗਈ ਉਹ ਛੋਟੀ ਫ੍ਰੈਕਸ਼ਨ, ਹਮੇਸ਼ਾ ਇਸ ਤਰ੍ਹਾਂ ਕਰਨਾ। ਤਾਂ ਫ੍ਰੈਕਸ਼ਨਸ ਦੇ ਉੱਤੇ ਇਹ ਪੁਰਾਣੇ ਕਹੀ ਜਾਣਾ, ਪਰਸੋਂ ਵਾਲੇ ਪੇਪਰ ਦਾ ਕੁਐਸਚਨ ਹੈ। ਇੱਕ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ, ਉਹ ਕਹਿੰਦੇ ਇਹਦੀ ਵੈਲਿਊ ਫਾਈਂਡ ਕਰੋ, ਕਿਹਦੀ? 1 ਡਿਵਾਈਡ ਬਾਈ 2 ਪਲੱਸ 1 ਡਿਵਾਈਡ ਬਾਈ 3 ਪਲੱਸ 1 ਡਿਵਾਈਡ ਬਾਈ 4 ਪਲੱਸ 1/5। ਤਾਂ ਬੱਚੇ ਆਪਾਂ ਇਹਦੀ ਵੈਲਿਊ ਫਾਈਂਡ ਕਰਨੀ ਆ। ਆਪਣੇ ਕੋਲ 4 ਆਪਸ਼ਨ ਨੇ, ਤਾਂ ਸ਼ੁਰੂ ਕਿੱਥੋਂ ਹੋਊਗਾ? ਸ਼ੁਰੂ ਇਸ ਫਾਰਮੈਟ ਤੋਂ ਹੋਊਗਾ। ਇਹਦੀ ਵੈਲਿਊ ਕਿੰਨੀ ਆ ਗਈ ਬੱਚੇ? 4 ਪਲੱਸ 1/5 ਕਿੰਨਾ ਹੋ ਗਿਆ? 5 × 4 20, ਉੱਪਰਲਾ ਇੱਕ ਕੈਰੀ ਐਡ ਹੋ ਗਿਆ 21/5। ਇਹ ਬਣ ਗਿਆ 21/5। ਇਹ 21/5 ਹੈਗਾ ਕਿੱਥੇ ਆ? 1 ਦੇ ਥੱਲੇ ਹੈ ਨਾ, ਨਿਊਮਰੇਟਰ 3 ਤਾਂ ਅਲੱਗ ਹੈ, 3 ਉਹਦੇ ਵਿੱਚ ਆਪਾਂ ਪਲੱਸ ਕਰਨਾ। ਕੀ ਪਲੱਸ ਕਰਨਾ? 1 ਡਿਵਾਈਡ ਬਾਈ ਸਮਥਿੰਗ। ਉਹ ਸਮਥਿੰਗ ਦੀ ਆਪਾਂ ਵੈਲਿਊ ਕੱਢ ਲਈ 21/5। ਤਾਂ ਜੇ 1 ਡਿਵਾਈਡ ਬਾਈ 21/5 ਹੈ ਤਾਂ ਬੱਚੇ 21 ਤਾਂ ਥੱਲੇ ਰਹਿ ਜੂ, 5 ਉੱਪਰ ਚੱਲ ਜੂਗਾ। ਤਾਂ ਇਹ ਕੀ ਬਣ ਜੂਗਾ? 5 ਉੱਪਰ 21 ਥੱਲੇ। ਤਾਂ ਇਹ ਕੀ ਬਣ ਜੂਗਾ? 3 + 5 ਉੱਪਰ 21 ਥੱਲੇ। ਤਾਂ ਇਹਦੀ ਵੈਲਿਊ ਕਿੰਨੀ ਆ ਜੂ? 21 × 3 63, ਤੇ ਉੱਪਰਲਾ 5 ਐਡ ਹੋ ਜੂਗਾ 68/21। ਤਾਂ 68/21 ਬੱਚੇ ਕਿਹਦੀ ਵੈਲਿਊ ਆ ਗਈ? ਜਿਹੜਾ ਤੁਹਾਡਾ 3 ਦੇ ਨਾਲ ਆ ਸਾਰਾ ਫੰਕਸ਼ਨ ਐਡ ਕਰਨਾ ਸੀ, ਉਹ ਸਾਰੇ ਫੰਕਸ਼ਨ ਦੀ ਵੈਲਿਊ ਆਪਾਂ 21/5 ਕੱਢ ਲਈ ਸੀ, ਕਿਉਂਕਿ ਉਹ 1/21/5 ਆ, ਤਾਂ 5 ਉੱਪਰ ਚੱਲ ਗਿਆ 5/21 ਬਣ ਗਿਆ। 3 ਦੇ ਵਿੱਚ 5/21 ਐਡ ਕੀਤਾ ਤਾਂ 68/21 ਆ ਗਿਆ। ਪਰ ਕਿਉਂਕਿ ਉਹ 68/21 ਇਸ 1 ਦੇ ਥੱਲੇ ਆਇਆ ਤਾਂ 21 ਉੱਪਰ ਚੱਲ ਜੂਗਾ, 68 ਥੱਲੇ ਰਹਿ ਜੂਗਾ। ਤਾਂ ਉਹ ਬਣ ਗਿਆ 2 + 21/68। ਉਹਦੀ ਵੈਲਿਊ ਆ ਜੂਗੀ 2 ਗੁਣਾ ਕੀਤਾ 136, ਉੱਪਰਲਾ 21 ਜੋੜਿਆ 157/68। ਤਾਂ 157/68 ਕਿਹਦੀ ਵੈਲਿਊ ਆ ਗਈ? 2 ਦੇ ਵਿੱਚ ਜੋੜਿਆ, 2 ਦੇ ਵਿੱਚ ਆ ਸਾਰੀ ਵੈਲਿਊ ਜੋੜੀ, ਉਹ ਬਣ ਗਿਆ 157/68। ਤਾਂ 157/68 ਕੀ ਆ ਗਿਆ? 1 ਦੇ ਥੱਲੇ। ਤਾਂ 1/157/68। ਤਾਂ ਆਨਸਰ ਸਾਡਾ ਕੀ ਆ ਜਾਊਗਾ? 68 ਉੱਪਰ ਚੱਲ ਜੂ, 157 ਥੱਲੇ ਰਹਿ ਜੂ। ਤਾਂ 68/157 ਸਾਡਾ ਬੱਚੇ ਸੈਕਿੰਡ ਆਪਸ਼ਨ ਆ ਜਾਊਗਾ। ਤਾਂ ਪੇਪਰ ਦੇ ਵਿੱਚ ਸਿੰਪਲੀਫਿਕੇਸ਼ਨ ਦੇ ਇਹੋ ਜਿਹੇ ਕੁਐਸਚਨਸ ਵੀ ਆ ਜਾਂਦੇ ਆ। ਪਿਛਲਾ ਕੁਐਸਚਨ ਆਪਣਾ ਫ੍ਰੈਕਸ਼ਨਸ ਦੇ ਉੱਤੇ ਬੇਸਡ ਸੀਗਾ ਕਿ ਸਾਨੂੰ 4-5 ਫ੍ਰੈਕਸ਼ਨਸ ਦੇਤੀਆਂ, ਐਗਜ਼ਾਮੀਨਰ ਕਹਿੰਦਾ ਵੱਡੀ ਫ੍ਰੈਕਸ਼ਨ ਲੱਭੋ, ਛੋਟੀ ਲੱਭੋ, ਸੈਕਿੰਡ ਲਾਰਜੈਸਟ ਲੱਭੋ, ਸੈਕਿੰਡ ਸਮੋਲੈਸਟ ਲੱਭੋ, ਕੋਈ ਵੀ ਲੱਭਣ ਨੂੰ ਕਹਿ ਸਕਦਾ ਸੀ। ਪਿਛਲੇ ਕੁਐਸਚਨ 'ਚ ਉਹਨੇ 5 ਫ੍ਰੈਕਸ਼ਨਾਂ 'ਚੋਂ ਕਹਿੰਦਾ ਛੋਟੀ ਤੇ ਵੱਡੀ ਲੱਭ ਕੇ ਐਡ ਕਰਕੇ ਦੱਸੋ। ਤਾਂ ਆਪਾਂ ਪਹਿਲਾਂ ਵੱਡੀ ਛੋਟੀ ਫ੍ਰੈਕਸ਼ਨ ਲੱਭੀ, ਉਹਦਾ ਤਰੀਕਾ ਸਿੱਖਿਆ, ਐਡ ਸਾਨੂੰ ਕਰਨੀਆਂ ਆਉਂਦੀਆਂ ਨੇ। ਇਸ ਕੁਐਸਚਨ ਦੇ ਵਿੱਚ ਕਰਨਾ ਤਾਂ ਫ੍ਰੈਕਸ਼ਨਸ ਨੂੰ, ਪਰ ਕੈਲਕੂਲੇਸ਼ਨ ਕਰਨੀ ਤੇ ਸਿੰਪਲੀਫਿਕੇਸ਼ਨ ਹੈ ਕੈਲਕੂਲੇਸ਼ਨਸ ਦੀ। ਤਾਂ ਬੱਚੇ ਇਸ ਤਰ੍ਹਾਂ ਦੇ ਕੁਐਸਚਨ ਆ ਜਾਣ ਤਾਂ ਕੁਛ ਇਸ ਤਰ੍ਹਾਂ ਕਰ ਲਾਂਗੇ। ਅਗਲਾ ਕੁਐਸਚਨ ਪੇਪਰ ਦਾ ਕੁਐਸਚਨ ਹੈ 7 bells ring at an interval of 2 3 4 6 8 9 and 12 minutes। ਐਗਜ਼ਾਮੀਨਰ ਕਹਿੰਦਾ 7 ਘੰਟੀਆਂ ਨੇ, 7 ਬੈਲਾਂ ਨੇ, ਉਹ ਕਿਵੇਂ ਵੱਜਦੀਆਂ ਨੇ? ਪਹਿਲੀ ਬੈਲ 2-2 ਮਿੰਟ ਦੇ ਇੰਟਰਵਲ ਤੇ ਵੱਜਦੀ ਹੈ, ਦੂਜੀ 3 ਮਿੰਟ ਦੇ ਇੰਟਰਵਲ ਤੇ, ਤੀਜੀ 4, ਫਿਰ 6, ਅਗਲੀ 8, ਅਗਲੀ 9 ਤੇ ਆਖਰੀ ਬੈਲ ਹੈ ਜਿਹੜੀ 7ਵੀਂ ਉਹ 12 ਮਿੰਟ ਦੇ ਇੰਟਰਵਲ ਤੇ ਵੱਜਦੀ ਹੈ। 12 ਮਿੰਟ ਦੇ ਇੰਟਰਵਲ ਤੇ ਵੱਜਣ ਦਾ ਮਤਲਬ ਕਿ ਹੁਣ ਵੱਜੀ, ਪੂਰੇ 12 ਮਿੰਟ ਬਾਅਦ ਦੁਬਾਰਾ ਵੱਜੂ, ਫਿਰ ਪੂਰੇ 12 ਮਿੰਟ ਬਾਅਦ ਦੁਬਾਰਾ ਵੱਜੂ। ਇਸ ਤਰ੍ਹਾਂ 9 ਮਿੰਟ ਦੇ ਇੰਟਰਵਲ ਤੇ ਵੱਜਣ ਦਾ ਮਤਲਬ ਹੁਣ ਵੱਜੀ ਹੈ,
फिर 9 मिनट बाद, फिर 9 मिनट बाद, फिर 9 मिनट बाद, इस तरह बजूगी रिस्पैक्टिवली। दे स्टार्टेड रिंगिंग साइमल्टेनियसली एट 5 इन द मॉर्निंग। सारियां बैलां इकट्ठियां सवेरे 5 वजे वजियां। फिर जी पहली बैल है 2-2 मिनट बाद बजती जाऊगी, 5:02 मिनट ते 5:04 मिनट ते 5:06 मिनट ते, दूजी 3-3 मिनट ते, अगली 4-4 ते, अगली 6-6, 8-9 ते आखिरी बैल 12-12 मिनट के इंटरवल ते वजदी जाऊगी। तो वह कहता जे सवेरे 5 वजे इकट्ठियां वजियां, उस तो बाद दसो अगली बार किन्ने वजे फिर इकट्ठियां वजणगियां। ये अपना क्वेश्चन है बच्चे। तो बैलां किन्नियां ने? 7 बैलां ने। किन्ने इंटरवल ते वजदियां ने वो सानू क्वेश्चन दे विच दिता होया। तुसी की करना है, पहली बैल 2-2 मिनट के इंटरवल ते वजू, 2, 4, 6, 8, 10, 12, 14 ते वजू। दूजी 3, 6, 9, 12, 15, 18, 21 ते वजू। अगली 4, 8, 12, 16, 20, 24। अगली 6, 12, 18, 24, 30, 8, 16, 24, 32, 40। अगली 9, 18, 27, 36, 45। आखिरी 12, 24, 36, 48, 60। इस तरह वजन गया ना, मतलब किहड़े मिनटां ते वजन गया जिहड़े नंबर इन्हां दे टेबल च आउंदे ने। एक ਜਿਹੜੀਆਂ ਇੰਨੇ ਇੰਟਰਵਲ ਤੇ ਵੱਜਦੀਆਂ ਨੇ, ਤਾਂ ਉਸ ਤੋਂ ਬਾਅਦ ਕਦੋਂ ਵੱਜਦੀਆਂ ਜਾਣਗੀਆਂ ਜਿਹੜੇ ਨੰਬਰ ਇਹਨਾਂ ਦੇ ਮਲਟੀਪਲ ਨੇ। ਤਾਂ ਆਪਾਂ ਸਭ ਦਾ ਸਾਂਝਾ ਦੇਖਣਾ ਕਿ ਕੋਈ ਇਹੋ ਜਿਹਾ ਟਾਈਮ ਜਿਹੜਾ ਸਾਰਿਆਂ ਦਾ ਹੀ ਮਲਟੀਪਲ ਹੋਵੇ, ਉਦੋਂ ਫਿਰ ਇਕੱਠੀਆਂ ਵੱਜਣਗੀਆਂ। ਤਾਂ ਉਹ ਸਾਰਿਆਂ ਦਾ ਕਾਮਨ ਮਲਟੀਪਲ ਕੀ ਹੋਊਗਾ ਬੱਚੇ? LCM। ਤਾਂ ਆਪਾਂ ਬੇਸਿਕਲੀ 2, 3, 4, 6, 8, 9, 12 ਦਾ LCM ਲੈਣਾ। हाँ जी, आप इन्हों का LCM लैना। तो LCM लैन के ऊँ तो यार 150 तरीके ने। स्कूल वाला तरीका तुम लाइन जी मार लेने, 2 ते डिवाइड करो, जो 3 ते डिवाइड होंगे 3 ते करो। एक वो तरीका है। एक आप LCM वाला तरीका करते कि सब तो वड्डे नाल डिवाइड कर लो। एक यार सीधा देखने का तरीका है, देखो इत्थे 2 भी है, 4 भी है, 8 भी है। 2, 4, 8 है। तो जेड़ा 8 का मल्टीपल, क्योंकि 8 आप 4 का मल्टीपल है, तो 8 का कोई भी मल्टीपल हो, 4 का मल्टीपल तो होगा, 2 का मल्टीपल भी होगा। तो बच्चे अपन 2 ते 4 पेपर च देखने की लोड़ नहीं, 8 के मल्टीपल देखते जावांगे, 2 ते 4 का हल होंदा जाऊगा, 3 ते 6 का हल होंदा जाऊगा। वैसे 3 ते 9 का भी हल हो सकता है, आप 3 ते 6 की गल कर लेने जेड़ा, क्योंकि 6 आप 3 का मल्टीपल है, तो 6 का कोई भी मल्टीपल देखांगे वो 3 का मल्टीपल तो होगा, तो 3 नूं अलग तो देखने की लोड़ नहीं। 6 ते 9 च आपां 18 देख लेने। 6 ते 9 का LCM आ गया 18। तो एक तो आपां इन्हां दोनों नूं छड्ड के 18 देख लेने। 8 ते 12 की थां ते 24 देख लेने। 8 ते 12 का LCM 24 आ गया। तो बेसिकली 18 ते 24 का LCM कढ लो जी। मैं 2 नंबर का LCM कढना सिखाया सी कि जदों भी किसी 2 नंबर का LCM कढना, उन्हां दी रेशियो ले लो। 18 ते 24 की रेशियो आ गई 3-4। तो बच्चे इन्हां दा LCM की होऊगा? किसी एक नंबर नूं, किसी एक नंबर नूं दूजे दी रेशियो नाल मल्टीप्लाई कर दो, तो LCM आ गया 72। चाहे 24 गुणा 3 कर दो, LCM आ गया 72 मिनट। LCM कड्ढण दा यार सब दा आपो अपना तरीका। इत्थे तो आपां काटा ही मारता भी आह नंबर तो देखने नहीं, 18 ते 24 का कढ लो। 18 किवें आया, 24 किवें आया, वो मैं तुहानूं समझाता। तो LCM आ गया 72 मिनट। कहण दा मतलब 72 इहो जिहा नंबर है जिहड़ा 2 दे टेबल च 3, 4, 6, 8, 9, 12 सब दे टेबल च आऊगा। मतलब 72 मिनटां बाद सब ने वजना ही वजना है। तो ਜਿਹੜੀਆਂ ਸਵੇਰੇ 5 ਵਜੇ ਵੱਜੀਆਂ ਸੀ ਉਹ 72 ਮਿੰਟਾਂ ਬਾਅਦ ਦੁਬਾਰਾ ਇਕੱਠੀਆਂ ਵੱਜਣਗੀਆਂ। 72 ਮਿੰਟ ਦਾ ਮਤਲਬ ਹੁੰਦਾ 1 ਘੰਟਾ ਪੂਰਾ 12 ਮਿੰਟ ਉੱਤੇ 60 ਮਿੰਟ ਦਾ 1 ਘੰਟਾ ਹੁੰਦਾ। ਤਾਂ 12 ਮਿੰਟ ਉੱਤੇ ਮਤਲਬ 6:12 ਮਿੰਟ। ਤਾਂ ਬੱਚੇ ਤੁਹਾਡਾ ਆਨਸਰ ਆ ਜੂ 6:12 AM। ਕਈ ਵਾਰ ਪੇਪਰ ਦੇ ਵਿੱਚ ਆਪਸ਼ਨ ਹੁੰਦੇ 6:12 AM, 6:20 AM, 6:12 PM, 6:20 PM। ਤਾਂ AM PM ਦਾ ਹਿਸਾਬ ਲਾਉਣਾ 5 in the morning है। ਤਾਂ AM ਤਾਂ ਘੰਟੇ ਬਾਅਦ 12 ਮਿੰਟ ਉੱਤੇ 6:12 AM ਬਣਨਗੇ। PM ਵਾਲਾ ਆਪਸ਼ਨ ਨਾ ਮਾਰਕ ਕਰ ਦਿਓ ਜੇ ਕਿਤੇ ਪੇਪਰ 'ਚ PM ਵਾਲਾ ਆਪਸ਼ਨ ਵੀ ਹੋਇਆ। ਤਾਂ ਇੰਨਾ ਛੋਟੀਆਂ ਛੋਟੀਆਂ ਗੱਲਾਂ ਦਾ ਮਾੜਾ ਜਿਹਾ ਧਿਆਨ ਰੱਖਦੇ ਜਾਇਓ। ਅਗਲਾ ਕੁਐਸਚਨ ਦੇਖੋ ਬੱਚੇ। A general of an army wants to create a formation of square from 3656 to army men। ਉਹ ਕਹਿੰਦੇ ਯਾਰ ਕਿਸੇ ਫੌਜ ਦੇ ਵਿੱਚ 36562 ਲੋਕ ਨੇ, ਮੈਂ ਇੰਨੇ ਫੌਜੀ ਨੇ ਕਿਸੇ ਯੂਨਿਟ ਦੇ ਵਿੱਚ। ਉਹ ਯੂਨਿਟ ਦਾ ਜਿਹੜਾ ਜਨਰਲ ਹੈ, ਉਹ ਜਨਰਲ ਕਹਿੰਦਾ ਵੀ ਮੈਂ ਸਕੁਆਇਰ ਬਣਾਉਣਾ ਹੈ, ਇੰਨੇ ਫੌਜੀਆਂ ਤੋਂ ਕਿਸੇ ਨੰਬਰ ਦਾ ਸਕੁਆਇਰ ਬਣਾਉਣਾ ਹੈ। After arrangement, he found some army men remained unused. What is the number of unused men? Examiner ਕਹਿੰਦਾ ਮੇਰੇ ਕੋਲ, ਜਨਰਲ ਕਹਿੰਦਾ ਮੇਰੇ ਕੋਲ 36562 ਫੌਜੀ ਨੇ, ਇੰਨੀ ਗਿਣਤੀ ਚੋਂ ਮੈਂ ਜਿਹੜਾ ਵੱਡੇ ਤੋਂ ਵੱਡਾ ਸਕੁਆਇਰ ਬਣਾ ਸਕਦਾ ਉਹ ਬਣਾਉਣਾ ਹੈ। ਤਾਂ ਉਹ ਸਕੁਆਇਰ ਬਣਾ ਕੇ ਬਾਕੀ ਕੁਛ ਕੁ ਬਚ ਜਾਣਗੇ, ਉਹ ਬਚੇ ਹੋਏ ਦੱਸਣੇ ਨੇ ਜਿਹੜੇ ਅਨਯੂਜ਼ਡ ਰਹਿ ਗਏ। ਤਾਂ ਬੱਚੇ ਆ 36562 ਉਹਦੇ ਮੁਲਾਜ਼ਮ ਨੇ, ਫੌਜੀ ਨੇ। ਇਹਦੇ ਵਿੱਚੋਂ ਜੇ X ਅਨਯੂਜ਼ਡ ਰਹਿ ਗਏ
x ਅਨਯੂਜ਼ਡ ਰਹਿ ਗਏ ਤਾਂ ਬਾਕੀ ਨੰਬਰ ਪਰਫੈਕਟ ਸਕੁਅਰ ਬਣ ਜਾਊਗਾ, ਕਿਉਂਕਿ ਉਹਨੇ ਸਕੁਅਰ ਬਣਾਉਣਾ ਸੀ ਤਾਂ ਕੁਝ ਬਚੇ ਰਹਿ ਗਏ, ਤਾਂ ਮਤਲਬ ਜਿਹੜੇ ਬਚੇ ਹੋਏ ਮਾਈਨਸ ਕਰ ਦਾਂਗੇ ਤਾਂ ਉਹ ਸਕੁਅਰ ਬਣ ਜਾਊਗਾ। ਤਾਂ ਇਹ ਜਿਹੜਾ ਹੈਗਾ ਇਹ ਸਾਡੇ 4 ਆਪਸ਼ਨ ਨੇਗੇ। 4 ਆਪਸ਼ਨ ਕੀ ਨੇ? 81 97 36 65। ਹੁਣ ਤੁਹਾਡੇ ਸਾਹਮਣੇ ਹੈ, ਜੇ ਆਪਾਂ 81 97 36 ਤੇ 65 ਆਖਰੀ ਇਹ ਦੋ ਡਿਜਿਟ ਨੇ, ਇਹਦੇ 2 ਡਿਜਿਟ ਕੀ ਹੈ? 62। 62 ਦੇ ਵਿੱਚੋਂ 81 ਮਾਈਨਸ ਕਰਾਂਗੇ, ਮੂਰਲਾ 365 ਨਹੀਂ ਛੇੜ ਰਹੇ। ਵੈਸੇ ਤਾਂ ਪੂਰੇ 36562 ਚੋਂ ਮੈਂ ਇਸ ਕੁਐਸਚਨ ਦਾ ਸ਼ਾਰਟਕਟ ਦੱਸਣ ਲੱਗਿਆ, ਵੈਸੇ ਤਾਂ ਪੂਰੇ 36562 ਚੋਂ 81 ਮਾਈਨਸ ਕਰਨਾ, ਪਰ ਤੁਸੀਂ ਕੱਲਾ 62 ਚੋਂ 81 ਮਾਈਨਸ ਕਰ ਦੋ, 81 ਰਹਿ ਜਾਊਗਾ, ਕਿਉਂਕਿ ਉਹ ਮਤਲਬ ਵੀ 2 ਚੋਂ 1 ਗਿਆ, 1 ਰਹਿ ਗਿਆ। 6 ਚੋਂ ਤਾਂ 8 ਜਾਣਾ ਨਹੀਂ, ਇਧਰੋਂ 1 ਉਧਾਰਾ ਲੈ ਲਾਂਗੇ, 16 ਚੋਂ 8 ਗਿਆ, 8 ਰਹਿ ਗਿਆ, 5 ਦੀ ਥਾਂ ਤੇ 4 ਲਿਖ ਦਾਂਗੇ, 36 ਦਾ 36 ਆ ਜਾਊਗਾ। ਆਪਾਂ ਆਖਰੀ 2 ਡਿਜਿਟ ਦੇਖੇ, ਇਹ 81 ਹੈ। ਜੇ 97 ਮਾਈਨਸ ਕਰਾਂਗੇ 62 ਚੋਂ ਤਾਂ ਇਹਦੇ ਪਿੱਛੇ 65 ਰਹਿ ਜਾਊਗਾ। 2 ਚੋਂ 7 ਤਾਂ ਨਿਕਲਣਾ ਨਹੀਂ, ਇਧਰੋਂ 1 ਉਧਾਰਾ ਲੈ ਲੈ, 12 ਚੋਂ 7 ਗਏ 5, 6 ਦਾ 5 ਰਹਿ ਗਿਆ, 5 ਚੋਂ 9 ਨਹੀਂ ਜਾਣਾ, ਤਾਂ ਇਧਰੋਂ ਉਧਾਰਾ ਲੈ ਲੈ, 15 ਚੋਂ 9 ਗਏ 6। ਤਾਂ ਇਸ ਤਰ੍ਹਾਂ ਮੈਂ ਮਾਈਨਸ ਕਰਦਾ ਜਾਣਾ। ਜੇ 62 ਚੋਂ 36 ਕੱਢਾਂਗੇ ਤਾਂ ਪਿੱਛੇ 26 ਰਹਿ ਗਿਆ, ਜੇ 62 ਚੋਂ 65 ਕੱਢਾਂਗੇ ਤਾਂ ਪਿੱਛੇ 97 ਰਹਿ ਗਿਆ। ਜੇ ਆਪਾਂ ਆ ਜਿੰਨੇ ਫੌਜੀ ਨੇ ਉਹਦੇ ਵਿੱਚੋਂ ਅਨਯੂਜ਼ਡ ਮਾਈਨਸ ਕਰ ਦਾਂਗੇ ਤਾਂ ਸਕੁਅਰ ਬਣਨਾ ਚਾਹੀਦਾ, ਕਿਉਂਕਿ ਜਨਰਲ ਨੇ ਸਕੁਅਰ ਬਣਾਇਆ ਤਾਂ ਕੁਝ ਬਚੇ ਰਹਿ ਗਏ, ਬਚੇ ਹੋਏ ਮਾਈਨਸ ਕਰਕੇ ਸਕੁਅਰ ਹੋਣਾ ਚਾਹੀਦਾ। ਤਾਂ ਬਚੇ ਹੋਏ ਚਾਰੇ ਆਪਸ਼ਨ ਨੇ, ਮਾਈਨਸ ਕਰ ਦਾਂਗੇ, ਪਿੱਛੇ ਆਹ ਆ ਜਾਊਗਾ, ਮੂਰੇ ਜੋ ਮਰਜ਼ੀ ਆਵੇ, ਸਾਰਿਆਂ ਦੇ ਮੂਰੇ ਜੋ ਮਰਜ਼ੀ ਆਵੇ, ਪਿੱਛੇ ਆਹ ਹੋਣਾ ਚਾਹੀਦਾ ਹੈ। ਹੁਣ ਮੈਂ ਦਾਅਵੇ ਨਾਲ ਕਹਿਣਾ ਤੁਹਾਡੇ ਵਿੱਚੋਂ ਕਾਫੀ ਬੱਚਿਆਂ ਨੇ, ਮੈਜੋਰਿਟੀ ਸਟੂਡੈਂਟਸ ਨੇ, ਜਦੋਂ ਵੀ ਸਕੁਅਰਸ ਤੇ ਸਕੁਅਰ ਰੂਟਸ ਪੜ੍ਹੇ ਹੋਣਗੇ, ਸਕੁਅਰ ਰੂਟਸ ਵੇਲੇ ਆਖਰੀ 1 ਡਿਜਿਟ ਸਿੱਖਿਆ ਹੋਣਾ ਹੈਗਾ ਕਿ ਆਖਰੀ 1 ਡਿਜਿਟ 'ਚ ਜਾਂ ਤਾਂ 1 ਆ ਜਾਊਗਾ, ਜਾਂ 4 ਆ ਜਾਊਗਾ, ਜਾਂ 5 ਆ ਜਾਊਗਾ, 6 ਆ ਜਾਊਗਾ, 9 ਆ ਜਾਊਗਾ, 0 ਆ ਜਾਊਗੀ। ਇਹ ਸਿੱਖਿਆ ਹੋਣਾ। ਮਤਲਬ ਮੈਂ ਜਦੋਂ ਪੜ੍ਹਾਇਆ ਸੀ, ਪੇਡ ਬੈਚ ਵਾਲਿਆਂ ਨੂੰ ਪੜ੍ਹਾਇਆ ਸੀ, ਮੇਰੇ ਖਿਆਲ 'ਚ ਮੈਂ ਪਬਲਿਕਲੀ ਕਦੇ ਨਹੀਂ ਇਹ ਗੱਲ ਪੜ੍ਹਾਈ। ਆਪਾਂ ਆਖਰੀ 1 ਦੀ ਥਾਂ ਤੇ ਆਖਰੀ 2 ਡਿਜਿਟਸ ਦਾ ਅੰਦਾਜ਼ਾ ਲਾ ਲੈਂਦੇ ਆ, ਤੇ ਜਿਹੜੇ ਬੱਚਿਆਂ ਨੂੰ ਉਹ ਅੰਦਾਜ਼ਾ ਹੈਗਾ ਕਿਸੇ ਵੀ ਸਕੁਅਰ ਦੇ ਪਿੱਛੇ 65 ਕਦੇ ਨਹੀਂ ਆ ਸਕਦਾ, 26 97 ਨਹੀਂ ਆ ਸਕਦਾ, 81 ਆ ਸਕਦਾ ਹੈ। ਤਾਂ ਆਨਸਰ ਕੀ ਆਊਗਾ ਸਾਡਾ? 81 ਆਨਸਰ ਆ ਜਾਊਗਾ ਸਾਡਾ। ਤਾਂ ਫਸਟ ਆਪਸ਼ਨ 81 ਆਨਸਰ ਹੈ ਜੀ ਤੁਹਾਡਾ। ਤਾਂ ਇਸ ਕੁਐਸਚਨ ਨੂੰ ਕਰਨ ਦਾ ਇਹ ਤੋਂ ਸੌਖਾ ਤਰੀਕਾ ਕੋਈ ਨਹੀਂ ਹੈਗਾ। ਆਹ ਜਗਾੜਬਾਜੀ ਜਿਹਨੂੰ ਸਮਝ ਆ ਗਈ, ਜਿਹਨੂੰ ਆ ਸਮਝ ਆ ਗਿਆ ਵੀ ਸਕੁਅਰ ਦੇ ਪਿੱਛੇ 81 ਤਾਂ ਆ ਸਕਦਾ, 65 26 97 ਨਹੀਂ ਆ ਸਕਦਾ, ਤਾਂ ਇਹ ਪਰਫੈਕਟ ਸਕੁਅਰ ਉਦੋਂ ਹੀ ਬਣੂ ਜਦੋਂ ਉਹਦੇ ਵਿੱਚੋਂ 81 ਮਾਈਨਸ ਕਰਾਂਗੇ। ਤਾਂ ਆਨਸਰ ਸਾਡਾ 81 ਆਊਗਾ। ਇਸ ਕੁਐਸਚਨ ਨੂੰ ਕਰਨ ਦਾ ਇਹ ਤੋਂ ਸੌਖਾ ਤਰੀਕਾ ਕੋਈ ਨਹੀਂ ਹੈਗਾ, ਨਹੀਂ ਤਾਂ ਤੁਸੀਂ ਸਕੁਅਰ ਕੱਢਣ ਵੇਲੇ ਮੱਥੇ ਮੁੱਥੇ 'ਚ ਮਾਰੋਗੇ, ਜੋ ਵੀ ਬਣੂਗਾ। ਹਾਂਜੀ ਬੱਚੇ, ਅਗਲਾ ਕੁਐਸਚਨ ਦੇਖੋ। ਆ ਪੇਪਰ ਦਾ ਕੁਐਸਚਨ ਹੈ, ਦ ਰੇਸ਼ੀਓ ਆਫ ਪਿਓਰ ਮਿਲਕ ਐਂਡ ਵਾਟਰ ਇਨ 4 ਸੋਲਿਊਸ਼ਨਸ ਆਰ 1:2, 2:3, 3:2 ਐਂਡ 7:8 ਰਿਸਪੈਕਟਿਵਲੀ। ਐਗਜ਼ਾਮੀਨਰ ਕਹਿੰਦਾ 4 ਸੋਲਿਊਸ਼ਨ ਨੇ ਆਪਣੇ ਕੋਲ, 4 ਮਿਕਸਚਰ ਨੇ ਮਿਲਕ ਤੇ ਵਾਟਰ ਦੇ, ਚਾਰਾਂ 'ਚ ਮਿਲਕ ਤੇ ਵਾਟਰ ਕਿਹੜੀ ਰੇਸ਼ੀਓ 'ਚ ਉਹ ਸਾਨੂੰ ਗਿਵਨ ਹੈ। ਇਫ ਦੇਅਰ ਇਕੁਅਲ ਕੁਆਂਟੀਟੀਜ਼, ਸਭ ਤੋਂ ਇੰਪੋਰਟੈਂਟ ਸ਼ਬਦ ਹੈ ਇਕੁਅਲ। ਇਫ देयर इक्वल क्वांटिटीज आर मिक्सड टुगेदर देन द रेशियो ऑफ मिल्क एंड वाटर इन द न्यू सोल्यूशन विल बी। मैं थोड़ा जिहा तेज बोल रहा क्वेश्चंस ਨੂੰ क्योंकि क्वेश्चंस ਤੁਸੀਂ पढ़ सकते हो, समझाउण लगे मैं थोड़ा जिहा ठरम्मा रखूंगा। एग्जामिनर कहता साडे कोल 4 तरह के मिक्सचर ने, चारां च मिल्क ते वाटर है। पहले च मिल्क ते वाटर 1:2 च, दूजे च मिल्क वाटर 2:3 च, तीजे च 3:2 च, चौथे च 7:8 ਦੇ ਵਿੱਚ ਆ। ਐਗਜ਼ਾਮੀਨਰ ਕਹਿੰਦਾ ਜੇ ਆਪਾਂ ਇਹਨਾਂ ਚਾਰਾਂ ਨੂੰ ਇਕੁਅਲੀ ਮਿਕਸ ਕਰਨਾ ਹੋਵੇ, ਚਾਰਾਂ ਦੀਆਂ ਇਕੁਅਲ ਕੁਆਂਟੀਟੀਜ਼ ਨੂੰ ਮਿਕਸ ਕਰਨਾ ਹੋਵੇ ਤਾਂ ਮਿਕਸਚਰ ਦੇ ਵਿੱਚ ਮਿਲਕ ਤੇ ਵਾਟਰ ਦੀ ਰੇਸ਼ੋ ਦੱਸੋ ਜੀ ਕੀ ਹੋਊਗੀ। ਇਹ ਬੱਚੇ ਆਪਣਾ ਕੁਐਸਚਨ ਹੈ। ਤਾਂ ਓਰੀਜਨਲੀ ਕੀ ਗਿਵਨ ਹੈ ਸਾਨੂੰ? 4 ਮਿਕਸਚਰ ਜਿਨ੍ਹਾਂ ਦੇ ਵਿੱਚ ਮਿਲਕ ਤੇ ਵਾਟਰ ਕੀ ਹੈ 1:2, ਦੂਜੇ 'ਚ 2:3, ਤੀਜੇ 'ਚ 3:2, ਚੌਥੇ 'ਚ 7:8। ਐਗਜ਼ਾਮੀਨਰ ਕਹਿੰਦਾ ਚਾਰਾਂ ਦੀਆਂ ਇਕੁਅਲ ਕੁਆਂਟੀਟੀਜ਼ ਲਈਆਂ। ਬੱਚੇ ਚਾਰਾਂ ਦੀਆਂ ਇਕੁਅਲ ਕੁਆਂਟੀਟੀਜ਼ ਦਾ ਮਤਲਬ ਚਾਰਾਂ ਦਾ ਟੋਟਲ ਸੇਮ। ਬੱਚੇ ਜਦੋਂ 2 ਮਿਕਸਚਰ ਹੋਣ, 3 ਹੋਣ, 4 ਹੋਣ, ਜਿੰਨੇ ਮਰਜ਼ੀ ਹੋਣ, ਜੇ ਉਹਨਾਂ ਦੀਆਂ ਇਕੁਅਲ ਕੁਆਂਟੀਟੀਜ਼ ਨੂੰ ਮਿਕਸ ਕੀਤਾ ਮਤਲਬ ਉਹਨਾਂ ਦਾ ਟੋਟਲ ਸੇਮ ਹੈ। ਤਾਂ ਬੱਚੇ ਰੇਸ਼ੀਓ ਦੇ ਵਿੱਚ ਟੋਟਲ ਕਿੰਨਾ ਹੈ? 1 ਤੇ 2 ਦਾ ਟੋਟਲ ਹੈ 3, 2 ਤੇ 3 ਦਾ ਟੋਟਲ ਹੈ 5, ਤੀਜੀ ਰੇਸ਼ੋ 3:2 ਹੈ ਉਹਦਾ ਟੋਟਲ ਵੀ 5, 7:8 ਦਾ ਟੋਟਲ 15। ਤਾਂ ਬੱਚੇ ਰੇਸ਼ੋ ਦਾ ਟੋਟਲ ਲਿਖ ਲਿਆ 3, 5, 5 ਤੇ 15, ਪਰ ਇਹ ਤਾਂ ਸੇਮ ਹੋਣਾ ਚਾਹੀਦਾ ਕਿਉਂਕਿ ਸਾਰਿਆਂ ਦੀ ਇਕੁਅਲ ਕੁਆਂਟੀਟੀਜ਼ ਲਈਆਂ ਨੇ। ਤਾਂ ਟੋਟਲ ਸੇਮ ਕਰਨ ਦੇ ਲਈ ਐਲਸੀਐਮ ਲੈ ਲਓ। 3, 5 ਤੇ 15 ਦਾ ਐਲਸੀਐਮ 30 ਬਣ ਗਿਆ। ਪਹਿਲੀ ਰੇਸ਼ੋ ਨੂੰ 30 ਬਣਾਓ ਜੀ। 3 ਨੂੰ 30 ਕਿਵੇਂ ਬਣਾਵਾਂਗੇ? 10 ਗੁਣਾ ਕਰਕੇ। ਤਾਂ ਆ ਪੂਰੀ ਰੇਸ਼ੋ 10 ਗੁਣਾ ਹੋ ਜੂਗੀ। ਇਹ ਆ ਗਿਆ 10, ਇਹ ਆ ਗਿਆ 20। 5 ਨੂੰ 30 ਬਣਾਓ ਜੀ, 6 ਗੁਣਾ ਕਰਕੇ ਬਣੂਗਾ। ਤਾਂ ਇਹ ਵੀ 6 ਗੁਣਾ ਹੋ ਗਿਆ 12, ਇਹ ਵੀ 6 ਗੁਣਾ ਹੋ ਗਿਆ 18,
ये भी 30 बनूगा 6 गुणा करके तो पूरी रेशियो 6 गुणा हो जू। इधर 18 आ गया, इधर 12 आ गया। ये 30 बनूगा 2 गुणा करके तो पूरी रेशियो 2 गुणा हो जू 14, इधर आ गया 16। तो बच्चे हुण क्योंकि सारिਆਂ ਦੀਆਂ इक्वल क्वांटिटीज़ हो गई ना 30 30 30 30, वैसे भी ऐड करके देख लो 10 ਤੇ 20 ਦਾ टोटल 30 12 18 30 18 ਤੇ 12 30 14 ਤੇ 16 ਵੀ 30 इक्वल क्वांटिटीज़ हो गया। रेशियो ਉਹੀ ਹੈ ਜਿਹੜੀ ਦੇ ਵਿੱਚ ਉਹ ਮੈਂਸ਼ਨ ਹੈ ਕੁਐਸਚਨ ਦੇ ਵਿੱਚ। ਤਾਂ ਹੁਣ ਆਪਾਂ ਐਡ ਕਰਕੇ ਦੱਸ ਦਾਂਗੇ ਜੀ ਮਿਲਕ ਕਿੰਨਾ ਵਾਟਰ ਕਿੰਨਾ। ਤਾਂ ਮਿਲਕ ਕਿੰਨਾ 18 14 32 12 44 ਤੇ 10 54, इधर 18 16 34 ਤੇ 12 46 ਤੇ 20 66, 54 रेशियो 66। ਤਾਂ 54 रेशियो 66 ਆਪਣੀ ਕਿਤੇ ਗਲਤੀ ਹੋ ਗਈ ਯਾਰ ਨਾ, ਠੀਕ ਤਾਂ ਹੈਗਾ। 6 ਦੇ ਟੇਬਲ 'ਚ 9 रेशियो 11, 6 ਦੇ ਟੇਬਲ 'ਚ ਥਰਡ ਆਪਸ਼ਨ ਬੱਚੇ 9 रेशियो 11। मैं 11 रेशियो 9 पढ़ गया, 9 रेशियो 11 मैं देखा नहीं गा। तो बच्चे अपना 54 ਤੇ 66 आ गया। रेशियो लैनी है तो कॉमन कैंसल करांगे तो 54 ਤੇ 66 दोनों पासे 6 ਤੇ डिवाइड किया, 9 रेशियो 11 अपना थर्ड ऑप्शन गिवन है। ये पेपर का क्वेश्चन है। अगला क्वेश्चन मैं अपने वालों लेके आया। 3 वैसल्स कंटेन equal mixtures of milk and water in the ratio 6:1, 5:2 and 3:1 respectively. If all the solutions are mixed together then the ratio of milk to water in the final mixture will be। बच्चे बिल्कुल सेम क्वेश्चन है। एग्जामिनर कहता अपने को 3 वैसल ने, 3 भांडे ने, तिन्ना दे विच मिल्क ते वाटर गिवन है। तिन्ना च मिल्क वाटर का मिक्सचर है किहड़ी रेशियो च? पहले च 6:1 च, दूजे च 5:2 दे विच, तीजे च 3:1 दे विच। एग्जामिनर कहता ਤਿੰਨਾਂ ਮਿਕਸਚਰਸ ਦੀਆਂ ਇਕੁਅਲ ਕੁਆਂਟੀਟੀਜ਼ ਨੂੰ ਮਿਕਸ ਕੀਤਾ। ਤਾਂ ਇਕੁਅਲ ਕੁਆਂਟੀਟੀਜ਼ ਦਾ ਮਤਲਬ ਕੀ ਹੈ ਬੱਚੇ? ਤਿੰਨਾਂ ਦਾ ਟੋਟਲ ਸੇਮ ਹੋਣਾ ਚਾਹੀਦਾ। ਤਾਂ ਜਿਹੜਾ ਟੋਟਲ ਅਸਲ 'ਚ ਸੇਮ ਹੈ ਕਿਉਂਕਿ ਇਕੁਅਲ ਕੁਆਂਟੀਟੀਜ਼ ਨੇ, ਜਿਹੜਾ ਟੋਟਲ ਅਸਲ 'ਚ ਸੇਮ ਹੈ ਉਹ ਰੇਸ਼ੀਓ 'ਚ ਵੀ ਸੇਮ ਹੋਣਾ ਚਾਹੀਦਾ। ਤਾਂ ਰੇਸ਼ੀਓ ਦੇ ਵਿੱਚ ਟੋਟਲ ਦੇਖੋ ਪਹਿਲਾਂ ਕਿੰਨਾ ਹੈ। 6 ਤੇ 1 ਦਾ ਟੋਟਲ 7, 5 ਤੇ 2 ਦਾ ਟੋਟਲ ਵੀ 7, 3 ਤੇ 1 ਦਾ ਟੋਟਲ 4। ਤਾਂ ਰੇਸ਼ੀਓ 'ਚ ਟੋਟਲ ਬਰਾਬਰ ਕਰਨ ਲਈ 7 ਤੇ 4 ਦਾ ਐਲਸੀਐਮ, 7 4 ਦਾ ਐਲਸੀਐਮ 28 ਆ ਗਿਆ। ਤਾਂ ਸਾਰਿਆਂ ਨੂੰ 28 ਬਣਾਓ ਜੀ। ਇਹ 28 ਬਣੂਗਾ 4 ਗੁਣਾ ਕਰਕੇ ਤਾਂ ਪੂਰੀ ਰੇਸ਼ੋ 4 ਗੁਣਾ ਹੋ ਜੂ 24, ਇਹ 4 ਗੁਣਾ ਹੋ ਗਿਆ 4, ਇਹ ਵੀ 28 ਬਣੂਗਾ 4 ਗੁਣਾ ਕਰਕੇ ਤਾਂ ਪੂਰੀ ਰੇਸ਼ੋ 4 ਗੁਣਾ ਹੋ ਜੂ। ਇਹ ਹੋ ਗਿਆ 20, ਇਹ ਹੋ ਗਿਆ 4 ਗੁਣਾ ਕਰਕੇ 8, ਇਹ 28 ਬਣੂਗਾ ਬੱਚੇ 7 ਗੁਣਾ ਕਰਕੇ ਤਾਂ ਪੂਰੀ ਰੇਸ਼ੋ 7 ਗੁਣਾ ਹੋ ਜੂ 21, ਤੇ ਇਹ ਹੋ ਗਿਆ 7 ਗੁਣਾ 7। ਤਾਂ ਹੁਣ ਇਕੁਅਲ ਕੁਆਂਟੀਟੀਜ਼ ਹੋ ਗਿਆ। ਹੁਣ ਆਪਾਂ ਐਡ ਕਰਕੇ ਦੱਸ ਦਾਂਗੇ ਕਿ ਮਿਲਕ ਤੇ ਵਾਟਰ ਦੀ ਕੀ ਰੇਸ਼ੋ ਆ ਗਈ। 24 ਤੇ 21 45 ਤੇ 20 65, ਦੂਜੇ ਪਾਸੇ 8 4 12 7 19, ਤਾਂ 65 ਰੇਸ਼ੀਓ 19 ਬੱਚੇ ਫਾਈਨਲ ਵਿੱਚ ਮਿਲਕ ਤੇ ਵਾਟਰ ਦੀ ਰੇਸ਼ੀਓ ਹੋਊਗੀ ਫਾਈਨਲ ਮਿਕਸਚਰ ਦੇ ਵਿੱਚ। ਤਾਂ ਬੱਚੇ ਇਸ ਤਰ੍ਹਾਂ ਦੇ ਕੁਐਸਚਨ ਮਤਲਬ ਆਪਾਂ ਵੈਸੇ ਤਾਂ ਇਹ ਸੈਸ਼ਨ ਕਾਫੀ ਦਿਨਾਂ ਤੋਂ ਹੀ ਸਟਾਰਟ ਕੀਤਾ ਹੋਇਆ ਸੀਗਾ ਆਪਣੀ, ਅੱਜ ਮੇਰੇ ਖਿਆਲ 5ਵੀਂ 6ਵੀਂ ਕਲਾਸ ਹੈ ਸ਼ਾਇਦ। ਤਾਂ ਇਸ ਤਰ੍ਹਾਂ ਦੇ ਕੁਐਸਚਨ ਆਪਣੇ ਅੱਜ ਕੱਲ੍ਹ ਦੇ ਪੇਪਰਾਂ 'ਚ ਆ ਰਹੇ ਨੇ। ਇਹ ਆਪਣਾ ਵੇਰਕਾ ਦਾ ਅਸਿਸਟੈਂਟ ਮੈਨੇਜਰ ਦਾ ਐਗਜ਼ਾਮ ਹੈ, ਆਫਿਸਰ ਲੈਵਲ ਦੀ ਪੋਸਟ ਆ, ਉਹਦਾ ਆਪਣਾ ਐਗਜ਼ਾਮ ਹੈ। ਤਾਂ ਇਸ ਤਰ੍ਹਾਂ ਦੇ ਕੁਐਸਚਨ ਆਪਾਂ ਕਰ ਰਹੇ ਸੀ, ਇਸ ਤਰ੍ਹਾਂ ਦੇ ਕੁਐਸਚਨ ਹੀ ਆ ਰਹੇ ਨੇ। ਅਗਲੇ ਜਿਹੜੇ ਸਾਡੇ ਐਗਜ਼ਾਮ ਆਉਣੇ ਨੇ ਜਿਹੜੇ ਮਰਜ਼ੀ ਵਿਭਾਗ ਦੇ ਵਿੱਚੋਂ, ਚਾਹੇ ਉਹ ਪੰਚਾਇਤ ਸੈਕਟਰੀ ਦਾ, ਪਟਵਾਰੀ, ਪੰਜਾਬ ਪੁਲਿਸ ਦੇ ਆਪਣੇ ਸਬ ਇੰਸਪੈਕਟਰ ਦੇ ਵੀ ਆਉਣੇ, ਕਾਂਸਟੇਬਲ ਹੈੱਡ ਕਾਂਸਟੇਬਲ ਦੇ ਐਗਜ਼ਾਮਸ ਵੀ ਆਉਣੇ ਆ। अपना नैब तहसीलदार अगले महीने होना है, हुण तां महीना भी नहीं रहा, अपने 20-25 दिन रह गए। कोऑपरेटिव इंस्पैक्टर का एग्जाम अपना पेंडिंग है। मतलब जिन्ने एग्जाम्स अगले समय दे विच आपां हुण विटनैस करने कुछ इस लैवल के कुछ इस तरह के क्वेश्चन ही आप देखने, तो उन्होंने ध्यान च रख के आप प्रैक्टिस कर रहे हैं। अगले क्वेश्चन ते आ जाओ बच्चे। यह पेपर का क्वेश्चन है। अनिल सेल्स 1/3 ऑफ हिज स्टॉक ऑफ गुड्स एट अ प्रॉफिट ऑफ 15%। अमित को कोई समान है, उन्हें ओदा तीजा हिस्सा वेचा एट अ प्रॉफिट ऑफ 15%। एट वट परसेंट प्रॉफिट एग्जामिनर कहता एट वट परसेंट प्रॉफिट और लॉस शुड ही सैल हिज रिमेनिंग स्टॉक। जिहड़ा बाकी रह गया, जे 1/3 वेचता तो 2/3 रह गया, वो कहता बाकी बचा हुआ किन्ने परसेंट प्रॉफिट या लॉस से वेचा जाए सो एज टू मेक एन ओवरऑल प्रॉफिट ऑफ 13%, ताकि उन्होंने ओवरऑल 13% का प्रॉफिट हो जाए। तो बच्चे ये कुछ नहीं करना, 1/3 वेचता, रिमेनिंग बारे पूछा गया, मतलब 2/3 बारे पूछा गया कि किन्ने प्रॉफिट या लॉस ते बेचीए। प्रॉफिट है तो प्लस दे विच वो वैल्यू ले लेंगे, लॉस है तो माइनस दे विच ले लेंगे। इत्थे तक खैर आपां फाइंड करना है। तो बच्चे ओवरऑल 13% का प्रॉफिट चाहिए। तो पहला जिहड़ा तीजा हिस्सा है उहदे ते 15% प्रॉफिट आया, तो तुसीं कुछ नहीं करना, 1/3 ऑफ 15% कर देना। ये तो सौखा कुछ नहीं हैगा। बड़े ध्यान नाल देखो मैं की लिखिया। एग्जामिनर कहता 1/3 ਜਿਹੜਾ समान है वो 15% के प्रॉफिट ते बेचिया, मतलब पूरा समान आ है, आ पूरा समान है, आ ਉਹਦਾ 1/3 हो गया ना, ਇਹਦੇ ਉੱਤੇ 15% प्रॉफिट है,
ਆਪਾਂ ਜਿਹੜਾ 15% ਯੂਜ਼ ਕਰਨਾ ਉਹ ਪੂਰੇ ਤੋਂ ਦੇਖਣਾ ਤਾਂ ਜਿਹੜਾ ਭਾਈ 1/3 ਦੇ ਉੱਤੇ 15% ਹੈ ਉਹ ਪੂਰੇ ਦਾ ਕੀ ਬਣਿਆ ਉਹ ਪੂਰੇ ਦਾ ਬਣਿਆ 1/3 ਆਫ 15% ਇਹ ਤੋਂ ਸੌਖਾ ਕੁਝ ਨਹੀਂ ਹੈਗਾ ਪਲੱਸ ਐਗਜ਼ਾਮੀਨਰ ਕਹਿੰਦਾ ਬਾਕੀ ਸਮਾਨ ਕਿੰਨੇ ਤੇ ਵੇਚਿਆ ਜਾਵੇ 2/3 ਨੂੰ ਵੇਚਿਆ ਜਾਵੇ x% ਤੇ ਜੇ x ਦੀ ਵੈਲਿਊ ਪਲੱਸ ਚ ਆ ਗਈ ਤਾਂ ਪ੍ਰੋਫਿਟ ਹੋ ਗਿਆ 19% ਦਾ ਜੇ x ਦੀ ਵੈਲਿਊ ਮਾਈਨਸ ਚ ਆ ਗਈ ਤਾਂ 19% ਦਾ ਲਾਸ ਹੈ ਤੇ ਓਵਰਆਲ ਕਹਿੰਦਾ 13% ਦਾ ਪ੍ਰੋਫਿਟ ਹੋਣਾ ਚਾਹੀਦਾ ਕਿਉਂਕਿ ਓਵਰਆਲ ਪ੍ਰੋਫਿਟ ਹੈ ਤਾਂ ਪਲੱਸ 13 ਜੇ ਓਵਰਆਲ ਲਾਸ ਹੁੰਦਾ ਤਾਂ ਮਾਈਨਸ ਲਿਖ ਦਿੰਦੇ ਤਾਂ ਬੱਚੇ ਆਹ ਤਰੀਕਾ ਇਸ ਕੁਐਸਚਨ ਨੂੰ ਸੋਲਵ ਕਰਨ ਦਾ ਤਾਂ 1/3 ਆਫ 15% ਕਿੰਨਾ ਬਣ ਗਿਆ 3 ਤੇ 15 ਕੱਟਿਆ 5 ਪਲੱਸ 2/3 ਆਫ x ਉਹ 13 ਦੇ ਬਰਾਬਰ ਹੈ ਆ 5 ਉਧਰ ਮਾਈਨਸ ਹੋ ਜਾਊਗਾ ਤਾਂ 2/3 ਆਫ x ਰਹਿ ਗਿਆ ਇੱਧਰ 5 ਉਧਰ ਮਾਈਨਸ ਹੋ ਗਿਆ 13 ਦੇ ਵਿੱਚੋਂ ਤਾਂ 8 ਰਹਿ ਗਿਆ ਤਾਂ x ਦੀ ਵੈਲਿਊ ਕਿੰਨੀ ਆ ਗਈ ਬੱਚੇ 3 ਉੱਪਰ ਚੱਲ ਜੂ 2 ਥੱਲੇ ਆ ਜਾਊਗਾ 3 ਉੱਪਰ 2 ਥੱਲੇ ਤਾਂ x ਦੀ ਵੈਲਿਊ ਆ ਗਈ 12 ਤਾਂ x ਦੀ ਵੈਲਿਊ ਜਿਹੜੀ 12 ਆ ਗਈ ਉਹ 12% ਆ ਕਿਉਂਕਿ x ਦੀ ਵੈਲਿਊ ਪਲੱਸ ਚ ਆਈ ਹੈ ਤਾਂ ਇਸ ਕਰਕੇ ਉਹ ਪ੍ਰੋਫਿਟ ਹੈ ਜੇ ਕਿਤੇ x ਦੀ ਵੈਲਿਊ ਮਾਈਨਸ ਚ ਆ ਜਾਂਦੀ ਤਾਂ ਬੱਚੇ ਆਪਾਂ ਲਾਸ ਕਹਿ ਦਿੰਦੇ ਤਾਂ ਉਹਨੇ 12% ਪ੍ਰੋਫਿਟ ਆਪਣਾ ਆਨਸਰ ਕਿੰਨਾ ਆ ਗਿਆ 12% ਪ੍ਰੋਫਿਟ ਇੱਥੇ ਕੁਐਸਚਨ 'ਚ ਲਾਸ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਆਪਸ਼ਨਾਂ ਦੇ ਨਾਲ ਪ੍ਰੋਫਿਟ ਜਾਂ ਲਾਸ ਨਹੀਂ ਲਿਖਿਆ ਹੋਇਆ ਮਤਲਬ ਸਾਰੇ ਪ੍ਰੋਫਿਟ ਦੇ ਆਪਸ਼ਨਸ ਹੋਣਗੇ ਤਾਂ ਕੁਐਸਚਨ 'ਚ ਵੀ ਪ੍ਰੋਫਿਟ ਹੀ ਲਿਖਿਆ ਹੋਣਾ ਚਾਹੀਦਾ ਤਾਂ ਬੱਚੇ ਇਹ ਆਪਣਾ ਬਹੁਤ ਸਿੰਪਲ ਕੁਐਸਚਨ ਬਣ ਜਾਊਗਾ ਪ੍ਰੋਫਿਟ ਲਾਸ ਦਾ ਇਹ ਪੇਪਰ ਦਾ ਕੁਐਸਚਨ ਹੈ ਇਹਦੇ ਨਾਲ ਦਾ ਕੁਐਸਚਨ ਮੈਂ ਲੈ ਕੇ ਆਇਆ 2/3 of a consignment was sold at a profit of 6%. ਐਗਜ਼ਾਮੀਨਰ ਕਹਿੰਦਾ ਕਿਸੇ ਕੰਸਾਈਨਮੈਂਟ ਦਾ 2/3 ਨੂੰ 6% ਦੇ ਪ੍ਰੋਫਿਟ ਤੇ ਵੇਚਿਆ ਜਾਂਦਾ ਹੈ ਐਂਡ ਦਾ ਰੈਸਟ ਐਟ ਅ ਲਾਸ ਆਫ 3% ਤੇ ਜਿਹੜਾ ਬਾਕੀ ਬਚ ਗਿਆ 2/3 ਵੇਚਦਾ ਤਾਂ ਬਾਕੀ 1/3 ਬਚ ਗਿਆ ਉਹਨੂੰ 3% ਦੇ ਲਾਸ ਤੇ ਵੇਚਿਆ ਜਾਂਦਾ ਹੈ ਇਫ देयर वाज एन ओवरऑल प्रॉफिट ऑफ ₹540 then value of consignment was ਤਾਂ ਪੂਰੀ ਕੰਸਾਈਨਮੈਂਟ ਦੀ ਵੈਲਿਊ ਦੱਸਣੀ ਹੈ ਕਿੰਨੀ ਹੈ ਤਾਂ ਬੱਚੇ 2/3 ਤੇ ਕੀ ਹੋਇਆ 6% ਦਾ ਪ੍ਰੋਫਿਟ ਹੋਇਆ 6% ਦਾ ਪ੍ਰੋਫਿਟ ਹੈ ਤਾਂ ਪਲੱਸ 6 ਲਿਖਤਾ ਪਲੱਸ ਰੈਸਟ ਨੂੰ 3% ਦੇ ਲਾਸ ਤੇ ਵੇਚਿਆ ਰੈਸਟ ਬਚ ਗਿਆ 1/3 ਉਹਦੇ ਤੇ 3% ਦਾ ਲਾਸ ਹੈ ਤਾਂ ਮਾਈਨਸ 3% ਲਿਖਤਾ ਇਹ ਸਾਡਾ ਓਵਰਆਲ ਪ੍ਰੋਫਿਟ ਜਾਂ ਲਾਸ ਆ ਗਿਆ ਸਾਡਾ ਓਵਰਆਲ ਪ੍ਰੋਫਿਟ ਔਰ ਲਾਸ ਕੀ ਬਣੂਗਾ ਹਮੇਸ਼ਾ 2/3 ਨੂੰ 6% ਦੇ ਪ੍ਰੋਫਿਟ ਤੇ ਵੇਚਿਆ ਜਿਹੜਾ 6% ਪ੍ਰੋਫਿਟ ਆ ਉਹ 2/3 ਦੇ ਉੱਤੇ ਹੈ ਉਹ ਪੂਰੇ ਦਾ ਕੀ ਬਣਿਆ 2/3 ਆਫ 6% ਰੈਸਟ ਜਿਹੜਾ 1/3 ਬਚ ਗਿਆ ਉਹਨੂੰ 3% ਦੇ ਲਾਸ ਤੇ ਵੇਚਿਆ ਤਾਂ ਜਿਹੜਾ 1/3 ਬਚ ਗਿਆ ਉਹਦੇ ਤੇ 3% ਲਾਸ ਹੈ ਤਾਂ ਜਿਹੜਾ ਆ ਹਿੱਸੇ ਤੇ 3% ਦਾ ਲਾਸ ਆ ਉਹ ਪੂਰੇ ਦਾ ਕੀ ਬਣਿਆ 1/3 ਆਫ 3% ਕਿਉਂਕਿ ਲਾਸ ਹੈ ਤਾਂ ਮਾਈਨਸ ਤਾਂ ਓਵਰਆਲ ਕੀ ਬਣ ਗਿਆ ਬੱਚੇ ਓਵਰਆਲ ਬਣ ਗਿਆ 2 × 2 4 1 × 1 1 ਪਰ ਉਹਦੇ ਮੂਰੇ ਮਾਈਨਸ ਆ ਜਾਊਗਾ ਕਿਉਂਕਿ -3 ਨੂੰ ਕੱਟਿਆ ਤਾਂ 4 - 1 ਆ ਗਿਆ 3% 3% ਪਲੱਸ ਦੇ ਵਿੱਚ ਆਇਆ ਨਾ ਤਾਂ 3% ਪ੍ਰੋਫਿਟ ਹੈ ਉਹ 3% ਦੀ ਵੈਲਿਊ ਐਗਜ਼ਾਮੀਨਰ ਕਹਿੰਦਾ ਰੁਪੀਸ ਦੇ ਵਿੱਚ 540 ਹੈ ਇਫ देयर वाज एन ओवरऑल प्रॉफिट ऑफ 540 ਤਾਂ ਬੱਚੇ ਜੇ 3% ਦੀ ਵੈਲਿਊ 540 ਹੈ ਤਾਂ ਵੈਲਿਊ ਆਫ ਕੰਸਾਈਨਮੈਂਟ ਮਤਲਬ 100% ਦੀ ਵੈਲਿਊ ਕੀ ਹੋਊਗੀ ਜੇ 3% ਦੀ ਵੈਲਿਊ 540 ਹੈ ਤਾਂ 1% ਦੀ ਵੈਲਿਊ 180 ਹੋਗੀ 1% ਦੀ ਵੈਲਿਊ 180 ਹੋਗੀ ਤਾਂ ਵੈਲਿਊ ਆਫ ਕੰਸਾਈਨਮੈਂਟ 100% ਹੈ ਤਾਂ 100% ਵਿਲ ਬੀ 180 ਦਾ 100 ਗੁਣਾ 18000 ਬੱਚੇ ਤੁਹਾਡਾ ਆਨਸਰ ਆ ਜਾਊਗਾ ਤਾਂ ਥਰਡ ਆਪਸ਼ਨ ਤੁਹਾਡਾ ਆਨਸਰ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਮਾੜਾ ਜਿਹਾ ਕਮੈਂਟ ਕਰਕੇ ਦੱਸਦੇ ਜਾਇਓ ਆਪਾਂ ਇਹ ਕੋਈ ਬਾਲਾ ਪੁਰਾਣਾ ਪੇਪਰ ਨਹੀਂ ਕਰ ਰਹੇ 2022 ਦਾ ਅਪ੍ਰੈਲ 2022 ਦਾ ਪੇਪਰ ਕਰ ਰਹੇ ਹਾਂ 24 ਅਪ੍ਰੈਲ ਨੂੰ ਐਤਵਾਰ ਨੂੰ ਆਪਣਾ ਵੇਰਕਾ ਦਾ ਅਸਿਸਟੈਂਟ ਮੈਨੇਜਰ ਦਾ ਪੇਪਰ ਹੋਇਆ ਉਹਦੇ ਵਿੱਚ 13 ਕੁਐਸਚਨ ਆਏ ਨੇ ਮੈਥ ਦੇ ਤਾਂ ਉਹ 13 ਕੁਐਸਚਨ ਪਲੱਸ 7-8 ਕੁਐਸਚਨ ਮੈਂ ਸਿਮਿਲਰ ਕੁਐਸਚਨਸ ਜਿਵੇਂ ਪਿਛਲਾ ਕੁਐਸਚਨ ਪੇਪਰ ਦਾ ਸੀ ਇਹ ਸਿਮਿਲਰ ਕੁਐਸਚਨ ਮੈਂ ਲਿਆਇਆ ਤਾਂ 7-8 ਕੁਐਸਚਨ ਉੱਤੇ ਲਿਆਇਆ ਤਾਂ 22-23 ਕੁਐਸਚਨ ਅੱਜ ਦੀ ਕਲਾਸ 'ਚ ਕਰ ਰਹੇ ਹਾਂ ਇਹ ਸਾਡਾ ਆਫਿਸਰ ਲੈਵਲ ਦਾ ਪੇਪਰ ਹੈ ਮੈਂ ਸਾਡੇ ਅਗਲੇ ਸਮੇਂ ਦੇ ਵਿੱਚ ਜਿਹੜੇ ਐਗਜ਼ਾਮਸ ਹੋਣੇ ਨੇ ਚਾਹੇ ਕਲੈਰੀਕਲ ਪੋਸਟ ਲਈ ਨੇ ਚਾਹੇ ਆਫਿਸਰ ਦੀ ਪੋਸਟ ਲਈ ਨੇ ਕੋਆਪਰੇਟਿਵ ਇੰਸਪੈਕਟਰ ਦਾ ਨੈਬ ਤਹਿਸੀਲਦਾਰ ਦਾ ਤਾਂ ਹੋਣੀ ਵਾਲਾ ਹੈ ਪੁਲਿਸ ਦੀਆਂ ਭਰਤੀਆਂ ਨਿਕਲਣੀਆਂ ਨੇ ਹੋਰ ਜਿਹੜੇ ਮਰਜ਼ੀ ਵਿਭਾਗਾਂ ਦੇ ਨਿਕਲਣ ਕੁਝ ਇਸ ਲੈਵਲ ਦੇ ਪੇਪਰ ਦੇਖਾਂਗੇ ਮਾੜਾ ਜਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਇਓ ਵੀ ਇਹ ਜਿਹੜੇ ਸੈਸ਼ਨਸ ਚੱਲ ਰਹੇ ਨੇ ਕੁਆਂਟਸ ਤੇ ਰੀਜ਼ਨਿੰਗ ਆਪਾਂ ਸਕਸੈਸ ਟਰੀ ਤੇ ਚਲਾ ਰਹੇ ਹਾਂ ਬਾਕੀ ਸਬਜੈਕਟਸ ਅਗਲੇ ਦਿਨਾਂ ਦੇ ਵਿੱਚ ਆਪਾਂ ਇਹੀ ਦੇਖਣਾ ਸੀਗਾ ਕਿ ਚਲਾਉਣ ਦਾ ਫਾਇਦਾ ਹੈਗਾ ਬੱਚੇ ਮਤਲਬ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਨੇ ਤਾਂ ਉਹਨੂੰ ਧਿਆਨ 'ਚ ਰੱਖ ਕੇ ਆਪਾਂ ਅਗਲੇ ਸਮੇਂ ਦੇ ਵਿੱਚ ਬਾਕੀ ਸਬਜੈਕਟਸ ਪਿਕ ਕਰ ਸਕਦੇ ਹਾਂ ਅੰਗਰੇਜ਼ੀ ਪਿਕ ਕਰ ਸਕਦੇ ਹਾਂ ਪੰਜਾਬ ਜੀਕੇ ਦੇ ਵਿੱਚੋਂ ਕਾਫੀ ਕੁਐਸਚਨਸ ਰਿਪੀਟ ਹੁੰਦੇ ਨੇ ਇਹ ਪਿਕ ਕਰ ਸਕਦੇ ਹਾਂ ਤਾਂ ਉਹ ਅਗਲੇ ਸਮਿਆਂ ਦੇ ਵਿੱਚ ਆਪਣੇ ਬਾਕੀ ਸੈਸ਼ਨਸ ਚੱਲ ਪੈਣਗੇ ਕਰੰਟ ਅਫੇਅਰ ਦਾ ਤੁਹਾਨੂੰ ਪਤਾ ਕਿ ਪੂਰੇ 1 ਸਾਲ ਦੇ ਕਰੰਟ ਅਫੇਅਰ ਦਾ ਇੱਕ ਸੈਸ਼ਨ ਉਹ ਪੇਡ ਸੈਸ਼ਨ ਉਹ ਸਟਾਰਟ ਹੋਣ ਵਾਲਾ ਮੇਰੇ ਖਿਆਲ 'ਚ ਅੱਜ ਸਟਾਰਟ ਹੋ ਗਿਆ ਅੱਜ ਸੋਮਵਾਰ ਤੋਂ ਸਟਾਰਟ ਹੋਣਾ ਸੀ ਤਾਂ ਆਪਣੇ ਵੱਲੋਂ ਜ਼ਿੰਮੇਵਾਰੀ ਦੇ ਨਾਲ ਮਾੜਾ ਜਿਹਾ ਲਾਈਕ ਤੇ ਸ਼ੇਅਰ ਕਰਦੇ ਜਾਇਆ ਕਰੋ ਮਤਲਬ ਕਹਿਣਾ ਜਿਹਾ ਅਜੀਬ ਲੱਗਦਾ ਹੁੰਦਾ ਪਰ ਦੱਬੀ ਤੁਰੀ ਚੱਲਿਆ ਕਰੋ ਤੁਸੀਂ ਆਪਦਾ ਅਗਲੇ ਕੁਐਸਚਨਸ ਤੇ ਆ ਜਾਓ A certain sum of money invested at compound interest ਬੱਚੇ compound interest ਦਾ ਕੁਐਸਚਨ ਹੈ ਕਹਿੰਦੇ ਕੋਈ ਪੈਸਾ CI ਦੇ ਉੱਤੇ ਰੱਖਿਆ compounded annually becomes 8820 in 2 years and 9261 in 3 years ਕਹਿੰਦੇ ਕੋਈ ਪੈਸਾ compound interest ਦੇ ਉੱਤੇ ਰੱਖਿਆ 2 ਸਾਲਾਂ 'ਚ 8820 ਰੁਪਏ ਬਣ ਗਿਆ
3 ਸਾਲਾਂ 'ਚ 92 61 ਬਣ ਗਿਆ। ਫਾਈਂਡ ਦਾ ਰੇਟ ਆਫ ਇੰਟਰਸਟ, ਇਹ ਤਾਂ ਸੌਖਾ ਕੁਐਸਚਨ ਹੈ, ਇਹ 'ਚ ਰੇਟ ਆਫ ਇੰਟਰਸਟ ਹੀ ਪੁੱਛਿਆ। ਐਗਜ਼ਾਮੀਨਰ ਕਹਿੰਦਾ ਕੋਈ ਪ੍ਰਿੰਸੀਪਲ ਹੈ, ਉਹ 2 ਸਾਲਾਂ 'ਚ ਤਾਂ 8820 ਰੁਪਏ ਬਣ ਗਿਆ, ਅਮਾਊਂਟ ਆਫਟਰ 2 ਇਅਰਸ A2 ਲਿਖਤਾ, ਤੇ 3 ਸਾਲਾਂ 'ਚ ਉਹ 9261 ਬਣ ਗਿਆ, A3 ਲਿਖ ਦਿੰਨੇ ਆ ਇਹਨੂੰ ਆਪਾਂ। ਤਾਂ ਐਗਜ਼ਾਮੀਨਰ ਕਹਿੰਦਾ ਰੇਟ ਆਫ ਇੰਟਰਸਟ ਦੱਸੋ। ਬੱਚੇ ਕੰਪਾਊਂਡ ਦੇ ਉੱਤੇ, ਸਿੰਪਲ ਇੰਟਰਸਟ 'ਚ ਨਹੀਂ, ਕੰਪਾਊਂਡ ਇੰਟਰਸਟ ਦੇ ਕੇਸ 'ਚ, ਕਿਉਂਕਿ ਮੈਂ ਉਮੀਦ ਕਰਦਾ ਕਿ ਸਾਰਿਆਂ ਨੇ CI ਪੜ੍ਹਿਆ ਹੋਇਆ, ਕੰਪਾਊਂਡ ਇੰਟਰਸਟ ਦੇ ਕੇਸ 'ਚ ਕਿਉਂਕਿ ਸਾਡਾ ਰੇਟ ਆਫ ਇੰਟਰਸਟ ਪ੍ਰਿੰਸੀਪਲ ਤੇ ਲੱਗਦਾ ਪਹਿਲੇ ਸਾਲ, ਅਗਲੇ ਸਾਲ ਉਹ ਅਮਾਊਂਟ ਦੇ ਉੱਤੇ ਇੰਟਰਸਟ ਲੱਗਦਾ ਨਾ। ਮਤਲਬ ਜਿਹੜੇ ਮਰਜ਼ੀ ਸਾਲ ਦੀ ਗੱਲ ਕਰ ਲਓ ਯਾਰ, ਜਿਹੜੇ ਮਰਜ਼ੀ ਸਾਲ 'ਚ ਜਾ ਕੇ ਸਾਡਾ ਰੇਟ ਆਫ ਇੰਟਰਸਟ ਕਾਹਦੇ ਤੇ ਲੱਗੂ, ਜਿਹੜਾ ਸਾਡਾ ਪਿਛਲਾ ਅਮਾਊਂਟ ਬਣ ਚੁੱਕਿਆ। ਤਾਂ ਉਸ ਅਮਾਊਂਟ ਤੋਂ ਪਿੱਛੇ ਜਿੰਨੀ ਕਹਾਣੀ ਸੀ ਉਹ ਤੇ ਤੁਸੀਂ ਮਤਲਬ ਕਾਟਾ ਹੀ ਮਾਰ ਦਿਓ, ਸਾਨੂੰ ਨਹੀਂ ਚਾਹੀਦੀ, ਕਿਉਂਕਿ ਗੱਲ ਤਾਂ ਇੱਥੇ ਸ਼ੁਰੂ ਹੋਣ ਲੱਗੀ ਆ। ਸਿੰਪਲ ਇੰਟਰਸਟ ਦੇ ਕੇਸ 'ਚ ਕੀ ਹੁੰਦਾ ਸੀ, ਜਿਹੜੇ ਮਰਜ਼ੀ ਸਾਲ ਦੀ ਗੱਲ ਕਰ ਲਓ, ਹਰ ਸਾਲ ਰੇਟ ਆਫ ਇੰਟਰਸਟ ਜਾ ਕੇ ਪ੍ਰਿੰਸੀਪਲ ਤੇ ਲੱਗਦਾ ਸੀ। ਕੰਪਾਊਂਡ ਦੇ ਕੇਸ 'ਚ ਤਾਂ ਪਿਛਲੇ ਅਮਾਊਂਟ ਤੇ ਲੱਗਣਾ, ਤਾਂ ਉਹ ਤੋਂ ਪਿੱਛੇ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਨਹੀਂ ਚਾਹੀਦਾ ਹੈਗਾ, ਜੋ ਪੈਸਾ ਬਣ ਚੁੱਕਿਆ ਉਹ ਜ਼ਰੂਰੀ ਆ, ਤਾਂ ਉਹ ਤੋਂ ਪਿੱਛੇ ਕਾਟਾ ਮਾਰ ਦਿਓ। ਤਾਂ 1 ਸਾਲ 'ਚ ਜਿਹੜਾ ਇੰਟਰਸਟ ਆਉਂਦਾ ਹੈ, ਚਾਹੇ ਉਹ 17ਵੇਂ ਸਾਲ ਦੀ ਗੱਲ ਕਰ ਲਓ, 17ਵੇਂ ਸਾਲ 'ਚ ਕਿੰਨਾ ਇੰਟਰਸਟ ਆਊਗਾ, ਜਿੰਨਾ 16 ਸਾਲਾਂ ਦਾ ਅਮਾਊਂਟ ਬਣ ਗਿਆ ਹੋਊਗਾ, ਰੇਟ ਆਫ ਇੰਟਰਸਟ ਇਹਦੇ ਤੇ ਲੱਗਦਾ ਹੁੰਦਾ। ਪਿੱਛੇ 16 ਸਾਲਾਂ ਦਾ ਵਾਸ਼ ਕਰ ਦਿਓ, ਪਾਣੀ ਪਾ ਦਿਓ, ਉਹ ਚਾਹੀਦਾ ਹੀ ਨਹੀਂ। 16 ਸਾਲ ਦਾ ਅਮਾਊਂਟ ਬਣ ਗਿਆ ਤਾਂ 17ਵੇਂ ਸਾਲ ਦਾ ਅਮਾਊਂਟ ਕੀ ਹੋਊਗਾ, ਜਿੰਨਾ ਵੀ ਤੁਹਾਡਾ ਰੇਟ ਆਫ ਇੰਟਰਸਟ ਹੈ ਉਹ 16ਵੇਂ ਸਾਲ ਦੇ ਅਮਾਊਂਟ ਦੇ ਉੱਤੇ ਲੱਗੂਗਾ ਤੇ ਸਾਡਾ 17 ਸਾਲ ਦਾ ਅਮਾਊਂਟ ਆ ਜਾਊਗਾ। ਤਾਂ ਇਸ ਕੁਐਸਚਨ ਦੇ ਵਿੱਚ, ਇਸ ਕੁਐਸਚਨ ਨਹੀਂ, ਮੈਂ ਕਹਿੰਦਾ ਕੰਪਾਊਂਡ ਦੇ ਕੇਸ 'ਚ ਕੋਈ ਵੀ ਕੁਐਸਚਨ ਹੋਵੇ ਜਿਹਦੇ ਵਿੱਚ ਸਾਨੂੰ ਕੋਈ ਲਗਾਤਾਰ 2 ਸਾਲਾਂ ਦਾ ਅਮਾਊਂਟ ਦਿੱਤਾ ਹੋਵੇ, 27ਵੇਂ ਸਾਲ ਦਾ, 28ਵੇਂ ਸਾਲ ਦਾ ਅਮਾਊਂਟ, 53ਵੇਂ ਸਾਲ ਦਾ, 54ਵੇਂ ਸਾਲ ਦਾ ਅਮਾਊਂਟ, 9ਵੇਂ ਸਾਲ ਦਾ ਅਮਾਊਂਟ, 10ਵੇਂ ਸਾਲ ਦਾ ਅਮਾਊਂਟ, ਕੋਈ ਲਗਾਤਾਰ 2 ਸਾਲਾਂ ਦਾ ਅਮਾਊਂਟ ਦਿੱਤਾ ਹੋਵੇ, ਇੱਥੇ ਦੂਜੇ ਸਾਲ ਦਾ ਤੇ ਤੀਜੇ ਸਾਲ ਦਾ ਅਮਾਊਂਟ ਦਿੱਤਾ, ਤਾਂ ਬੱਚੇ 1 ਸਾਲ 'ਚ ਕਿੰਨਾ ਇੰਟਰਸਟ ਆ ਗਿਆ, 1 ਸਾਲ ਦੇ ਵਿੱਚ ਕਿੰਨਾ ਇੰਟਰਸਟ ਆ ਗਿਆ ਉਹ ਤੁਸੀਂ ਮਾਈਨਸ ਕਰਕੇ ਦੇਖ ਲਓਗੇ। ਇਹਦੇ ਵਿੱਚ ਜਦੋਂ ਆ ਮਾਈਨਸ ਕੀਤਾ ਤਾਂ 441 ਰੁਪਏ ਇੰਟਰਸਟ ਆ ਗਿਆ। 1 ਸਾਲ 'ਚ ਕਿੰਨਾ ਇੰਟਰਸਟ ਜੁੜਿਆ, 441 ਰੁਪਏ, ਮਾਈਨਸ ਕਰਕੇ ਦੇਖ ਲਿਆ, 1 ਸਾਲ 'ਚ 441 ਰੁਪਏ ਦਾ ਇੰਟਰਸਟ ਜੁੜਿਆ। ਇਹ 441 ਦਾ ਇੰਟਰਸਟ ਲੱਗਣਾ ਕਿਹਦੇ ਤੇ ਆ, ਪਿਛਲੇ ਅਮਾਊਂਟ ਦੇ ਉੱਤੇ। ਤਾਂ ਰੇਟ ਆਫ ਇੰਟਰਸਟ ਕਿੰਨਾ ਆਜੂ, 441 ਰੁਪਏ ਦਾ ਇੰਟਰਸਟ 8820 ਦੇ ਉੱਤੇ, ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਦੇ ਹੀ ਕਰਦੇ ਆ। 441 ਦਾ ਡਬਲ 882, ਤਾਂ ਡਬਲ ਮਤਲਬ ਪਿੱਛੇ 0 ਹੈ ਤਾਂ 0 ਵੀ ਆਜੂ, 20 ਤੇ 100 5 ਆ ਗਿਆ। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ 5% ਪਰ ਐਨਮ। ਇਸ ਕੁਐਸਚਨ ਦਾ ਆਨਸਰ 5% ਪਰ ਐਨਮ ਸਾਡੇ ਪੇਪਰ ਦਾ ਕੁਐਸਚਨ ਹੈ, ਕੱਲ ਜਿਹੜਾ ਪਰਸੋਂ ਪੇਪਰ ਹੋਇਆ ਸਾਡਾ ਐਤਵਾਰ ਨੂੰ, ਉਹਦਾ ਕੁਐਸਚਨ ਹੈ। ਤਾਂ ਬੱਚੇ ਕੰਪਾਊਂਡ ਦੇ ਕੇਸ 'ਚ ਪ੍ਰਿੰਸੀਪਲ ਵੀ ਚਾਹੀਦਾ ਨਹੀਂ। ਐਗਜ਼ਾਮੀਨਰ ਕਹਦੇ ਵੀ ਕੋਈ ਪੈਸਾ 17 ਸਾਲਾਂ 'ਚ ਇੰਨਾ ਅਮਾਊਂਟ ਬਣ ਗਿਆ, 18 ਸਾਲਾਂ 'ਚ ਇੰਨਾ ਅਮਾਊਂਟ ਬਣ ਗਿਆ, ਰੇਟ ਆਫ ਇੰਟਰਸਟ ਦੱਸੋ। ਤਾਂ 17 ਸਾਲ ਦਾ ਅਮਾਊਂਟ ਤੇ 18 ਸਾਲ ਦਾ ਅਮਾਊਂਟ ਗਿਵਨ ਹੈ, 1 ਸਾਲ 'ਚ ਕਿੰਨਾ ਇੰਟਰਸਟ ਜੁੜਿਆ ਦੇਖ ਲਓਗੇ। 1 ਸਾਲ 'ਚ ਕਿੰਨਾ ਇੰਟਰਸਟ ਜੁੜਿਆ ਉਹ ਜਦੋਂ ਮਾਈਨਸ ਕਰਕੇ ਦੇਖ ਲਿਆ ਤਾਂ ਉਹ ਇੰਟਰਸਟ ਲੱਗਿਆ ਕਾਹਦੇ ਤੇ, ਪਿਛਲੇ ਅਮਾਊਂਟ ਤੇ ਲੱਗਿਆ, ਤਾਂ ਰੇਟ ਆਫ ਇੰਟਰਸਟ ਨਿਕਲ ਆਊਗਾ ਜੀ। ਪਰਸੈਂਟੇਜ ਕੱਢਣ ਲਈ ਗੁਣਾ 100 ਹੀ ਕਰਨਾ ਹੈਗਾ, ਬਾਕੀ ਸੇਮ ਆ। ਇਹ ਕਿਉਂਕਿ ਬਾਹਲੀ ਦੂਰ ਦਾ ਨਹੀਂ ਹੈਗਾ, 17ਵੇਂ 18ਵੇਂ ਸਾਲ ਦਾ ਨਹੀਂ ਹੈਗਾ, ਇਹ ਦੂਜੇ ਤੇ ਤੀਜੇ ਸਾਲ ਦਾ ਹੀ ਹੈ, ਮਤਲਬ ਪ੍ਰਿੰਸੀਪਲ ਤੋਂ ਬਹੁਤ ਨੇੜੇ ਹੈ। ਇਸ ਕੁਐਸਚਨ 'ਚ ਜੇ ਐਗਜ਼ਾਮੀਨਰ ਸਾਨੂੰ ਪ੍ਰਿੰਸੀਪਲ ਵੀ ਪੁੱਛ ਲੇ ਵੀ ਪ੍ਰਿੰਸੀਪਲ ਦੱਸੋ, ਤਾਂ ਬੱਚੇ ਸਾਡਾ ਰੇਟ ਆਫ ਇੰਟਰਸਟ ਨਿਕਲਿਆ ਆ। ਜੇ ਇਸ ਕੁਐਸਚਨ 'ਚ ਐਗਜ਼ਾਮੀਨਰ ਨੇ ਪ੍ਰਿੰਸੀਪਲ ਪੁੱਛਿਆ ਹੁੰਦਾ, ਮੈਂ ਉਹ ਦੱਸਣ ਲੱਗਿਆ, ਇਹ ਕੁਐਸਚਨ ਹੋ ਗਿਆ ਆਪਣਾ ਪੇਪਰ ਵਾਲਾ ਕੁਐਸਚਨ ਹੋ ਗਿਆ। ਜੇ ਇਸ ਕੁਐਸਚਨ 'ਚ ਐਗਜ਼ਾਮੀਨਰ ਨੇ ਸਾਨੂੰ ਪ੍ਰਿੰਸੀਪਲ ਵੀ ਪੁੱਛਿਆ ਹੁੰਦਾ ਤਾਂ ਬੱਚੇ ਆਪਾਂ ਕੀ ਕਰਦੇ, ਰੇਟ ਆਫ ਇੰਟਰਸਟ 5% ਹੈ, 5% ਦੀ ਫ੍ਰੈਕਸ਼ਨ 1/20, 5% ਦੀ ਫ੍ਰੈਕਸ਼ਨ 1/20, ਤਾਂ ਅਮਾਊਂਟ ਕੀ ਬਣ ਜੂਗਾ, 21/20, ਅਮਾਊਂਟ ਬਣ ਜੂਗਾ 21/20। ਤਾਂ ਪ੍ਰਿੰਸੀਪਲ ਤੋਂ 2 ਸਾਲ ਦਾ ਅਮਾਊਂਟ 8820 ਹੈ, ਤਾਂ ਪ੍ਰਿੰਸੀਪਲ ਤੋਂ 21/20, ਦੂਜਾ ਸਾਲ ਫਿਰ 21/20, ਉਹ 8820 ਹੈ, ਤਾਂ ਇੱਥੋਂ ਪ੍ਰਿੰਸੀਪਲ ਆ ਜਾਊਗਾ ਬੱਚੇ ਤੁਹਾਡਾ 8820 ਇੰਟੂ 20 ਤੇ 20 ਉੱਪਰ, 21 ਤੇ 21 ਥੱਲੇ, 21 ਇੰਟੂ 21 441 ਹੁੰਦਾ, ਇਹ ਆ ਗਿਆ 20, 20 ਇੰਟੂ 20 ਇੰਟੂ 20 8000 ਆਂਸਰ ਆ ਜਾਊਗਾ ਬੱਚੇ। ਜੇ ਕਿਤੇ ਇਸ ਕੁਐਸਚਨ 'ਚ ਪ੍ਰਿੰਸੀਪਲ ਪੁੱਛਿਆ ਹੁੰਦਾ ਬਹੁਤ ਈਜ਼ਲੀ। ਰੇਟ ਆਫ ਇੰਟਰਸਟ ਤਾਂ ਬਹੁਤ ਸੌਖਾ ਹੈ ਕੱਢਣਾ, ਰੇਟ ਆਫ ਇੰਟਰਸਟ ਤਾਂ ਆਹ ਤਰੀਕਾ ਤੁਹਾਨੂੰ ਦੱਸਤਾ, 1 ਸਾਲ ਦਾ ਗੈਪ ਹੈ, ਉਹ ਜਿੰਨਾ ਇੰਟਰਸਟ ਜੁੜਿਆ ਪਿਛਲੇ ਅਮਾਊਂਟ ਤੇ ਦੇਖ ਲਓ, ਰੇਟ ਆਫ ਇੰਟਰਸਟ ਆ ਗਿਆ। ਤੇ ਜੇ ਪ੍ਰਿੰਸੀਪਲ ਵੀ ਪੁੱਛ ਲਿਆ, ਸਾਨੂੰ 2 ਸਾਲ ਦਾ ਅਮਾਊਂਟ ਗਿਵਨ ਹੈ, ਤਾਂ ਪ੍ਰਿੰਸੀਪਲ ਤੋਂ ਆ ਜਿੰਨਾ ਰੇਟ ਆਫ ਇੰਟਰਸਟ ਹੈ ਉਹਦੀ ਫ੍ਰੈਕਸ਼ਨ, ਉਹ ਤੋਂ ਅਮਾਊਂਟ ਇੰਨਾ ਬਣੂਗਾ, ਤਾਂ ਕਿਉਂਕਿ 2 ਸਾਲ ਦਾ ਅਮਾਊਂਟ ਹੈ ਤਾਂ ਪ੍ਰਿੰਸੀਪਲ ਤੋਂ 2 ਵਾਰੀ ਕਰ ਦਿਓ, ਅਮਾਊਂਟ ਦੇ ਬਰਾਬਰ ਪ੍ਰਿੰਸੀਪਲ ਨਿਕਲ ਆਊਗਾ। ਇਹ ਸਾਡਾ ਕੁਐਸਚਨ ਜੇ ਕਿਤੇ ਪ੍ਰਿੰਸੀਪਲ ਪੁੱਛਿਆ ਹੁੰਦਾ, ਰੇਟ ਤਾਂ ਬਹੁਤ ਈਜ਼ੀਲੀ ਕੱਢਣਾ ਹੁੰਦਾ ਹੈਗਾ, ਰੇਟ ਨਿਕਲ ਜਾਂਦਾ। ਅਗਲਾ ਕੁਐਸਚਨ ਮੈਂ ਸਿਮਿਲਰ ਲੈ ਕੇ ਆਇਆ ਬੱਚੇ ਪ੍ਰੈਕਟਿਸ ਦੇ ਲਈ। ਅ ਸਮ ਆਫ ਮਨੀ ਅਮਾਊਂਟਸ ਟੂ 2809 ਰੁਪਏ ਇਨ 2 ਇਅਰਸ ਐਂਡ 2977.54 ਇਨ 3 ਇਅਰਸ
फाइंड द सम। इस क्वेश्चन च मैं क्या जी प्रिंसीपल कड्डो, तो बच्चे प्रिंसीपल कड्डण दा मतलब सानू पहला रेट ऑफ इंटरस्ट कड्डना ही पैना जिवें पिछले क्वेश्चन च कीता। तो एग्जामिनर कहता कोई प्रिंसीपल है 2 सालों च वो 2809 बन गया तो 3 सालों च वो 2977.54 बन गया। एग्जामिनर ने प्रिंसीपल पूछे तो प्रिंसीपल तो पहले आप रेट ऑफ इंटरस्ट कड्डांगे। तो बच्चे कितना इंटरस्ट जुड़िया आ माइनस करके देख लांगे। माइनस करके आ गया 2900 चो 2800 गए 100, 77 चो 9 गए 68.54, 168.54 इन्ना इंटरस्ट जुड़िया। हुण जां तां तुसीं ओह परसेंटेज कढ लो 168.54 बटे 2809 मैं कढ के दिखा दिना। जे किसी बच्चे की कैलकुलेशन थोड़ी जी चंगी हैगी आ, मैं क्या बिना पैन तो मैं दसा किन्ने परसेंट बनया बच्चे 1% की वैल्यू 28 रुपए, क्योंकि आप जिहड़ा जिन्ना भी इंटरस्ट है वो प्रिंसिप ये उत्ते है ना, ये अपने आप 100% था। 1% की वैल्यू 28 रुपए बनी ना, कुछ 28 रुपए बनी। 28 का किन्ने गुणा 168 है, 28 का 5 गुणा 140, 28 का 6 गुणा 168, वो 09 का 6 गुणा 54 भी पे सामने, तो पूरे 6 गुणा मतलब 6% है। तो बच्चे रेट ऑफ इंटरस्ट तो आ गया सीधा 6% पर एनम। जे तुसी कैलकुलेट करना तो 168.54 का इंटरस्ट है 2809 के उत्ते, परसेंटेज कड्ढण लई मल्टीप्लाई 100। आ जिहड़ा डेसीमल लग गया आ डेसीमल थल्ले 00 चल जू, पूरा 100 कट्टिया जाऊगा तो 168 54 2809 देख के पता लगता है 6 के टेबल च सीधा 6 गुणा हो रहा है। तो 6% रेट ऑफ इंटरस्ट आ गया। रेट ऑफ इंटरस्ट 6% आ गया तो बच्चे तुहाडा प्रिंसीपल की बनूगा। 6% की फ्रैक्शन की हुंदी आ 106/100, 6% तो अमाउंट 106/100 बन जूगा ना बच्चे। 106/100 का मतलब 53/50। 6% रेट ऑफ इंटरस्ट का मतलब अमाउंट 106% बन गया 106/100 यानी कि 53/50। तो बच्चे तुहाडा प्रिंसीपल एक साल च 53/50 इंटू दूजे साल च 53/50 ओह अमाउंट बन गया 2809। तो तुहानू प्रिंसीपल पूछा गया था 2809 इंटू दोहें 50 उपर चल जाएंगे, दोहें 53 थल्ले रह जाएंगे। 53 का स्क्वायर 2809 होंगे, पूरा 2809 कट्टिया गया 50 गुणा 50 2500 तुहाडा आंसर आ जाऊगा इस क्वेश्चन का। बच्चे ये तो सौखा कुछ नहीं हैगा। कैलकुलेशन देख लियो, जे कैलकुलेशन ते थोड़ा जिहा काबू बन रहा है तुहाडा, जे कैलकुलेशन तुहाडे कंट्रोल च है, इन्ना तो सौखा कुछ हो ही नहीं सकता। आपदा कैलकुलेशन ते थोड़ा जिहा काम करी जाओ, बाकी कड्ढण पाउण नूं कुछ नहीं हैगा। मैं 1 मिनट दे विच पानी पी ला, उन्ने टाइम दे विच तुसीं इस क्वेश्चन नूं जां इस क्वेश्चन की कैलकुलेशन नूं देख सकते हो। हाँ जी बच्चे, अगला क्वेश्चन ये अपने पेपर का क्वेश्चन है, बहुत ईजी क्वेश्चन है। एग्जामिनर कहता टोटल वेजिज फॉर ए वर्क इज 1280। किसी काम नूं करन दी कीमत 1280 रुपए दित्ती जानी है। ए अलोन कैन डू अप वर्क इन 8 डेज। ए कल्ला उस काम नूं 8 दिनां च करदा है, वाइल बी अलोन कैन डू इट इन 12 डेज। ते बी कल्ला उस काम नूं 12 दिनां च कर दिंदा है। जिहड़ा भी काम है जिन्हों करने के बदले 1280 रुपए दिते जाने हैं, ए कल्ला उस काम 8 दिनों करता, बी कल्ला उस काम 12 दिनों करता। एग्जामिनर कहता इफ ए एंड बी वर्क ऑन ऑल्टरनेट डेज, जे ऑल्टरनेट डेज ते काम करन दैन फाइंड द शेयर ऑफ ए। तो दसो 1280 चो ए नूं किन्ने मिले, बी नूं किन्ने मिले वो भी दस सकते हैं। तो बच्चे देखो ध्यान नाल, मैं कुछ चीज़ का ब्रीफ लिख रहा फिर समझाऊंगा। ए कल्ला उस काम 8 दिनों कर पा रहा है, कहते जी बी कल्ला उस काम 12 दिनों कर दिंदा। तो कम किन्ना, कम आप लवांगे 8 ते 12 का एलसीएम, तो 8 ते 12 का एलसीएम आ गया 24। तो ध्यान नाल देखो जी 24 टॉफियां ने, ध्यान नाल देखो 24 टॉफियां ने, टोटल वर्क 24 टॉफियां। ए 8 दिनों 24 टॉफियां खांदा तो डेली 3 खांदा होगा, ए दी एफिशिएंसी आ गई 3। बी 12 दिनों 24 टॉफियां खांदा डेली 2 खांदा हो, बी दी एफिशिएंसी आ गई 2। बच्चे जे तो हुण मैं समझाउण लग्या फिर सॉल्व करवाऊंगा, जे तो यह इकट्ठे काम करन लग जांदे तो जिद्दन मर्जी नबेड़न इकट्ठे काम कर रहे हैं, फिर जिद्दन मर्जी नबेड़न काम हमेशा 3:2 दे विच ही करते जाणगे। जे इकट्ठे काम करते तो हमेशा ही काम 3:2 च रहना है, तो पूरा पैसा 3:2 दे विच वंड दिंदे आपां। पर हुण क्योंकि यह इकट्ठे नहीं काम कर रहे, हुण यह ऑल्टरनेट डेज ते काम कर रहे हैं, तो हुण काम मतलब पैसा 3:2 च नहीं वंडिया जाऊगा, पैसा वंडिया जाऊगा 24 दे विच्चों किन्नियां टॉफियां ए ने खादियां किन्नियां बी ने खादियां, पैसा उस रेशो च वंडिया जाऊगा। तो ऑल्टरनेट डेज से जिमें काम करवाने करवाओ, पहले दिन ए, दूजे दिन बी, तीजे दिन फिर ए, चौथे दिन बी, पंजवें दिन ए, छेवें दिन बी। तो 2 दिन का काम रिपीट होंदा जाऊगा, 2 दिन च ए ते बी, अगले 2 दिन च ए ते बी, अगले 2 दिन च ए ते बी, तो 2 दिन का काम रिपीट हो रहा है। तो बच्चे पहले दिन ए किन्नियां टॉफियां खा लूगा, 3 टॉफियां।
ਦੂਜੇ ਦਿਨ B ਕਿੰਨੀਆਂ ਟੋਫੀਆਂ ਖਾ ਲੂਗਾ 2 ਟੋਫੀਆਂ, ਤੀਜੇ ਦਿਨ A ਫਿਰ 3 ਟੋਫੀਆਂ, ਚੌਥੇ ਦਿਨ B ਫਿਰ 2 ਟੋਫੀਆਂ। ਤਾਂ ਬੱਚੇ ਜਿਹੜਾ ਤੁਹਾਡਾ 2 ਦਿਨ ਦਾ ਕੰਮ ਰਿਪੀਟ ਹੋ ਰਿਹਾ ਉਹ ਚੱਕ ਲਓ ਜੀ। ਉਹ ਕੀ ਬਣ ਰਿਹਾ ਹੈਗਾ 3 ਤੇ 2 5 ਟੋਫੀਆਂ 2 ਦਿਨਾਂ ਦੇ ਵਿੱਚ ਖਾਧੀਆਂ ਜਾ ਰਹੀਆਂ ਨੇ। ਤਾਂ ਜਿਹੜੀ ਰੈਪੀਟੀਸ਼ਨ ਬਣਨੀ ਆ ਉਹ ਚੱਕ ਲਿਆ ਆਪਾਂ 5 ਟੋਫੀਆਂ ਖਾ ਰਹੇ ਨੇ 2 ਦਿਨਾਂ 'ਚ, ਤਾਂ 10 ਟੋਫੀਆਂ ਖਾਣਗੇ 4 ਦਿਨਾਂ 'ਚ, 15 ਖਾਣਗੇ 6 ਦਿਨਾਂ ਦੇ ਵਿੱਚ। ਆਪਾਂ 24 ਟੋਫੀਆਂ ਖਵਾਉਣੀਆਂ ਨੇ, ਜਾਂ ਤਾਂ ਕਿਤੇ 5 ਦਾ ਸਿੱਧਾ ਮਲਟੀਪਲ ਹੁੰਦਾ 24, ਤਾਂ 5 ਦਾ ਜਿੰਨਾ ਮਲਟੀਪਲ 24 ਬਣਦਾ 2 ਦਾ ਉਨਾ ਮਲਟੀਪਲ ਕਰਕੇ ਆਨਸਰ ਆ ਜਾਂਦਾ ਕੁਛ ਉਵੇਂ, ਜੇ ਆਪਾਂ ਟਾਈਮ ਕੱਢਣਾ ਹੁੰਦਾ। ਪਰ ਹੁਣ ਕੀ ਹੋ ਰਿਹਾ ਹੈਗਾ, ਹੁਣ ਬੱਚੇ 5 ਦਾ ਕਿੰਨਾ ਮਲਟੀਪਲ ਹੈ 24 ਤਾਂ ਬਣਦਾ ਨਹੀਂ, ਤਾਂ 24 ਦੇ ਸਭ ਤੋਂ ਨੇੜੇ ਜਾਓ 20 ਬਣਾਓ, ਤਾਂ 5 ਦਾ ਚੌਥਾ ਮਲਟੀਪਲ 20 ਬਣ ਜੂਗਾ। ਤਾਂ 5 ਦਾ ਚੌਥਾ ਮਲਟੀਪਲ 20, 2 ਦਾ ਚੌਥਾ ਮਲਟੀਪਲ 8 ਦਿਨ। ਤਾਂ ਇਹ ਬਣ ਗਿਆ ਬੱਚੇ 20 ਦਿਨਾਂ ਦੇ ਵਿੱਚ 20 ਟੋਫੀਆਂ 8 ਦਿਨਾਂ ਦੇ ਵਿੱਚ ਖਾਧੀਆਂ ਗਈਆਂ। 20 ਟੋਫੀਆਂ ਤਾਂ ਖਾਧੀਆਂ ਗਈਆਂ 3:2 ਦੇ ਵਿੱਚ, A ਤੇ B 20 ਟੋਫੀਆਂ ਤਾਂ ਖਾਧੀਆਂ ਗਈਆਂ 3:2 ਦੇ ਵਿੱਚ। ਇਹਨਾਂ ਡਿਟੇਲ 'ਚ ਵੀ ਲਿਖਣ ਦੀ ਲੋੜ ਨਹੀਂ ਕਿਉਂਕਿ ਆਪਾਂ ਟੋਫੀਆਂ ਕੱਢਣੀਆਂ ਨੇ। ਤਾਂ ਉਹ 20 ਟੋਫੀਆਂ 3:2 ਦੇ ਵਿੱਚ ਕਿੰਨੀਆਂ ਬਣੀਆਂ 12 ਇਹਦੀਆਂ 8 ਇਹਦੀਆਂ, 12 ਤੇ 8 ਹੋ ਗਈਆਂ। ਅਗਲੇ ਦਿਨ ਫਿਰ A ਨੇ ਕੰਮ ਕਰਨਾ, ਇਹਨੇ 3 ਟੋਫੀਆਂ ਖਾ ਲੈਣੀਆਂ ਨੇ, 23 ਟੋਫੀਆਂ ਹੋ ਗਈਆਂ। ਉਹਦੇ ਲਈ 1 ਟੋਫੀ ਬਚੀ, ਉਹਦੇ ਲਈ ਸਿਰਫ 1 ਟੋਫੀ, ਕਿਉਂਕਿ ਟੋਟਲ ਟੋਫੀਆਂ 24 ਨੇ। ਬੱਚੇ ਇੰਨਾ ਵੀ ਲਿਖਣ ਦੀ ਲੋੜ ਨਹੀਂ ਸੀ ਹੈਗੀ। ਆ ਤਾਂ ਆਪਾਂ ਤਾਂ ਸੋਲਵ ਕਰਦੇ ਜੇ ਆਪਾਂ ਟਾਈਮ ਕੱਢਣਾ ਹੁੰਦਾ, ਕਿਉਂਕਿ ਇਸ ਕੁਐਸਚਨ 'ਚ ਤਾਂ ਆਪਾਂ ਟਾਈਮ ਕੱਢਣਾ ਹੀ ਨਹੀਂ ਸੀ। ਤਾਂ ਇਹ ਤੁਸੀਂ ਨਹੀਂ ਵੀ ਲਿਖੋਗੇ ਸਰ ਜੂਗਾ। ਮੈਂ ਵੀ ਹੁਣ ਰਿਅਲਾਈਜ਼ ਕੀਤਾ ਕਿ ਲਿਖੇ ਬਿਨਾਂ ਸਰਦਾ। ਸਿੱਧਾ ਇੱਥੇ ਆਓ, ਕਿਉਂਕਿ ਆਪਾਂ ਜਿਹੜੇ ਪੈਸੇ ਵੰਡਣੇ ਆ ਉਹ ਪੈਸੇ ਵੰਡੇ ਜਾਣਗੇ ਜਿਹੜੀ ਰੇਸ਼ੋ 'ਚ ਟੋਫੀਆਂ ਖਾਧੀਆਂ, ਬਸ ਸਿੱਧਾ 24 ਨੂੰ ਵੰਡੋ। 3 ਤੇ 2 3 ਤੇ 2 3 ਤੇ 2 3 ਤੇ 2 ਕਰਦੇ ਨੇ, ਤਾਂ 3 ਤੇ 2 ਦਾ ਟੋਟਲ 5 ਬਣ ਗਿਆ। ਤਾਂ 5 ਦਾ ਕਿੰਨੇ ਗੁਣਾ 24 ਬਣਦਾ 4 ਗੁਣਾ 20 ਬਣਦਾ। ਤਾਂ 4 ਗੁਣਾ ਕੀਤਾ 3 ਦਾ 12, 4 ਗੁਣਾ ਕੀਤਾ 2 ਦਾ 8, 12 ਤੇ 8 ਟੋਫੀਆਂ। ਫਿਰ ਅਗਲੇ ਦਿਨ ਇਹਨੇ 3 ਟੋਫੀਆਂ ਖਾ ਲਈਆਂ, 23 ਹੋ ਗਈਆਂ। 1 ਬਚ ਗਈ 24 'ਚੋਂ, ਉਹ ਇਹਨੇ ਖਾਣੀਆਂ, ਕੰਮ ਨਿਬੜ ਗਿਆ। ਤਾਂ ਕੰਮ ਨਿਬੜਨ ਤੱਕ ਇਹਨਾਂ ਨੇ ਟੋਫੀਆਂ ਖਾਧੀਆਂ 15 ਤੇ 9, 15 ਤੇ 9 ਟੋਫੀਆਂ ਖਾਧੀਆਂ। ਤਾਂ ਪੈਸੇ ਵੀ 15 ਤੇ 9 ਦੀ ਰੇਸ਼ੋ 'ਚ ਵੰਡੇ ਜਾਣਗੇ ਜੀ। ਇਹਦੀ ਲੋੜ ਨਹੀਂ ਸੀ। ਪੈਸੇ ਵੀ 15 ਤੇ 9 ਦੀ ਰੇਸ਼ੋ 'ਚ ਵੰਡੇ ਜਾਣਗੇ। 15 ਤੇ 9 ਦੀ ਰੇਸ਼ੋ ਕੀ ਬਣ ਗਈ ਤੁਹਾਡੀ 5:3। 5:3 ਤਾਂ ਪੈਸੇ ਵੀ 5:3 'ਚ ਵੰਡਾਂਗੇ। ਪੈਸੇ 5:3 ਦੇ ਵਿੱਚ ਵੰਡਣ ਦਾ ਮਤਲਬ ਜੇ ਟੋਟਲ 8 ਰੁਪਏ ਵੰਡਣੇ ਆ ਤਾਂ 5 ਰੁਪਏ A ਨੂੰ ਮਿਲਣਗੇ। ਆਪਾਂ A ਦਾ ਸ਼ੇਅਰ ਫਾਈਂਡ ਕਰਨਾ। ਜੇ ਟੋਟਲ 8 ਰੁਪਏ ਵੰਡਣੇ ਆ ਤਾਂ 5 ਰੁਪਏ A ਨੂੰ ਮਿਲਣਗੇ। ਪਰ 8 ਦੀ ਵੈਲਿਊ ਕਿੰਨੀ ਹੈ 1280। 8 ਦੀ ਵੈਲਿਊ 1280 ਦਾ ਮਤਲਬ 160 ਗੁਣਾ, ਤਾਂ ਇਹਦਾ ਵੀ 160 ਗੁਣਾ ਕਰ ਦਿਓ। 5 ਦਾ 160 ਗੁਣਾ ਕਰਕੇ A ਨੂੰ ਮਿਲਣਗੇ 800 ਰੁਪਏ। ਤਾਂ ਇਹਦਾ ਆਨਸਰ ਆ ਜਾਊਗਾ ਬੱਚੇ ਤੁਹਾਡਾ ਫਸਟ ਆਪਸ਼ਨ 800 ਰੁਪਏ। ਤਾਂ ਪੈਸੇ ਹਮੇਸ਼ਾ ਵੰਡੇ ਜਾਂਦੇ ਜਿਹੜੀ ਰੇਸ਼ੋ ਦੇ ਵਿੱਚ ਟੋਟਲ ਕੰਮ ਕੀਤਾ। ਤਾਂ ਆਪਾਂ ਟੋਟਲ ਕੰਮ ਵੰਡ ਲਿਆ। 24 ਟੋਫੀਆਂ ਕਿਵੇਂ ਖਾਧੀਆਂ, ਇੱਕ ਦਿਨ ਖਾਣੀਆਂ ਨੇ। ਤਾਂ 3 ਟੋਫੀਆਂ A ਨੇ, ਅਗਲੇ ਦਿਨ 2 ਟੋਫੀਆਂ B ਨੇ, 3 ਤੇ 2, ਫਿਰ 3 2, ਫਿਰ 3 2। 5 ਨੂੰ ਵੰਡਦੇ ਜਾਣਾ ਤਾਂ 24 ਤਾਂ 5 ਤੇ ਵੰਡਿਆ ਨਹੀਂ ਜਾਂਦਾ, 24 ਦੇ ਵਿੱਚ 20 ਵੰਡਿਆ ਜਾਂਦਾ। ਤਾਂ 20 ਨੂੰ ਵੰਡਿਆ 3:2 'ਚ ਤਾਂ 12 ਤੇ 8 ਆ ਗਿਆ। ਫਿਰ ਅਗਲੇ ਦਿਨ ਇਹਨੇ 3 ਟੋਫੀਆਂ ਖਾਧੀਆਂ, 15 ਹੋ ਗਈਆਂ। 1 ਟੋਫੀ ਬਚੀ ਕਿਉਂਕਿ 23 ਹੋ ਗਿਆ, ਤਾਂ ਉਹ ਇਹਨੇ ਖਾ ਲਈ। ਤਾਂ ਕੁੱਲ 15 ਇਹਨੇ ਖਾਧੀਆਂ, 9 ਇਹਨੇ ਖਾਧੀਆਂ, 5:3 'ਚ। ਤਾਂ ਪੈਸਾ ਵੀ 5:3 'ਚ ਵੰਡਿਆ ਜਾਊਗਾ। ਬੱਚੇ ਆਹ ਕੁਐਸਚਨ ਹੈ ਤੁਹਾਡਾ। ਤਾਂ ਇਹ ਤੁਹਾਡਾ ਵਰਕ ਐਂਡ ਵੇਜਿਸ ਦਾ ਕੁਐਸਚਨ ਸੀ। ਵੈਸੇ ਟਾਈਮ ਐਂਡ ਵਰਕ ਦਾ ਕੁਐਸਚਨ ਹੈ, ਪਰ ਆਪਾਂ ਕਿਉਂਕਿ ਵੇਜਿਸ ਡਿਵਾਈਡ ਕਰਨੇ ਤਾਂ ਵਰਕ ਐਂਡ ਵੇਜਿਸ ਦਾ ਕੁਐਸਚਨ ਹੈ। ਆ ਤੁਹਾਡੇ ਪੇਪਰ ਦਾ ਕੁਐਸਚਨ ਹੈ। ਅ ਟ੍ਰੇਨ ਮੂਵਿੰਗ ਵਿਦ ਯੂਨੀਫਾਰਮ ਸਪੀਡ ਕ੍ਰੋਸਿਸ ਅ ਪੋਲ ਇਨ 2 seconds ਐਂਡ 250 ਮੀਟਰ ਲੰਬਾ ਬ੍ਰਿਜ ਇਨ 7 seconds। ਐਗਜ਼ਾਮੀਨਰ ਕਹਿੰਦਾ ਆ ਇੱਕ ਟ੍ਰੇਨ ਜਾ ਰਹੀ ਆ, ਕਿਸੇ ਸਪੀਡ ਤੇ। ਉਹ ਇੱਕ ਪੋਲ ਤਾਂ ਖੰਭਾ ਹੁੰਦਾ, ਉਹਦੀ ਤਾਂ ਕੋਈ ਲੰਬਾਈ ਨਹੀਂ ਹੁੰਦੀ। ਐਂ ਤਾਂ ਨਹੀਂ ਹੁੰਦਾ ਵੀ ਖੰਭਾ ਇੱਥੋਂ ਸ਼ੁਰੂ ਹੋਇਆ ਉਹ ਪਤਾ ਨਹੀਂ 40 ਮੀਟਰ ਲੰਬਾ ਖੰਭਾ ਹੀ ਆ। ਖੰਭੇ ਦੀ ਤਾਂ ਹਾਈਟ ਹੋ ਸਕਦੀ, ਲੰਬਾਈ ਤਾਂ ਕੋਈ ਨਹੀਂ ਨਾ ਹੁੰਦੀ। ਤਾਂ ਆਹ ਪੋਲ ਹੈ, ਟ੍ਰੇਨ ਉਹਨੂੰ 2 ਸਕਿੰਟਾਂ 'ਚ ਕ੍ਰੋਸ ਕਰਦੀ ਹੈ। ਤੇ ਸਭ ਨੂੰ ਪਤਾ ਪੋਲ ਹਿੱਲਦਾ ਨਹੀਂ ਹੈਗਾ। ਤੇ ਉਹੀ ਟ੍ਰੇਨ 250 ਮੀਟਰ ਲੰਬੇ ਬ੍ਰਿਜ ਨੂੰ 7 ਸਕਿੰਟਾਂ ਦੇ ਵਿੱਚ ਕ੍ਰੋਸ ਕਰਦੀ ਹੈ। ਤਾਂ ਫਾਈਂਡ ਦਾ ਲੈਂਥ ਆਫ ਦਾ ਟ੍ਰੇਨ। ਆਪਾਂ ਬੱਚੇ ਟ੍ਰੇਨ ਦੀ ਲੈਂਥ ਫਾਈਂਡ ਕਰਨੀ ਹੈ। ਇੱਕ ਗੱਲ ਮੈਂ ਮੰਨ ਕੇ ਚੱਲਦਾ ਕਿ ਸਾਰਿਆਂ ਨੂੰ ਪਤਾ ਹੋਊਗੀ ਕਿ ਟ੍ਰੇਨ ਚਾਹੇ ਪੋਲ ਨੂੰ ਕ੍ਰੋਸ ਕਰੇ, ਬ੍ਰਿਜ ਨੂੰ ਕ੍ਰੋਸ ਕਰੇ, ਪਲੇਟਫਾਰਮ ਨੂੰ ਕ੍ਰੋਸ ਕਰੇ, ਮੈਨ ਨੂੰ ਕ੍ਰੋਸ ਕਰੇ, ਜਾਂ ਟ੍ਰੇਨ ਕਿਸੇ ਦੂਜੀ ਟ੍ਰੇਨ ਨੂੰ ਕ੍ਰੋਸ ਕਰੇ, ਹਮੇਸ਼ਾ ਟੋਟਲ ਡਿਸਟੈਂਸ ਕੀ ਲਿਆ ਜਾਂਦਾ। ਇਹ ਮੈਂ ਮੰਨ ਕੇ ਚੱਲਦਾ ਕਿ ਸਾਰਿਆਂ ਨੂੰ ਪਤਾ ਹੋਊ। ਟੋਟਲ ਡਿਸਟੈਂਸ ਲਿਆ ਜਾਂਦਾ ਟ੍ਰੇਨ ਦੀ ਲੈਂਥ ਪਲੱਸ ਸੈਕਿੰਡ ਆਬਜੈਕਟ ਦੀ ਲੈਂਥ। ਤਾਂ ਟ੍ਰੇਨ ਦੀ ਲੈਂਥ ਤਾਂ ਲੈਣੀ ਹੈ, ਪਰ ਜਦੋਂ ਸੈਕਿੰਡ ਆਬਜੈਕਟ ਪੋਲ ਹੈ
ਉਹਦੀ ਤਾਂ ਆਪਣੀ ਕੋਈ ਲੈਂਥ ਨਹੀਂ ਹੈਗੀ, ਤਾਂ ਉਸ ਕੇਸ 'ਚ ਤਾਂ ਟੋਟਲ ਲੈਂਥ ਟ੍ਰੇਨ ਦੀ ਲੈਂਥ ਹੀ ਹੈ, ਟੋਟਲ ਡਿਸਟੈਂਸ ਟ੍ਰੇਨ ਦੀ ਲੈਂਥ ਹੀ ਹੈ। ਪਰ ਜਿਹੜੇ ਕੇਸ ਦੇ ਵਿੱਚ ਸੈਕਿੰਡ ਆਬਜੈਕਟ ਇਹੋ ਜਿਹਾ ਜਿਹਦੀ ਆਪਣੀ ਕੋਈ ਲੈਂਥ ਹੈ, ਬ੍ਰਿਜ 250 ਮੀਟਰ ਦਾ, ਉਦੋਂ ਟੋਟਲ ਡਿਸਟੈਂਸ ਕੀ ਹੋਊਗਾ? ਟ੍ਰੇਨ ਦੀ ਲੈਂਥ ਪਲੱਸ 250 ਮੀਟਰ ਬ੍ਰਿਜ ਦੀ ਲੈਂਥ। ਤਾਂ ਇਹ ਗੱਲ ਹੈ ਬੱਚੇ। ਤਾਂ ਸਪੀਡ ਦੇ ਮਾਮਲੇ 'ਚ ਗੱਲ ਕਰਦੇ ਆ, ਨਾ ਪੋਲ ਹਿੱਲਦਾ ਨਾ ਬ੍ਰਿਜ ਨੇ ਹਿੱਲਣਾ, ਸਪੀਡ ਹਮੇਸ਼ਾ ਰਿਲੇਟਿਵ ਸਪੀਡ ਲਈ ਜਾਂਦੀ ਹੈ। ਪਰ ਕਿਉਂਕਿ ਦੂਜਾ ਆਬਜੈਕਟ ਮੂਵ ਹੀ ਨਹੀਂ ਕਰ ਰਿਹਾ, ਤਾਂ ਟ੍ਰੇਨ ਦੀ ਸਪੀਡ ਹੀ ਪਹਿਲੇ ਕੇਸ 'ਚ, ਟ੍ਰੇਨ ਦੀ ਸਪੀਡ ਹੀ ਦੂਜੇ ਕੇਸ 'ਚ ਲਈ ਜਾਊਗੀ। ਤਾਂ ਇੱਥੋਂ ਕੀ ਕਲੀਅਰ ਹੋਇਆ? ਦੋਨਾਂ ਕੇਸਿਸ ਦੇ ਵਿੱਚ, ਚਾਹੇ ਟ੍ਰੇਨ ਪੋਲ ਨੂੰ ਕ੍ਰੋਸ ਕਰ ਰਹੀ ਹੈ, ਚਾਹੇ ਟ੍ਰੇਨ ਬ੍ਰਿਜ ਨੂੰ ਕ੍ਰੋਸ ਕਰ ਰਹੀ ਹੈ, ਦੋਨਾਂ ਕੇਸਾਂ ਦੇ ਵਿੱਚ ਸਪੀਡ ਸੇਮ ਹੈ। ਦੋਨਾਂ ਕੇਸਾਂ 'ਚ ਸਪੀਡ ਸੇਮ ਦਾ ਮਤਲਬ, ਦੋਨਾਂ ਕੇਸਾਂ 'ਚ ਸਪੀਡ ਸੇਮ ਦਾ ਮਤਲਬ ਇੱਕ ਤਾਂ ਇਹ ਹੋ ਗਿਆ ਕਿ ਡਿਸਟੈਂਸ ਅਪੋਨ ਟਾਈਮ ਸੇਮ ਕਰ ਦੋ। ਤਾਂ ਇੱਕ ਤਾਂ ਉਹ ਕਰ ਸਕਦੇ ਹੋ ਕਿ ਡਿਸਟੈਂਸ ਅਪੋਨ ਟਾਈਮ, ਪਹਿਲੇ ਕੇਸ 'ਚ ਟ੍ਰੇਨ ਦੀ ਲੈਂਥ ਡਿਸਟੈਂਸ ਹੈ ਕਿਉਂਕਿ ਪੋਲ ਦੀ ਤਾਂ ਕੋਈ ਲੈਂਥ ਨਹੀਂ, ਡਿਵਾਈਡ ਬਾਈ ਟਾਈਮ 2। ਦੂਜੇ ਕੇਸ 'ਚ ਟ੍ਰੇਨ ਦੀ ਲੈਂਥ ਪਲੱਸ 250 ਮੀਟਰ ਡਿਸਟੈਂਸ ਹੈ, ਡਿਵਾਈਡ ਬਾਈ 7। ਇਹਨੂੰ ਸੋਲਵ ਕਰ ਸਕਦੇ ਹੋ, 7t ਆ ਗਿਆ 2t ਪਲੱਸ 500 ਦੇ ਬਰਾਬਰ, ਤਾਂ 2t ਮਾਈਨਸ ਹੋ ਜੂ, 5t ਰਹਿ ਗਿਆ, 5t 500 ਹੈ ਤਾਂ t ਦੀ ਵੈਲਿਊ 100 ਆ ਗਈ। ਇੱਕ ਤਾਂ ਆਹ ਤਰੀਕਾ ਹੈਗਾ ਡਿਸਟੈਂਸ ਕੱਢਣ ਦਾ, 100 ਮੀਟਰ ਆਨਸਰ ਆ ਜਾਊਗਾ ਤੁਹਾਡਾ। ਦੂਜਾ ਤਰੀਕਾ ਇਹ ਹੈ, ਜੇ ਤੁਸੀਂ ਇੰਨਾ ਵੀ ਪੈਨ ਨਹੀਂ ਚੱਕਣਾ, ਦਿਮਾਗ 'ਚ ਹੀ ਕਰਨਾ, ਮੈਂ ਉਹ ਵੀ ਦੱਸਦਾ। ਤਾਂ ਉਹਦੇ ਲਈ ਤੁਸੀਂ ਇਹ ਦੇਖੋ, ਟ੍ਰੇਨ ਜਦੋਂ ਪੋਲ ਨੂੰ ਕ੍ਰੋਸ ਕਰ ਰਹੀ ਹੈ ਉਦੋਂ ਮਤਲਬ ਉਹ ਆਪਣੀ ਲੈਂਥ ਨੂੰ ਕ੍ਰੋਸ ਕਰ ਰਹੀ ਹੈ, ਕਿਉਂਕਿ ਪੋਲ ਦੇ ਕੇਸ 'ਚ ਟੋਟਲ ਡਿਸਟੈਂਸ ਟ੍ਰੇਨ ਦੀ ਲੈਂਥ ਲੈਣੀ ਹੈ। ਤੇ ਜਦੋਂ ਉਹ ਬ੍ਰਿਜ ਨੂੰ ਕ੍ਰੋਸ ਕਰ ਰਹੀ ਹੈ ਉਦੋਂ ਉਹ ਆਪਣੀ ਲੈਂਥ ਪਲੱਸ ਬ੍ਰਿਜ ਦੀ ਲੈਂਥ 250 ਮੀਟਰ ਨੂੰ ਕ੍ਰੋਸ ਕਰ ਰਹੀ ਹੈ। ਤਾਂ ਆਪਣੀ ਲੈਂਥ ਤਾਂ ਉਹਨੇ 2 ਸਕਿੰਟਾਂ 'ਚ ਕ੍ਰੋਸ ਕਰਤੀ, ਤਾਂ ਬ੍ਰਿਜ ਦੇ ਕੇਸ 'ਚ ਆਪਣੀ ਲੈਂਥ 2 ਸਕਿੰਟਾਂ 'ਚ, ਜਿਹੜਾ 5 ਸਕਿੰਟ ਉੱਤੇ ਸਮਾਂ ਲੈ ਲਿਆ, 2 ਤੋਂ 5 ਸਕਿੰਟ ਉੱਤੇ ਸਮਾਂ ਲੈ ਲਿਆ, ਉਹ 250 ਮੀਟਰ ਲਈ ਹੈ ਨਾ। ਤਾਂ 5 ਸਕਿੰਟ ਦੇ ਵਿੱਚ ਉਹ 250 ਮੀਟਰ ਕ੍ਰੋਸ ਕਰ ਰਹੀ ਹੈ, ਤਾਂ ਆਪਣੀ ਲੈਂਥ ਉਹਨੇ 2 ਸਕਿੰਟਾਂ 'ਚ ਕ੍ਰੋਸ ਕੀਤੀ ਹੋਊਗੀ। ਤਾਂ 2 ਸਕਿੰਟਾਂ 'ਚ ਉਹ ਕਿੰਨੀ ਲੈਂਥ ਕ੍ਰੋਸ ਕਰੂਗੀ? ਇਹ ਟ੍ਰੇਨ ਦੀ ਲੈਂਥ ਹੋਊਗੀ 5 ਦੀ 50, 5 ਦੀ 250, ਤਾਂ 1 ਦੀ 50, 2 ਦੀ 100 ਮੀਟਰ ਆਨਸਰ ਆ ਜਾਊਗਾ। ਜੇ ਕਿਸੇ ਬੱਚੇ ਦੀ ਦਿਮਾਗ 'ਚ ਕੈਲਕੂਲੇਸ਼ਨ ਇਸ ਤਰ੍ਹਾਂ ਹੋ ਸਕਦੀ ਹੈ, ਇਹ ਤੋਂ ਸੌਖਾ ਕੋਈ ਤਰੀਕਾ ਨਹੀਂ ਹੈਗਾ, ਪੈਨ ਚੱਕਣ ਦੀ ਲੋੜ ਨਹੀਂ ਪੈਣੀ ਬੱਚੇ, 100 ਮੀਟਰ ਆਨਸਰ ਆ ਜਾਊਗਾ ਤੁਹਾਡਾ। ਸਮਝ ਆ ਗਿਆ ਜੀ ਸਾਰਿਆਂ ਨੂੰ? ਹਾਂਜੀ ਬੱਚੇ, ਅਗਲਾ ਕੁਐਸਚਨ, ਅ ਟ੍ਰੇਨ ਪਾਸਿਸ ਅ ਪਲੇਟਫਾਰਮ ਇਨ 36 ਸੈਕਿੰਡਸ। ਮਿਲਦਾ ਜੁਲਦਾ ਮੈਂ ਕੁਐਸਚਨ ਲੈ ਕੇ ਆਇਆ। ਪਿਛਲਾ ਕੁਐਸਚਨ ਜਿਹੜਾ ਆਪਾਂ ਸੋਲਵ ਕੀਤਾ 100 ਮੀਟਰ, ਉਹ ਆਪਣੇ ਪੇਪਰ ਦਾ ਕੁਐਸਚਨ ਹੈ। ਅਗਲਾ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ, a train passes a platform in 36 seconds and a man standing on the platform in 20 seconds। कोई ट्रेन है, ਉਹ ਇੱਕ ਪਲੇਟਫਾਰਮ ਨੂੰ ਤਾਂ ਕ੍ਰੋਸ ਕਰ ਰਹੀ ਹੈ 36 ਸਕਿੰਟਾਂ ਦੇ ਵਿੱਚ। ਇੱਕ ਟ੍ਰੇਨ ਹੈ, ਯੂਨੀਫਾਰਮ ਸਪੀਡ ਤੇ ਜਾ ਰਹੀ ਹੈ, ਉਹ ਇੱਕ ਪਲੇਟਫਾਰਮ ਨੂੰ 36 ਸਕਿੰਟਾਂ 'ਚ ਕ੍ਰੋਸ ਕਰਦੀ ਹੈ, ਤੇ ਪਲੇਟਫਾਰਮ ਤੇ ਖੜੇ ਇੱਕ ਬੰਦੇ ਨੂੰ 20 ਸਕਿੰਟਾਂ 'ਚ ਕ੍ਰੋਸ ਕਰ ਰਹੀ ਹੈ। ਇਹ ਦਿੱਤਾ ਹੋਇਆ ਸਾਨੂੰ। ਉਹ ਕਹਿੰਦੇ ਜੇ ਟ੍ਰੇਨ ਦੀ ਸਪੀਡ 54 ਕਿਲੋਮੀਟਰ ਪਰ ਆਰ ਹੈ ਤਾਂ ਟ੍ਰੇਨ ਦੀ ਉਹਦੀ ਲੈਂਥ ਦੱਸੋ। ਜੇ ਟ੍ਰੇਨ ਦੀ ਸਪੀਡ 54 ਕਿਲੋਮੀਟਰ ਪਰ ਆਰ ਹੈ ਤਾਂ ਇਹਦੀ ਲੈਂਥ ਦੱਸੋ ਪਲੇਟਫਾਰਮ ਦੀ ਕੀ ਹੈ। ਬੱਚੇ ਆਹ ਕੁਐਸਚਨ ਹੈ। ਤਾਂ ਮਿਲਦਾ ਜੁਲਦਾ ਕੁਐਸਚਨ ਹੈ ਜਿਵੇਂ ਪਿਛਲਾ ਕੀਤਾ ਹੈ। ਘੱਟ ਤੋਂ ਘੱਟ ਪੈਨ ਚੱਕ ਕੇ ਦੱਸਦਾ ਵੀ ਦਿਮਾਗ 'ਚ ਕੀ ਹੋ ਜਾਊਗਾ। ਟ੍ਰੇਨ ਦੀ ਸਪੀਡ, ਕਿਉਂਕਿ ਟ੍ਰੇਨ ਜਾਂ ਤਾਂ ਬੰਦੇ ਨੂੰ ਕ੍ਰੋਸ ਕਰਦੀ ਆ, ਉਹ ਡਾਟ ਲਾਇਆ ਹੋਇਆ ਪਲੇਟਫਾਰਮ ਤੇ ਖੜਾ, ਜਾਂ ਪਲੇਟਫਾਰਮ ਨੂੰ ਕ੍ਰੋਸ ਕਰਦੀ ਹੈ। ਪਲੇਟਫਾਰਮ ਦੇ ਮਾਮਲੇ 'ਚ ਸਭ ਨੂੰ ਪਤਾ ਕਿ ਪਲੇਟਫਾਰਮ ਮੂਵ ਨਹੀਂ ਕਰਦਾ, ਖੜਾ ਹੈਗਾ, ਤਾਂ ਉਹਦੇ ਕੇਸ 'ਚ ਤਾਂ ਟ੍ਰੇਨ ਦੀ ਸਪੀਡ ਹੀ ਸਪੀਡ ਹੋਊਗੀ। ਤੇ ਬੰਦਾ ਵੀ ਸਟੈਂਡਿੰਗ ਲਿਖਿਆ, ਮੂਵਿੰਗ ਰਨਿੰਗ ਨਹੀਂ ਲਿਖਿਆ, ਮੂਵਿੰਗ ਰਨਿੰਗ ਜਾਂ ਵਾਕਿੰਗ ਨਹੀਂ ਲਿਖਿਆ, ਉਹ ਖੜਾ ਹੈਗਾ। ਤਾਂ ਪਲੇਟਫਾਰਮ ਖੜਾ ਹੈ ਤਾਂ ਟ੍ਰੇਨ ਦੀ ਸਪੀਡ ਹੀ ਸਪੀਡ ਹੈ। ਬੰਦਾ ਵੀ ਖੜਾ ਹੈ ਤਾਂ ਉਹਦੇ ਕੇਸ 'ਚ ਵੀ ਟ੍ਰੇਨ ਦੀ ਸਪੀਡ ਹੀ ਸਪੀਡ ਹੈ। ਬੰਦੇ ਦੇ ਕੇਸ 'ਚ ਟ੍ਰੇਨ ਨੇ ਆਪਣੀ ਲੈਂਥ ਨੂੰ ਕ੍ਰੋਸ ਕਰਨਾ, ਤਾਂ ਟ੍ਰੇਨ ਦੀ ਜਿੰਨੀ ਵੀ ਲੈਂਥ ਹੈ ਉਹਨੇ ਉਹ 20 ਸਕਿੰਟਾਂ 'ਚ ਕ੍ਰੋਸ ਕੀਤੀ। ਤੇ ਪਲੇਟਫਾਰਮ ਦੇ ਕੇਸ 'ਚ ਆਪਣੀ ਪਲੱਸ ਪਲੇਟਫਾਰਮ ਦੀ ਲੈਂਥ 36 ਸਕਿੰਟਾਂ 'ਚ ਕ੍ਰੋਸ ਕੀਤੀ। ਤਾਂ ਉਹ 36 ਦੇ ਵਿੱਚੋਂ 20 ਸਕਿੰਟ 'ਚ ਤਾਂ ਉਹਨੇ ਟ੍ਰੇਨ ਨੇ ਆਪਣੀ ਲੈਂਥ ਨੂੰ ਕ੍ਰੋਸ ਕੀਤਾ, 16 ਸਕਿੰਟਾਂ 'ਚ ਉਹਨੇ ਪਲੇਟਫਾਰਮ ਦੀ ਲੈਂਥ ਨੂੰ ਕ੍ਰੋਸ ਕੀਤਾ ਹੋਣਾ। 20 ਸਕਿੰਟ ਜਿਹ 'ਚ ਬੰਦੇ ਨੂੰ ਕ੍ਰੋਸ ਕਰਦੀ ਹੈ, ਉਦੋਂ ਟ੍ਰੇਨ ਬੇਸਿਕਲੀ ਆਪਣੀ ਲੈਂਥ ਨੂੰ ਹੀ ਕ੍ਰੋਸ ਕਰਦੀ ਨੇ। ਕੰਸੈਪਟ ਸਮਝਾ ਰਿਹਾ, ਪੇਪਰ 'ਚ ਸਿੱਧਾ ਦਿਮਾਗ ਲਾਉਣਾ। ਤਾਂ 36 'ਚੋਂ ਵੀ 20 ਸਕਿੰਟਾਂ 'ਚ ਤਾਂ ਉਹਨੇ ਆਪਣੀ ਲੈਂਥ ਨੂੰ ਕ੍ਰੋਸ ਕੀਤਾ, ਬਾਕੀ 16 ਸਕਿੰਟਾਂ 'ਚ ਆਹ ਲੈਂਥ। ਸੱਚ ਇਹਦੇ ਵਿੱਚ ਆਪਾਂ ਨੂੰ ਟ੍ਰੇਨ ਦੀ ਲੈਂਥ ਨਹੀਂ ਗਿਵਨ ਬਈ, ਇਹਦੇ ਵਿੱਚ ਟ੍ਰੇਨ ਦੀ ਲੈਂਥ ਕੱਢ ਸਕਦੇ ਬੰਦੇ ਦੇ ਕੇਸ 'ਚ। ਡਿਸਟੈਂਸ ਟ੍ਰੇਨ ਦੀ ਲੈਂਥ, ਸਪੀਡ 54 ਕਿਲੋਮੀਟਰ ਪਰ ਆਰ ਹੈ, ਤਾਂ 5/18 ਕਰਕੇ ਮੀਟਰ ਪਰ ਸੈਕਿੰਡ, ਇੰਟੂ ਟਾਈਮ 20 ਸਕਿੰਟ, 18 × 3 5 × 3 15 × 2 300 ਮੀਟਰ।
ਤਾਂ ਬੱਚੇ ਟ੍ਰੇਨ ਦੀ ਲੈਂਥ ਕੱਢਣੀ ਪਊਗੀ ਬੰਦੇ ਦੇ ਕੇਸ 'ਚ, ਕਿਉਂਕਿ ਬੰਦੇ ਦੇ ਕੇਸ 'ਚ ਟ੍ਰੇਨ ਆਪਣੀ ਲੈਂਥ ਨੂੰ ਹੀ ਕਵਰ ਕਰਦੀ ਹੈ, ਕਿਉਂਕਿ ਬੰਦੇ ਦੀ ਕੋਈ ਲੈਂਥ ਨਹੀਂ ਹੈਗੀ। ਤਾਂ ਟ੍ਰੇਨ ਦੀ ਲੈਂਥ ਨਿਕਲ ਆਈ, ਕਿਉਂਕਿ ਡਿਸਟੈਂਸ ਟ੍ਰੇਨ ਦੀ ਲੈਂਥ ਲੈਣੀ ਆ ਆਪਾਂ, ਤਾਂ ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇਨਟੂ ਟਾਈਮ। ਸਪੀਡ ਮੀਟਰ ਪਰ ਸੈਕਿੰਡ 'ਚ ਕਰਨ ਲਈ 5/18 ਇੰਟੂ ਟਾਈਮ 20 ਸਕਿੰਟ, ਤਾਂ ਟ੍ਰੇਨ ਦੀ ਲੈਂਥ ਆ ਗਈ 300। ਟ੍ਰੇਨ ਦੀ ਲੈਂਥ ਜੇ 300 ਆ ਗਈ ਤਾਂ ਪਲੇਟਫਾਰਮ ਦੀ ਲੈਂਥ ਕੀ ਹੋਊਗੀ? 20 ਸਕਿੰਟਾਂ 'ਚ 300 15 ਗੁਣਾ, ਤਾਂ ਉਧਰ 16 ਦਾ 15 ਗੁਣਾ ਹੋ ਜਾਊਗਾ 240 ਮੀਟਰ। ਤਾਂ ਪਲੇਟਫਾਰਮ ਦੀ ਲੈਂਥ 240 ਮੀਟਰ। ਮੈਂ ਘੱਟ ਤੋਂ ਘੱਟ ਪੈਨ ਯੂਜ਼ ਕਰਕੇ ਦੱਸ ਰਿਹਾਗਾ ਵੀ ਦਿਮਾਗ 'ਚ ਕਿਵੇਂ ਕਰ ਸਕਦੇ ਆ, ਨਹੀਂ ਸੋਲਵ ਕਰਨ ਦੇ 150 ਤਰੀਕੇ ਨੇ ਆਪਦੇ ਦੇਖਦੇ ਜਾਇਓ। ਅਗਲਾ ਕੁਐਸਚਨ ਦੇਖੋ ਬੱਚੇ, ਇਹ ਪੇਪਰ ਦਾ ਕੁਐਸਚਨ ਹੈ। ਅ ਰੈਕਟੈਂਗੂਲਰ ਫੀਲਡ ਹੈਜ਼ ਇਟਸ ਲੈਂਥ ਐਂਡ ਬ੍ਰੈਡਥ ਇਨ ਦਾ ਰੇਸ਼ੀਓ ਆਫ 6:5। ਉਹ ਕਹਿੰਦੇ ਇੱਕ ਰੈਕਟੈਂਗਲ ਦੀ ਸ਼ੇਪ ਦੀ ਫੀਲਡ ਹੈ, ਉਹਦੀ ਲੈਂਥ ਤੇ ਬ੍ਰੈਡਥ ਦੀ ਰੇਸ਼ੀਓ ਦਿੱਤੀ ਹੈ 6:5। ਅ ਮੈਨ ਰਾਈਡਿੰਗ ਅ ਬਾਈਸਾਈਕਲ ਕੰਪਲੀਟਸ 1 ਲੈਪ ਆਫ ਦਿਸ ਫੀਲਡ ਅਲੋਂਗ ਇਟਸ ਪੈਰੀਮੀਟਰ ਐਟ ਦਾ ਸਪੀਡ ਆਫ 19.8 km/h ਇਨ 2 ਮਿੰਟਸ। ਤਾਂ ਕੋਈ ਬੰਦਾ ਆ ਬੱਚੇ ਰੈਕਟੈਂਗੂਲਰ ਫੀਲਡ ਆ, ਉਹਦੀ ਲੈਂਥ ਤੇ ਬ੍ਰੈਡਥ ਦੀ ਰੇਸ਼ੀਓ ਦਿੱਤੀ ਹੋਈ ਹੈ ਸਾਨੂੰ 6 ਇਹਦੇ ਵਿੱਚ ਹੀ ਲਿਖ ਲੈਂਦੇ ਆ। ਉਹਦੀ ਲੈਂਥ ਤੇ ਬ੍ਰੈਡਥ ਦੀ ਰੇਸ਼ੀਓ ਦਿੱਤੀ ਹੋਈ ਹੈ ਸਾਨੂੰ 6:5 ਦੇ ਵਿੱਚ। ਐਗਜ਼ਾਮੀਨਰ ਕਹਿੰਦਾ ਕੋਈ ਬੰਦਾ ਉਹਦਾ ਜਿਹੜਾ ਪੂਰਾ ਪੈਰੀਮੀਟਰ ਹੈ ਉਹਦੇ ਤੇ ਸਾਈਕਲ ਚਲਾਉਂਦਾ ਤੇ ਪੂਰਾ ਇੱਕ ਪੈਰੀਮੀਟਰ ਕਵਰ ਕਰ ਲੈਂਦਾ 19.8 ਦੀ ਸਪੀਡ ਤੇ 2 ਮਿੰਟਾਂ ਦੇ ਵਿੱਚ। ਤਾਂ ਬੱਚੇ ਸਾਨੂੰ ਸਾਈਕਲ ਦੀ ਸਪੀਡ ਦਿੱਤੀ ਹੋਈ ਹੈ 19.8 km/h ਤੇ ਟਾਈਮ ਦਿੱਤਾ 2 ਮਿੰਟਾਂ ਦੇ ਵਿੱਚ। ਤਾਂ ਆਪਾਂ ਡਿਸਟੈਂਸ ਕੱਢ ਸਕਦੇ ਹਾਂ ਸਪੀਡ ਇਨਟੂ ਟਾਈਮ। ਤਾਂ ਡਿਸਟੈਂਸ ਕੀ ਆ ਜਾਊਗਾ? ਡਿਸਟੈਂਸ ਕੀ ਆ ਜਾਊਗਾ? ਬੇਸਿਕਲੀ ਪੈਰੀਮੀਟਰ। ਤਾਂ ਡਿਸਟੈਂਸ ਜਿਹੜਾ ਕਿ ਪੈਰੀਮੀਟਰ ਹੈ ਉਹ ਕੀ ਆ ਜਾਊਗਾ? ਸਪੀਡ km/h ਦੇ ਵਿੱਚ ਹੈ, ਉਹਨੂੰ ਮੀਟਰ ਪਰ ਸੈਕਿੰਡ 'ਚ ਕਰ ਲਿਆ 5/18 ਕਰਕੇ, ਮੀਟਰ ਪਰ ਸੈਕਿੰਡ 'ਚ ਹੋ ਗਿਆ। ਟਾਈਮ ਮਿੰਟਾਂ ਦੇ ਵਿੱਚ ਆ, ਉਹਨੂੰ ਸਕਿੰਟਾਂ 'ਚ ਕਰ ਲਿਆ 60 ਗੁਣਾ ਕਰਕੇ। ਤਾਂ ਬੱਚੇ ਆਪਾਂ ਕਿਉਂਕਿ ਆਪਣਾ ਡਿਸਟੈਂਸ ਮੀਟਰਾਂ ਦੇ ਵਿੱਚ ਕੱਢਣਾ ਹੈ, ਤਾਂ ਸਪੀਡ ਮੀਟਰ ਪਰ ਸੈਕਿੰਡ 'ਚ ਹੋਣੀ ਚਾਹੀਦੀ ਹੈ, ਤਾਂ 5/18। ਟਾਈਮ ਸਕਿੰਟਾਂ 'ਚ ਹੋਣਾ ਚਾਹੀਦਾ, ਤਾਂ 2 ਦਾ 60 ਗੁਣਾ। ਤਾਂ ਬੱਚੇ ਆ 0 ਆ 10 ਥੱਲੇ ਜਾਊਗਾ, ਆ 0 ਕੱਟੀ ਗਈ। 18 ਦੇ ਟੇਬਲ 'ਚ 11 ਇੰਟੂ 5 ਇੰਟੂ 2 ਇੰਟੂ 6 660 ਆ ਗਿਆ। L plus B 2 ਇੰਟੂ L plus B ਪੈਰੀਮੀਟਰ 660 ਆ ਗਿਆ। ਤਾਂ L plus B ਤੁਹਾਡਾ 330 ਆ ਗਿਆ। L plus B 330 ਆ ਗਿਆ, ਪਰ ਉਹ ਰੇਸ਼ੀਓ ਕੀ ਹੈ? 6:5। ਤਾਂ 6:5 ਦਾ ਮਤਲਬ ਜੇ ਟੋਟਲ 6 ਤੇ 5 11 ਹੈ, 11 ਦੀ ਵੈਲਿਊ 330 ਹੈ, 30 ਗੁਣਾ। 11 ਦੀ ਵੈਲਿਊ 6 ਤੇ 5 ਦਾ ਟੋਟਲ 11 ਬਣਿਆ, ਜਿਹਦੀ ਵੈਲਿਊ 330 ਹੈ। ਤਾਂ 30 ਗੁਣਾ, ਤਾਂ 6 ਦਾ 30 ਗੁਣਾ 180, 5 ਦਾ 30 ਗੁਣਾ 150। ਐਗਜ਼ਾਮੀਨਰ ਨੇ ਸਾਨੂੰ ਕੀ ਪੁੱਛਿਆ? ਏਰੀਆ ਆਫ ਦਾ ਫੀਲਡ ਲੈਂਥ ਇਨਟੂ ਬ੍ਰੈਡਥ। ਤਾਂ 180 ਇੰਟੂ 150, 2 0 ਤਾਂ ਪਿੱਛੇ ਗਈਆਂ, 18 ਗੁਣਾ 15 270 ਹੁੰਦਾ। 270 ਦੇ ਪਿੱਛੇ 2 0 ਹੋਰ ਲਾ ਦਿਓ, 27000 ਮੀਟਰ ਸਕੁਅਰ। ਬੱਚੇ ਤੁਹਾਡਾ ਆਨਸਰ ਆ ਗਿਆ ਸੈਕਿੰਡ ਆਪਸ਼ਨ। ਤਾਂ ਇਸ ਕੁਐਸਚਨ ਨੂੰ ਸੋਲਵ ਕਰਨ ਦਾ ਇਹ ਤੋਂ ਵੀ ਸੌਖਾ ਤਰੀਕਾ ਹੈਗਾ ਕਿ ਸਾਨੂੰ ਇਹ ਪਤਾ ਲੱਗ ਸਕਦਾ ਹੈ ਕਿ ਜਿਹੜਾ ਸਾਡਾ ਡਿਸਟੈਂਸ ਨਿਕਲੂਗਾ, ਆ ਪੈਰੀਮੀਟਰ ਹੈ, ਜਿਹੜਾ ਡਿਸਟੈਂਸ ਜਿਹੜਾ ਕਿ ਪੈਰੀਮੀਟਰ ਹੈ ਉਹਦੇ ਵਿੱਚ 19.8 ਵੈਲਿਊ ਹੈ ਜਿਹੜੀ ਉਹ 3 ਦਾ ਮਲਟੀਪਲ ਹੈ। 19.8 ਵੈਲਿਊ 3 ਦਾ ਮਲਟੀਪਲ ਹੈ, ਉਹ 3 ਕਿਸੇ ਨਾਲ ਡਿਵਾਈਡ ਨਹੀਂ ਹੋ ਰਿਹਾ, ਮਤਲਬ ਇੱਥੇ 60 ਗੁਣਾ ਵੀ ਹੋ ਰਿਹਾ, 198 ਵੀ ਹੋ ਰਿਹਾ। 2 ਨੇ 3 ਦੇ ਮਲਟੀਪਲ, 1 3 ਦਾ ਮਲਟੀਪਲ ਤਾਂ ਕੱਟਿਆ ਜਾਊ ਕਿਉਂਕਿ ਹੇਠਾਂ 18 ਹੈ। ਦੂਜਾ 3 ਨਹੀਂ ਨਾ ਕੱਟਿਆ ਜਾ ਰਿਹਾ, ਦੂਜਾ 3 ਨਹੀਂ ਕੱਟਿਆ ਜਾ ਰਿਹਾ, ਤਾਂ ਮਤਲਬ ਸਾਡੇ ਲੈਂਥ ਤੇ ਬ੍ਰੈਡਥ ਦੋਨੇ 3 ਦਾ ਮਲਟੀਪਲ ਆਉਣਗੇ। ਲੈਂਥ ਤੇ ਬ੍ਰੈਡਥ ਦੋਨੇ 3 ਦਾ ਮਲਟੀਪਲ ਆਉਣਗੇ, ਮਤਲਬ ਸਾਡਾ ਏਰੀਆ 3 ਗੁਣਾ 3 9 ਦਾ ਮਲਟੀਪਲ ਨਿਕਲੂਗਾ। ਆ 9 ਦਾ ਮਲਟੀਪਲ ਨਹੀਂ ਹੈਗਾ, 5 3 8 2 10। ਆ 3 ਦਾ ਮਲਟੀਪਲ 9 ਦਾ ਮਲਟੀਪਲ ਨਹੀਂ ਹੈਗਾ, ਆ 9 ਦਾ ਮਲਟੀਪਲ ਨਹੀਂ ਹੈਗਾ। ਇੱਕੋ ਹੀ ਆਪਸ਼ਨ ਹੈ ਜਿਹੜਾ ਸਾਡਾ 9 ਦਾ ਮਲਟੀਪਲ ਹੈ। ਇਹ ਕੁਐਸਚਨ ਪੇਪਰ ਦੇਖਦਿਆਂ ਹੀ ਜਦੋਂ ਦਿਮਾਗ 'ਚ ਚਲਾਉਂਗੇ ਕਿ ਡਿਸਟੈਂਸ ਜਿਹੜਾ ਕਿ ਪੈਰੀਮੀਟਰ ਕੱਢਣਾ ਹੈ ਉਹ ਸਪੀਡ ਇਨਟੂ ਟਾਈਮ ਕਰਨਾ ਹੈ। ਸਪੀਡ ਵੀ 3 ਦਾ ਮਲਟੀਪਲ ਹੈ, ਟਾਈਮ ਵੀ 3 ਦਾ ਮਲਟੀਪਲ ਹੈ, ਤਾਂ 1 3 ਤਾਂ ਕੱਟਿਆ ਜਾਊਗਾ, ਮਤਲਬ ਬੇਸਿਕਲੀ ਉਹ 9 ਦਾ ਮਲਟੀਪਲ ਹੈ। ਤੇ 18 'ਚ ਵੀ 9 ਹੈ, ਉੱਪਰ ਵੀ 9 ਹੈ। 9 ਦਾ ਮਲਟੀਪਲ ਕੱਟਿਆ ਗਿਆ, ਪਰ 1 3 ਬਚ ਗਿਆ ਨਾ। ਉਹ 3 ਕੀ ਬਚ ਗਿਆ? ਤਾਂ ਲੈਂਥ ਤੇ ਬ੍ਰੈਡਥ 3 ਦਾ ਮਲਟੀਪਲ ਹੋਣਗੇ, ਜਿਨ੍ਹਾਂ ਨੂੰ ਜੋੜ ਕੇ 3 ਦਾ ਮਲਟੀਪਲ ਬਣਦਾ। ਤਾਂ ਉਹ 3 ਦਾ ਮਲਟੀਪਲ ਹੋਣਗੇ, ਤਾਂ ਮਤਲਬ ਸਾਡੀ ਲੈਂਥ ਵੀ ਇੰਡੀਵਿਜੂਅਲੀ 3 ਦਾ ਮਲਟੀਪਲ, ਬ੍ਰੈਡਥ ਵੀ 3 ਦਾ ਮਲਟੀਪਲ। ਤਾਂ ਸਾਡਾ ਆਨਸਰ ਏਰੀਆ ਲੈਂਥ ਇਨਟੂ ਬ੍ਰੈਡਥ 3 ਗੁਣਾ 3 9 ਦਾ ਮਲਟੀਪਲ ਆਊਗਾ। ਤਾਂ 3 ਦੇ ਮਲਟੀਪਲ ਤਾਂ ਹੈਗੇ ਨੇ, 9 ਦਾ ਮਲਟੀਪਲ ਨਹੀਂ ਕੋਈ ਹੈਗਾ। 9 ਦਾ ਮਲਟੀਪਲ ਇੱਕੋ ਹੀ ਆਪਸ਼ਨ ਹੈ। ਇੱਥੋਂ ਅੰਦਾਜ਼ਾ ਨਹੀਂ, ਸੋਲਵ ਕਰਨਾ ਵੀ ਕੋਈ ਬਾਹਲਾ ਔਖਾ ਨਹੀਂ ਹੈਗਾ ਬੱਚੇ। ਹਾਂਜੀ, ਅਗਲਾ ਕੁਐਸਚਨ ਦੇਖੋ। ਆ ਪਿਛਲਾ ਕੁਐਸਚਨ ਜਿਹੜਾ ਸੋਲਵ ਕੀਤਾ ਇਹ ਪੇਪਰ ਦਾ ਕੁਐਸਚਨ ਹੈ।
ਆਹ ਕੁਐਸਚਨ ਮੈਂ ਲੈ ਕੇ ਆਇਆ ਉਹਦੇ ਵੱਲੋਂ। ਅ ਮੈਨ ਰਨਸ ਡਾਇਗਨਲੀ, a man runs diagonally across from one corner of a rectangular field 80 meter by 60 meter to the opposite corner in a straight line at a speed of 8 meters per second, meter per second है। find the time taken by him to complete the run। ਐਗਜ਼ਾਮੀਨਰ ਕਹਿੰਦਾ ਇੱਕ ਰੈਕਟੈਂਗਲ ਦੀ ਸ਼ੇਪ ਦੀ ਫੀਲਡ ਹੈ, ਪੇਪਰ ਦੇ ਵਿੱਚ ਨਾ ਬਣਾਉਣ ਲੱਗ ਜਾਓ, ਦਿਮਾਗ 'ਚ ਬਣ ਜਾਣੀ ਚਾਹੀਦੀ ਹੈ, ਜਿਹਦੀਆਂ ਡਾਇਮੈਂਸ਼ਨਸ ਸਾਨੂੰ ਕੀ ਦਿੱਤੀਆਂ ਹੋਈਆਂ ਨੇ 80 ਮੀਟਰ ਇੰਟੂ 60 ਮੀਟਰ। ਐਗਜ਼ਾਮੀਨਰ ਕਹਿੰਦਾ ਇੱਕ ਬੰਦਾ ਉਸ ਫੀਲਡ ਦੇ ਡਾਇਗਨਲ ਪਾਰਟਸ ਤੇ ਭੱਜ ਰਿਹਾ ਹੈਗਾ, ਡਾਇਗਨਲੀ ਭੱਜ ਰਿਹਾ ਹੈਗਾ ਸਟ੍ਰੇਟ ਲਾਈਨ ਦੇ ਵਿੱਚ, ਕਿਹੜੀ ਸਪੀਡ ਤੇ ਭੱਜ ਰਿਹਾ 8 ਮੀਟਰ ਪਰ ਸੈਕਿੰਡ ਦੀ ਸਪੀਡ ਤੇ ਭੱਜ ਰਿਹਾ, ਤਾਂ ਉਹਨੂੰ ਕਿੰਨਾ ਟਾਈਮ ਲੱਗਿਆ। ਬੱਚੇ ਆਪਾਂ ਟਾਈਮ ਫਾਈਂਡ ਕਰਨਾ, ਟਾਈਮ ਹਮੇਸ਼ਾ ਕਿਹਦੇ ਬਰਾਬਰ ਹੁੰਦਾ ਡਿਸਟੈਂਸ ਅਪੋਨ ਸਪੀਡ। ਤਾਂ ਡਿਸਟੈਂਸ ਕਿਉਂਕਿ ਆਪਾਂ ਡਾਇਗਨਲ ਫਾਈਂਡ ਕਰਨਾ ਹੈ ਤਾਂ ਕੁਝ ਬੱਚਿਆਂ ਨੇ ਤਾਂ ਅੰਡਰ ਆਫ L² + B² ਪੜਿਆ ਹੋਣਾ, ਕੁਝ ਬੱਚਿਆਂ ਨੇ ਟ੍ਰਿਪਲੇਟ ਪੜਿਆ ਹੋਣਾ, ਤਾਂ ਟ੍ਰਿਪਲੇਟ ਯੂਜ਼ ਕਰਕੇ 60 ਤੇ 80 ਆ ਗਿਆ 3:4, 3 4 ਨਾਲ ਕਿਹੜਾ ਟ੍ਰਿਪਲੇਟ ਬਣਦਾ 3 4 5, ਤਾਂ ਡਾਇਗਨਲ ਆ ਜਾਊਗਾ 5 ਗੁਣਾ ਕਰਕੇ 100 ਮੀਟਰ, ਤਾਂ ਉਹ ਡਿਸਟੈਂਸ ਆ ਗਿਆ 100 ਮੀਟਰ। ਕਿੰਨੀ ਸਪੀਡ ਤੇ ਕਵਰ ਕੀਤਾ 8 ਦੀ ਸਪੀਡ ਤੇ, ਤਾਂ ਕਿੰਨਾ ਟਾਈਮ ਲੱਗਿਆ ਹੋਊਗਾ 12.5 ਸਕਿੰਟ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਬਹੁਤ ਸਿੰਪਲ ਆ ਗਿਆ 12.5 ਸਕਿੰਟ, ਸੈਕਿੰਡ ਆਪਸ਼ਨ। ਕਲੀਅਰ ਹੈ ਬੱਚੇ ਸਾਰਿਆਂ ਨੂੰ। ਤਾਂ ਇਹ ਕੁਐਸਚਨਸ ਦੇਖਦੇ ਜਾਇਓ, ਕੁਐਸਚਨਸ ਦੇ ਸਕਰੀਨਸ਼ਾਟ ਵੀ ਲੈਂਦੇ ਜਾਇਓ, ਆਈਡੀਆ ਹੁੰਦਾ ਰਹੂਗਾ ਪੇਪਰ ਦੇ ਵਿੱਚ ਕਿਹੋ ਜਿਹੇ ਸਵਾਲ ਪੁੱਛੇ ਜਾ ਰਹੇ ਨੇ, ਅਗਲੇ ਸਮੇਂ 'ਚ ਜਿਹੜੇ ਪੇਪਰ ਹੋਣੇ ਕਿਹੋ ਜਿਹੇ ਸਵਾਲ ਪੁੱਛੇ ਜਾਣੇ ਆ। ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰਦੇ ਜਾਇਆ ਕਰੋ। ਜਿਹੜਾ ਸਕਸੈਸ ਟਰੀ ਪੰਜਾਬ ਚੈਨਲ ਹੈ ਉਹਨੂੰ ਆਪਣਾ ਸਬਸਕ੍ਰਾਈਬ ਕਰਕੇ ਰੱਖੋ, ਬੈਲ ਬੁਲ ਆਈਕਨ ਜਿਹੜਾ ਵੀ ਜੋ ਵੀ ਹੁੰਦਾ ਹੈਗਾ ਉਹ ਦਬਾ ਕੇ ਰੱਖੋ। ਅਗਲਾ ਕੁਐਸਚਨ ਦੇਖੋ ਬੱਚੇ, ਪੇਪਰ ਦਾ ਕੁਐਸਚਨ ਹੈ, ਕਾਫੀ ਬੱਚੇ ਕਹਿ ਰਹੇ ਸੀ ਕਿ permutation ਦਾ ਕੁਐਸਚਨ ਹੋਣਾ ਚਾਹੀਦਾ। ਇਨ ਹਾਊ ਮੈਨੀ ਡਿਫਰੈਂਟ ਵੇਜ਼ ਕੈਨ ਦ ਲੈਟਰਸ ਆਫ ਦਾ ਵਰਡ ਬਿਲੀਵ ਕੈਨ ਬੀ ਅਰੇਂਜਡ। ਐਗਜ਼ਾਮੀਨਰ ਕਹਿੰਦਾ ਵਰਡ ਹੈ ਬਿਲੀਵ, ਕਿੰਨੇ ਤਰੀਕਿਆਂ ਨਾਲ ਉਹਦੇ ਲੈਟਰਸ ਨੂੰ ਅਰੇਂਜ ਕੀਤਾ ਜਾ ਸਕਦਾ, ਇਹ ਕੁਐਸਚਨ ਹੈ। ਤਾਂ ਬੱਚੇ ਜਿੰਨੇ ਲੈਟਰਸ ਨੇ ਉਹਨੇ ਫੈਕਟੋਰੀਅਲ, ਤਾਂ ਕਿੰਨੇ ਲੈਟਰਸ ਨੇ 1 2 3 4 5 6 7, 7 ਫੈਕਟੋਰੀਅਲ, 7 ਹੀ ਨੇ ਨਾ, ਹਾਂ 7 ਫੈਕਟੋਰੀਅਲ। ਪਰ ਇਹਦੇ ਵਿੱਚ ਕੋਈ ਇਹੋ ਜਿਹਾ ਲੈਟਰ ਹੈ, ਇਹੋ ਜਿਹਾ ਅਲਫਾਬੈਟ ਹੈ ਜਿਹੜਾ ਰਿਪੀਟ ਹੋ ਰਿਹਾ ਹੈ। ਕਿਹੜਾ ਰਿਪੀਟ ਹੋ ਰਿਹਾ ਈ, ਕਿੰਨੀ ਵਾਰ 1 2 3 ਵਾਰ, ਤਾਂ 3 ਵਾਰ ਰਿਪੀਟ ਹੋ ਰਿਹਾ, ਤਾਂ ਡਿਵਾਈਡ ਬਾਈ 3 ਫੈਕਟੋਰੀਅਲ। ਉਹ ਕਿਉਂ ਡਿਵਾਈਡ ਕਰਦੇ ਆ ਉਹ ਆਪਾਂ ਮਤਲਬ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੋਇਆ ਆਪਣੇ ਬੈਚਸ ਦੇ ਵਿੱਚ। ਡਿਵਾਈਡ ਬਾਈ 3 ਫੈਕਟੋਰੀਅਲ। ਹੋਰ ਕੁਝ ਰਿਪੀਟ ਹੋ ਰਿਹਾ, ਹੋਰ ਕੁਝ ਵੀ ਰਿਪੀਟ ਨਹੀਂ ਹੋ ਰਿਹਾ, ਤਾਂ ਬੱਚੇ ਸਾਡਾ ਆਨਸਰ ਕੀ ਆ ਜਾਊਗਾ 7 ਫੈਕਟੋਰੀਅਲ ਬਟੇ 3 ਫੈਕਟੋਰੀਅਲ। ਤਾਂ 7 ਫੈਕਟੋਰੀਅਲ ਹੋ ਗਿਆ 7 × 6 × 5 × 4 × 3 × 2 × 1, ਤਾਂ 3 × 2 × 1 ਨੂੰ 3 ਫੈਕਟੋਰੀਅਲ ਲਿਖ ਸਕਦੇ ਆ। ਥੱਲੇ ਵੀ 3 ਫੈਕਟੋਰੀਅਲ ਹੈ, ਇਹ ਕੈਂਸਲ ਹੋ ਗਿਆ, ਤਾਂ ਸਾਡਾ ਆਨਸਰ ਕੀ ਆ ਗਿਆ 7 × 6 42, 42 × 5 210 × 4 840, ਤਾਂ 840 ਵੇਜ਼। ਇਹ ਪੇਪਰ ਦਾ ਕੁਐਸਚਨ ਹੈ 840 ਵੇਜ਼। ਫਸਟ ਆਪਸ਼ਨ ਆ ਗਿਆ ਜੀ 840। ਦੂਜਾ ਆਪਸ਼ਨ 1680 ਹੈ, 840 ਦਾ ਦੁੱਗਣਾ। ਜੇ ਕਿਤੇ 2 2 ਬਚਿਆ ਰਹਿ ਗਿਆ 1680 ਆ ਜੋ ਉਹ ਵੀ ਆਪਸ਼ਨ ਪਿਆ। ਆ 840 ਦਾ 3 ਗੁਣਾ, ਜੇ ਕਿਤੇ 3 3 ਬਚਿਆ ਰਹਿ ਗਿਆ ਆ ਵੀ ਆਨਸਰ ਆ ਜਾਊਗਾ। ਆ 840 ਦਾ 6 ਗੁਣਾ, ਜੇ ਕਿਤੇ 6 ਛੂ ਫਾਲਤੂ ਮਲਟੀਪਲਾਈ ਕਰਤਾ ਆ ਵੀ ਆਨਸਰ ਆ ਜਾਊਗਾ। ਤਾਂ ਗਲਤ ਆਨਸਰ ਆਉਣ ਦੇ ਵੀ ਬਹੁਤ ਚਾਂਸ ਨੇ, ਸੋ ਕੈਲਕੂਲੇਸ਼ਨ ਬਹੁਤ ਇੰਪੋਰਟੈਂਟ ਹੁੰਦੀ ਆ, ਕੈਲਕੂਲੇਸ਼ਨ 'ਚ ਗਲਤੀ ਨਹੀਂ ਕਰਨੀ ਹੈਗੀ। ਇਹ ਪੇਪਰ ਦਾ ਕੁਐਸਚਨ ਹੈ ਜਿਹੜਾ ਪਰਸੋਂ ਆਪਣੇ ਵੇਰਕਾ ਦੇ ਅਸਿਸਟੈਂਟ ਮੈਨੇਜਰ ਦੇ ਪੇਪਰ 'ਚ ਆਇਆ। ਅਗਲਾ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ। ਪਿਛਲੇ ਕੁਐਸਚਨ 'ਚ ਐਗਜ਼ਾਮੀਨਰ ਕਹਿੰਦਾ ਇਨ ਹਾਊ ਮੈਨੀ ਡਿਫਰੈਂਟ ਵੇਜ਼ ਕੈਨ ਦ ਲੈਟਰਸ ਆਫ ਦਾ ਵਰਡ ਬਿਲੀਵ ਕੈਨ ਬੀ ਅਰੇਂਜਡ। ਅਗਲਾ ਕੁਐਸਚਨ ਮੈਂ ਲੈ ਕੇ ਆਇਆ ਇਨ ਹਾਊ ਮੈਨੀ ਡਿਫਰੈਂਟ ਵੇਜ਼ ਕੈਨ ਦ ਲੈਟਰਸ ਆਫ ਦਾ ਵਰਡ ਬਿਲੀਵ ਬੀ ਅਰੇਂਜਡ ਸੱਚ ਦੈਟ ਦ ਵੋਵਲਸ ਆਲਵੇਜ਼ ਕਮ ਟੂਗੇਦਰ। ਐਗਜ਼ਾਮੀਨਰ ਕਹਿੰਦਾ ਇਹ ਕੰਡੀਸ਼ਨ ਹੈ ਕਿ ਅਰੇਂਜ ਤਾਂ ਆਪਾਂ ਬਿਲੀਵ ਨੂੰ ਹੀ ਕਰਨਾ ਹੈ, ਪਰ ਕਿੰਨੇ ਤਰੀਕਿਆਂ ਨਾਲ ਅਰੇਂਜ ਕਰ ਸਕਦੇ ਆ ਕਿ ਵੋਵਲਸ ਹਮੇਸ਼ਾ ਇਕੱਠੇ ਰਹਿਣ। ਤਾਂ ਬੱਚੇ ਤੁਸੀਂ ਕੀ ਕਰਨਾ ਹੈ, ਜਦੋਂ ਐਗਜ਼ਾਮੀਨਰ ਇਹ ਕੰਡੀਸ਼ਨ ਲਾ ਦਿੰਦਾ ਨਾ ਕਿ ਵੋਵਲਸ ਹਮੇਸ਼ਾ ਇਕੱਠੇ ਰਹਿਣੇ ਚਾਹੀਦੇ ਆ, ਜਾਂ ਜਿਹਦੀ ਮਰਜ਼ੀ ਗੱਲ ਕਰ ਲੈ ਕਿ ਯਾਰ ਇਹ ਇਕੱਠੇ ਰਹਿਣੇ ਚਾਹੀਦੇ ਆ, ਉਹਨਾਂ ਨੂੰ ਇਕੱਠੇ ਕਰਕੇ ਖੜੇ ਕਰ ਦਿਓ। ਤਾਂ ਇੱਕ ਤਰੀਕਾ ਲਿਖ ਦਿਓ ਬਿਲੀਵ ਨੂੰ ਲਿਖਣ ਦਾ, BE, ਦੂਜੀ E, I, ਤੀਜੀ E, L ਤੇ V। ਆਪਾਂ ਆਹ ਇਕੱਠੇ ਕਰਤੇ ਨਾ, ਵੋਵਲਸ ਇਕੱਠੇ ਕਰਤੇ, ਤਾਂ ਇੱਕ ਤਰੀਕਾ ਬਣ ਗਿਆ ਇਹ। ਐਗਜ਼ਾਮੀਨਰ ਇਹੋ ਜਿਹਾ ਉਦਾਹਰਨ ਹੀ ਪੁੱਛ ਰਿਹਾ ਹੈਗਾ ਵੀ ਕਿੰਨੇ ਤਰੀਕਿਆਂ ਨਾਲ ਬਿਲੀਵ ਨੂੰ ਅਰੇਂਜ ਕੀਤਾ ਜਾ ਸਕਦਾ ਹੈ, ਪਰ ਸ਼ਰਤ ਰੱਖਤੀ ਕਿ ਵੋਵਲਸ ਹਮੇਸ਼ਾ ਇਕੱਠੇ ਰਹਿਣ, ਆਪਸ 'ਚ ਜਿਵੇਂ ਮਰਜ਼ੀ ਗੁੱਥਮ ਗੁੱਥੀ ਹੋਈ ਜਾਣ, ਪਰ ਚਾਰੇ ਇਕੱਠੇ ਦਿਖਣ। ਜਦੋਂ ਦਿਖਣ, ਕੋਈ ਅੱਗੇ ਕੋਈ ਪਿੱਛੇ, ਸਾਨੂੰ ਕੋਈ ਮਤਲਬ ਨਹੀਂ, ਇਕੱਠੇ ਦਿਖਣ। ਤਾਂ ਬੱਚੇ ਜਦੋਂ ਵੋਵਲਸ ਇਕੱਠੇ ਦਿਖਣੇ ਚਾਹੀਦੇ ਆ ਉਦੋਂ ਇਹਨਾਂ ਨੂੰ ਇੱਕ ਮੰਨ ਲਓ ਕਿ ਇਹ ਇੱਕੋ ਹੀ ਆ, ਕਿਉਂਕਿ ਇੱਕੋ ਹੀ ਆ। ਇਹ ਐ ਤਾਂ ਹੈ ਨਹੀਂ ਕਿ ਇਹ 'ਚ 2 E ਅਲੱਗ ਦਿਖਣਗੇ, I ਕਿਤੇ ਹੋਰ ਦਿਖੂ, ਤੀਜੀ E ਕਿਤੇ ਹੋਰ ਦਿਖੂ। ਵੋਵਲਸ ਇਕੱਠੇ ਦਿਖਣੇ ਚਾਹੀਦੇ, ਤਾਂ ਇਹਨਾਂ ਨੇ ਇਕੱਠੇ ਹੀ ਦਿਖਣਾ ਹੈ, ਤਾਂ ਇਹਨਾਂ ਨੂੰ ਇੱਕ ਮੰਨ ਲਓ। ਤਾਂ ਹੁਣ ਕਿੰਨੇ ਅਲਫਾਬੈਟਸ ਨੇ, ਜਿਵੇਂ ਪਿਛਲੇ ਕੁਐਸਚਨ 'ਚ ਆਪਾਂ ਸਾਰੇ ਅਲੱਗ-ਅਲੱਗ ਦੇਖੇ ਸੀ, ਤਾਂ ਕਿੰਨੇ ਅਲਫਾਬੈਟ ਬਣੇ 7, ਤਾਂ 7 ਫੈਕਟੋਰੀਅਲ ਕਰਤਾ। ਹੁਣ ਕਿੰਨੇ ਅਲਫਾਬੈਟ ਨੇ, B,
ਆ ਸਾਰੇ 1 2 3 4 ਤਾਂ ਬੱਚੇ ਕਿੰਨੇ ਅਲਫਾਬੈਟਸ ਨੇ 4 ਫੈਕਟੋਰੀਅਲ 4 ਫੈਕਟੋਰੀਅਲ ਕਰਤਾ। ਹੁਣ ਇਹ ਤਾਂ ਓਵਰਆਲ ਦੇਖ ਲਿਆ। ਹੁਣ ਆ ਜਿਹੜਾ ਗਰੁੱਪ ਇਹਨਾਂ ਦਾ ਕਰਤਾ ਇੱਕ ਕਮਰੇ 'ਚ ਬੰਦ ਕਰਤੇ, ਇਹ ਚਾਰੇ ਵੀ ਆਪਸ 'ਚ ਗੁੱਥਮ ਗੁੱਥੀ ਹੋਣਗੇ ਅੱਗੇ ਪਿੱਛੇ, ਇਹ ਵੀ ਉਹਨੇ ਫੈਕਟੋਰੀਅਲ ਨਾਲ ਅੱਗੇ ਪਿੱਛੇ ਹੋ ਸਕਦੇ ਆ, ਤਾਂ ਇਹ ਵੀ 4 ਨੇ ਅੰਦਰ ਤਾਂ ਗੁਣਾ 4 ਫੈਕਟੋਰੀਅਲ 4 ਫੈਕਟੋਰੀਅਲ ਅੰਦਰ ਇਹਨਾਂ ਦਾ ਆਪਸ 'ਚ ਵੀ ਮਲਟੀਪਲਾਈ ਹੋ ਜਾਊਗਾ। ਪਰ ਰੈਪੀਟੀਸ਼ਨ ਡਿਵਾਈਡ ਕਰ ਦੋ, ਰੈਪੀਟੀਸ਼ਨ ਕੀ ਹੈ e 3 ਵਾਰੀ ਹੈ ਤਾਂ 3 ਫੈਕਟੋਰੀਅਲ ਨਾਲ ਡਿਵਾਈਡ ਕਰ ਦੋ, ਤਾਂ ਇਹ ਬੱਚੇ ਕਿੰਨਾ ਆ ਗਿਆ 4 ਫੈਕਟੋਰੀਅਲ ਹੁੰਦਾ ਹੈ। ਵੈਸੇ ਤਾਂ ਤੁਹਾਨੂੰ ਵੈਲਿਊ ਯਾਦ ਹੋਣੀ ਚਾਹੀਦੀ ਹੈ ਕਿ 4 ਫੈਕਟੋਰੀਅਲ 24 ਹੁੰਦਾ ਹੈ, ਮੈਂ ਲਿਖ ਦਿੰਦਾ 4 ਫੈਕਟੋਰੀਅਲ। ਦੂਜਾ ਵੀ 4 ਫੈਕਟੋਰੀਅਲ ਹੈ ਪਰ ਥੱਲੇ 3 ਫੈਕਟੋਰੀਅਲ ਹੈ ਤਾਂ ਉਹਦੇ ਵਿੱਚੋਂ 3 ਫੈਕਟੋਰੀਅਲ ਥੱਲੇ 3 ਫੈਕਟੋਰੀਅਲ 3 ਫੈਕਟੋਰੀਅਲ ਨਾਲ 3 ਫੈਕਟੋਰੀਅਲ 4 ਫੈਕਟੋਰੀਅਲ ਦੀ ਵੈਲਿਊ 24 ਹੁੰਦੀ ਹੈ, 24 ਗੁਣਾ 4 ਆਨਸਰ ਆ ਗਿਆ ਤੁਹਾਡਾ 96। ਤਾਂ ਬੱਚੇ ਇਹ ਮੈਂ ਆਪਣੇ ਵੱਲੋਂ ਕੁਐਸਚਨ ਲੈ ਕੇ ਆਇਆ ਕਿ ਜੇ ਐਗਜ਼ਾਮੀਨਰ ਇਹ ਜੀ ਸ਼ਰਤ ਲਾ ਦੇ, ਵਰਡ ਤਾਂ ਚਲੋ ਆਪਾਂ ਬਿਲੀਵ ਹੀ ਕਰ ਲਿਆ ਜਿਹੜਾ ਕਿ ਪੇਪਰ 'ਚ ਪੁੱਛਿਆ ਗਿਆ, ਪੇਪਰ 'ਚ ਬਿਨਾਂ ਸ਼ਰਤ ਤੋਂ ਪੁੱਛਿਆ ਤਾਂ 840 ਵੇਜ਼ ਆ ਗਏ ਸੀ। ਆਪਾਂ ਇਹ 'ਚ ਕੰਡੀਸ਼ਨ ਲਾਤੀ ਤਾਂ ਜਿਹੋ ਜੀ ਕੰਡੀਸ਼ਨ ਲਾਈ ਹੈ ਉਹਦੇ ਵਿੱਚ ਕੀ ਕਰਨਾ ਉਹ ਆਪਾਂ ਡਿਸਕਸ ਕਰ ਲਿਆ। ਤਾਂ ਇਹ ਆਪਣਾ ਕੁਐਸਚਨ ਹੈ। ਅਗਲਾ ਕੁਐਸਚਨ ਦੇਖੋ ਬੱਚੇ, ਬਹੁਤ ਸਿੰਪਲ ਜਿਹਾ ਕੁਐਸਚਨ ਸੀ। ਐਗਜ਼ਾਮੀਨਰ ਕਹਿੰਦਾ ਕਿਸੇ ਕਲਾਸ ਦੇ ਵਿੱਚ 60 ਨਿਆਣੇ ਨੇ ਜਿਹਦੇ ਵਿੱਚੋਂ 40% ਬੱਚੇ 40% ਸਿਰਫ ਹਿੰਦੀ ਬੋਲ ਸਕਦੇ ਨੇ, 25% ਕੈਨ ਸਪੀਕ ਓਨਲੀ ਇੰਗਲਿਸ਼। ਓਨਲੀ ਸ਼ਬਦ ਲਿਖਿਆ ਹੋਇਆ ਬੱਚੇ, ਜੇ ਮੈਂ ਕਹਾਂ 40% ਕੈਨ ਸਪੀਕ ਓਨਲੀ ਹਿੰਦੀ ਤਾਂ ਮਤਲਬ 40% ਬੱਚੇ ਇਹੋ ਜਿਹੇ ਨੇ ਜਿਹੜੇ ਸਿਰਫ ਹਿੰਦੀ ਬੋਲ ਸਕਦੇ ਨੇ, ਹੋਰ ਕੁਝ ਨਹੀਂ ਬੋਲ ਸਕਦੇ। ਮਤਲਬ ਯਮਨਾ ਪਾਰ ਤੋਂ ਆਏ ਹੋਣਗੇ ਤੇ ਉਹ ਹੋਰ ਕੋਈ ਸ਼ਬਦ ਨਹੀਂ ਹੋਰ ਕੋਈ ਭਾਸ਼ਾ ਨਹੀਂ ਬੋਲ ਸਕਦੇ, ਉਹ ਸਿਰਫ ਹਿੰਦੀ ਵਾਲੇ ਖਾਤੇ 'ਚ ਪੈਣਗੇ। ਤੇ ਜੇ ਮੈਂ ਕਹਾਂ 40% ਕੈਨ ਸਪੀਕ ਹਿੰਦੀ, ਓਨਲੀ ਸ਼ਬਦ ਕੱਟਦਾ ਤਾਂ ਮਤਲਬ ਉਹ ਹਿੰਦੀ ਬੋਲਦੇ ਨੇ, ਓਨਲੀ ਨਹੀਂ ਲਿਖਿਆ ਮਤਲਬ ਹੋਰ ਕੋਈ ਵੀ ਭਾਸ਼ਾ ਬੋਲਦੇ ਹੋ ਸਕਦੇ ਨੇ, ਹਿੰਦੀ ਬੋਲਦੇ ਨੇ। ਫਿਰ ਉਹ ਹਰਿਆਣੇ ਦੇ ਹੋ ਸਕਦੇ ਵੀ ਹਿੰਦੀ ਬੋਲਦੇ ਹੋ ਸਕਦਾ ਪੰਜਾਬੀ ਜਾਂ ਹਰਿਆਣਵੀ ਕੋਈ ਵੀ ਭਾਸ਼ਾ ਆਉਂਦੀ ਹੋਵੇ। ਤਾਂ ਇਹੋ ਜੀ ਗੱਲ ਹੈ, ਓਨਲੀ ਸ਼ਬਦ ਦੀ ਇਹ ਇੰਪੋਰਟੈਂਸ ਹੈ। ਐਗਜ਼ਾਮੀਨਰ ਕਹਿੰਦਾ ਕਿਸੇ ਕਲਾਸ 'ਚ 60 ਬੱਚੇ ਨੇ ਜਿਹਦੇ ਵਿੱਚੋਂ 40% ਬੱਚੇ ਸਿਰਫ ਹਿੰਦੀ ਬੋਲਦੇ ਆ, 25% ਸਿਰਫ ਇੰਗਲਿਸ਼ ਬੋਲਦੇ ਆ ਤੇ ਬਾਕੀ ਜਿੰਨੇ ਵੀ ਬਚ ਗਏ ਉਹ ਦੋਵੇਂ ਭਾਸ਼ਾਵਾਂ ਬੋਲ ਲੈਂਦੇ ਆ। ਹਾਊ ਮੈਨੀ ਸਟੂਡੈਂਟਸ ਕੈਨ ਸਪੀਕ ਇੰਗਲਿਸ਼, ਇੱਥੇ ਓਨਲੀ ਨਹੀਂ ਲਿਖਿਆ, ਹਾਊ ਮੈਨੀ ਸਟੂਡੈਂਟਸ ਕੈਨ ਸਪੀਕ ਇੰਗਲਿਸ਼। ਅੰਗਰੇਜ਼ੀ ਬੋਲਦੇ ਹੋਣ ਨਾਲ ਚਾਹੇ ਜੋ ਮਰਜ਼ੀ ਬੋਲੀ ਜਾਣ, ਕੁਐਸਚਨ ਦੇ ਹਿਸਾਬ ਨਾਲ ਤਾਂ ਨਾਲ ਹਿੰਦੀ ਉਹ ਬੋਲ ਸਕਦੇ ਆ। ਤਾਂ ਕਿਹੜੇ ਬੱਚੇ ਲੱਭਣੇ ਆਪਾਂ ਜਿਹੜੇ ਅੰਗਰੇਜ਼ੀ ਬੋਲਦੇ ਹੋਣ, ਤਾਂ ਕਿਹੜੇ ਕਿਹੜੇ ਹੋਣਗੇ, ਜਾਂ ਤਾਂ ਇਕੱਲੇ ਅੰਗਰੇਜ਼ੀ ਵਾਲੇ ਜਾਂ ਜਿਹੜੇ ਦੋਵੇਂ ਭਾਸ਼ਾਵਾਂ ਬੋਲ ਲੈਂਦੇ ਨੇ ਉਹ ਵੀ ਅੰਗਰੇਜ਼ੀ ਬੋਲਦੇ ਹੋਣਗੇ। ਤਾਂ ਸਾਨੂੰ ਕਿਹੜੇ ਬੱਚੇ ਨਹੀਂ ਚਾਹੀਦੇ, ਆਹ ਨਹੀਂ ਚਾਹੀਦੇ। ਤਾਂ 60 ਦੇ ਵਿੱਚੋਂ 40% ਨਹੀਂ ਚਾਹੀਦੇ ਜਿਹੜੇ ਸਿਰਫ ਹਿੰਦੀ ਬੋਲਦੇ। ਤਾਂ ਇੰਗਲਿਸ਼ ਬੋਲਣ ਵਾਲੇ ਬੱਚੇ ਕਿੰਨੇ ਹੋਣਗੇ, ਟੋਟਲ ਦੇ ਵਿੱਚੋਂ ਓਨਲੀ ਹਿੰਦੀ ਮਾਈਨਸ ਕਰ ਦੋ ਤਾਂ 60% ਬੱਚੇ ਨੇ ਇੰਗਲਿਸ਼ ਵਾਲੇ। ਤਾਂ ਇਹ ਬੱਚੇ ਟੋਟਲ ਹੈ, ਟੋਟਲ ਹਮੇਸ਼ਾ ਹੀ 100% ਹੁੰਦਾ ਤੇ ਇਹ ਓਨਲੀ ਹਿੰਦੀ ਆ। ਤਾਂ ਇੰਗਲਿਸ਼ ਵਾਲੇ ਬੱਚੇ ਆ ਗਏ 60%, ਤਾਂ 60 ਦਾ 60% 60% ਆਫ 60 ਇਜ਼ 36। ਤਾਂ ਕਿੰਨੇ ਬੱਚੇ ਇੰਗਲਿਸ਼ ਬੋਲਦੇ ਆ, ਥਰਡ ਆਪਸ਼ਨ 36। ਇੰਨਾ ਸੌਖਾ ਕੁਐਸਚਨ ਸੀਗਾ, ਇਹ ਤਾਂ ਮੈਂ ਬਾਹਲਾ ਡਿਟੇਲ 'ਚ ਦੱਸਤਾ, ਦਿਮਾਗ 'ਚ ਚੱਲੂਗਾ। 10 ਸਕਿੰਟ ਲੱਗਦੇ ਨਹੀਂ ਹੈਗੇ ਸੋਲਵ ਕਰਕੇ OMR ਭਰਨ ਤੱਕ। ਤਾਂ ਬਹੁਤ ਈਜ਼ੀ ਕੁਐਸਚਨ ਸੀਗਾ, ਉਨੀ ਛੇਤੀ ਹੋ ਜਾਊਗਾ, 36 ਆਨਸਰ ਆ ਜਾਊਗਾ। ਅਗਲਾ ਕੁਐਸਚਨ ਦੇਖੋ, ਇਹ ਵੀ ਪੇਪਰ ਦਾ ਕੁਐਸਚਨ ਹੈ। ਵਰਡ ਸ਼ੁੱਡ ਕਮ ਇਨ ਪਲੇਸ ਆਫ ਦੀ ਕੁਐਸਚਨ ਮਾਰਕ ਇਨ ਦਾ ਫੋਲੋਇੰਗ ਨੰਬਰਸ। ਐਗਜ਼ਾਮੀਨਰ ਕਹਿੰਦਾ ਸੀਰੀਜ਼ ਹੈ, ਇਹਦੇ ਵਿੱਚ ਦੱਸੋ ਕੁਐਸਚਨ ਮਾਰਕ ਦੀ ਥਾਂ ਤੇ ਕੀ ਹੋਊਗਾ। 10 11 14 19 26 ਸਭ ਨੂੰ ਪਤਾ 1 3 5 7 1 3 5 7 ਤੋਂ ਬਾਅਦ ਕੀ ਆਊਗਾ, 14 ਤਾਂ ਆਉਣ ਨਹੀਂ ਲੱਗਿਆ, 8 ਵੀ ਨਹੀਂ ਆਉਣ ਲੱਗਿਆ, ਸਭ ਨੂੰ ਪਤਾ ਔਡ ਨੰਬਰ ਚੱਲ ਰਹੇ ਨੇ ਤਾਂ ਇੱਥੇ 9 ਆਊਗਾ, ਤਾਂ 26 ਤੇ 9 35 ਆਨਸਰ ਆ ਗਿਆ, ਥਰਡ ਆਪਸ਼ਨ ਸੀ। ਤਾਂ ਤੁਸੀਂ ਜਦੋਂ ਵੀ ਐਗਜ਼ਾਮੀਨਰ ਕੋਈ ਸੀਰੀਜ਼ ਦੇ ਦਿੰਦਾ 5-6 ਨੰਬਰ ਦੇ ਤੇ ਅੱਗੇ ਕੁਐਸਚਨ ਮਾਰਕ ਪਾਤਾ, ਆਮ ਤੌਰ ਤੇ ਪਹਿਲੀ ਚੀਜ਼ ਸਾਡੇ ਦਿਮਾਗ 'ਚ ਆਉਂਦੀ ਹੈ ਕਿ ਡਿਫਰੈਂਸ ਹੀ ਦੇਖੋ। ਪਹਿਲੀ ਚੀਜ਼ ਸਾਡੇ ਦਿਮਾਗ 'ਚ ਕੀ ਆਉਂਦੀ ਹੈ, ਡਿਫਰੈਂਸ ਦੇਖੋ। ਤਾਂ ਡਿਫਰੈਂਸ ਦੇ ਵਿੱਚ ਕੋਈ ਹੱਲ ਲੱਭ ਜਾਂਦਾ ਵੀ ਡਿਫਰੈਂਸ ਦਾ ਕੋਈ ਪੈਟਰਨ ਆ, ਜਿਵੇਂ ਇੱਥੇ ਔਡ ਨੰਬਰਸ ਨੇ, ਨਹੀਂ ਤਾਂ ਕੋਈ ਨਾ ਕੋਈ ਪੈਟਰਨ ਹੋਊਗਾ, ਉਹ ਤੁਹਾਨੂੰ ਕਲਿੱਕ ਕਰ ਜੂਗਾ ਤੇ ਉਹ ਕਲਿੱਕ ਕਰੂਗਾ ਜੇ ਉਹ ਤੋਂ ਪਹਿਲਾਂ ਮਤਲਬ ਵੀ ਕੁਝ ਪ੍ਰੈਕਟਿਸ ਕੀਤੀ ਹੋਊਗੀ, ਸਾਨੂੰ ਆਈਡੀਆ ਹੋਊਗਾ ਵੀ ਕਿਹੋ ਜਿਹੇ ਪੈਟਰਨ ਬਣ ਸਕਦੇ ਨੇ, ਐਗਜ਼ਾਮੀਨਰ ਕੀ ਪੈਟਰਨਸ ਦੇ ਸਕਦਾ। ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕੁਐਸਚਨ ਦੇਦਾ, ਐਗਜ਼ਾਮੀਨਰ ਨੇ ਲਿਖਤਾ ਕਿ 5 ਫਿਰ 5 ਲਿਖਤਾ, ਫਿਰ 8 ਲਿਖਤਾ, ਫਿਰ 16 ਲਿਖਤਾ, ਫਿਰ 31 ਲਿਖਤਾ, ਫਿਰ ਐਗਜ਼ਾਮੀਨਰ ਕਹਿੰਦਾ ਕੁਐਸਚਨ ਮਾਰਕ। ਹੁਣ ਆ ਮੈਂ ਆਪਦੇ ਵੱਲੋਂ ਔਖਾ ਪੈਟਰਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਕੀ ਹੈਗਾ, ਹੁਣ ਬੱਚੇ ਦੇਖ ਰਹੇ ਨੇ ਵੀ 5 ਤੋਂ ਬਾਅਦ ਸਿੱਧਾ ਫਿਰ 5 ਦੇਤਾ, ਗੱਲ ਜੀ ਨਹੀਂ ਬਣੀ। ਔਖਾ ਕੁਐਸਚਨ ਸਿੱਧਾ ਹੀ ਔਖਾ ਵੈਸੇ ਦਿਮਾਗ 'ਚ ਆਇਆ ਵੀ ਦਿਮਾਗ 'ਚ ਆਉਣਾ ਚਾਹੀਦਾ ਵੀ ਕੀ ਪੈਟਰਨ ਹੋ ਸਕਦਾ। ਸੇਮ ਦੇਤਾ, ਚਲੋ ਸੇਮ ਦੇ ਦਿਮਾਗ 'ਚ ਆ ਜਾਊਗਾ ਵੀ ਹੋ ਸਕਦਾ ਜੀ ਮਲਟੀਪਲਾਈ 1 ਹੋਇਆ ਹੋਵੇ। ਫਿਰ 5 ਤੋਂ ਬਾਅਦ 8 ਦੇਤਾ, ਹੁਣ ਇਹ ਨਾ 1 ਮਲਟੀਪਲਾਈ ਹੈ ਨਾ 2 ਮਲਟੀਪਲਾਈ ਹੈ, ਈਵਨ 1.5 ਗੁਣਾ ਵੀ ਨਹੀਂ ਹੈਗਾ। 5 ਦਾ 1.5 ਗੁਣਾ 7.5 ਹੁੰਦਾ, ਸਮਝ ਜੀ ਨਹੀਂ ਲੱਗੀ। 8 ਤੋਂ 16 ਦਿਖ ਰਿਹਾ ਜੀ, ਸਿੱਧਾ 2 ਗੁਣਾ ਹੋ ਗਿਆ।
16 ਤੋਂ 31 ਨਹੀਂ ਸਮਝ ਲੱਗ ਰਿਹਾ, 16 ਦਾ 2 ਗੁਣਾ 32 ਹੁੰਦਾ, ਉਹਦੇ ਤੋਂ 1 ਘੱਟ ਹੈ। ਮਤਲਬ ਚੱਕਰ ਜਾ ਪੈ ਗਿਆ ਨਾ ਵੀ ਯਾਰ ਇੱਥੇ ਨਹੀਂ ਸਮਝ ਲੱਗ ਰਿਹਾ, ਉੱਥੇ ਤਾਂ ਬੜੇ ਆਰਾਮ ਨਾਲ ਦੇਖ ਲਿਆ। ਫਿਰ ਆਪਾਂ ਡਿਫਰੈਂਸ ਦੇਖਣ ਲੱਗ ਗਏ, ਇੱਥੇ ਜੀ 0 ਡਿਫਰੈਂਸ ਹੈ, ਇੱਥੇ 3 ਹੈ, ਇੱਥੇ 8 ਹੈ, ਇੱਥੇ 15 ਹੈ। ਫਿਰ ਇੱਥੇ ਡਿਫਰੈਂਸ ਕੀ ਹੋਊਗਾ ਜੇ ਡਿਫਰੈਂਸ ਦੇਖਣਾ ਤਾਂ 0 ਤੋਂ 3 ਕੀ ਹੈ 3, 3 ਤੋਂ 8 ਕੀ ਹੈ 5, 8 ਤੋਂ 15 ਕੀ ਹੈ 17 7। ਆਹ ਸਮਝ ਲੱਗ ਗਿਆ ਯਾਰ ਵੀ ਡਿਫਰੈਂਸ ਦਾ ਵੀ ਡਿਫਰੈਂਸ ਦੇਖੀਏ। ਫਿਰ ਪੱਲੇ ਪੈ ਰਿਹਾ 3 ਡਿਫਰੈਂਸ, 5 ਡਿਫਰੈਂਸ, 7 ਡਿਫਰੈਂਸ, ਤਾਂ ਇੱਥੇ 9 ਡਿਫਰੈਂਸ ਹੋਊਗਾ। ਆ 3 5 7 ਦਾ ਪੈਟਰਨ ਲੱਭ ਗਿਆ। 9 ਡਿਫਰੈਂਸ ਹੈ ਤਾਂ ਇੱਥੇ ਆ ਗਿਆ 15 ਤੇ 9 24, 31 ਦੇ ਵਿੱਚ 24 ਐਡ ਕਰ ਦਾਂਗੇ। ਹੋ ਸਕਦਾ ਇਸ ਤਰ੍ਹਾਂ ਹੋ ਜੇ, 31 'ਚ 24 ਐਡ ਕੀਤਾ, ਆਨਸਰ ਆ ਗਿਆ ਜੀ 55। ਬਿਲਕੁਲ ਠੀਕ ਆਨਸਰ ਹੈ 55 ਡਿਫਰੈਂਸ। ਫਿਰ ਉਹ ਡਿਫਰੈਂਸਾਂ ਦੇ ਵਿੱਚ ਵੀ ਡਿਫਰੈਂਸ ਦੇਖਿਆ ਤਾਂ ਇੱਥੇ ਤਾਂ ਡਿਫਰੈਂਸ ਨਾਲ ਆ ਗਿਆ, ਇੱਥੇ ਡਿਫਰੈਂਸ ਦਾ ਡਿਫਰੈਂਸ ਨਾਲ ਆ ਗਿਆ। ਪਰ ਮੈਂ ਡਿਫਰੈਂਸ ਆਫ ਡਿਫਰੈਂਸ ਨਹੀਂ ਸੀ ਪਾਇਆ। ਮੈਂ ਕੀ ਪਾਇਆ ਸੀਗਾ 1 ਸਕੁਆਇਰ ਮਾਈਨਸ 1 0, 2 ਸਕੁਆਇਰ ਮਾਈਨਸ 1 3, 3 ਸਕੁਆਇਰ ਮਾਈਨਸ 1 8, 4 ਸਕੁਆਇਰ ਮਾਈਨਸ 1 16 ਚੋਂ 1 ਗਏ 15, ਤਾਂ ਇੱਥੇ 5 ਸਕੁਆਇਰ ਮਾਈਨਸ 1 ਹੀ ਬਣਨਾ ਸੀਗਾ। 5 ਸਕੁਆਇਰ 25 ਚੋਂ 1 ਗਏ 24, 24 ਜੋੜ ਕੇ ਆਨਸਰ ਹੀ ਹੋਣਾ ਸੀ 55। ਮੈਂ 1 ਸਕੁਆਇਰ ਮਾਈਨਸ 1 2 ਆਹ ਪੈਟਰਨ ਬਣਾਇਆ ਸੀ। ਚਲੋ ਡਿਫਰੈਂਸ ਆਫ ਡਿਫਰੈਂਸ ਦਾ ਪੈਟਰਨ ਵੀ ਸੈਟੀਸਫਾਈ ਕਰ ਗਿਆ। ਤਾਂ ਦਿਮਾਗ ਮੌਕੇ ਤੇ ਚੱਲਣਾ ਚਾਹੀਦਾ ਹੈਗਾ। ਇਹ ਮਤਲਬ ਪੰਜਾਬ ਦੇ ਪੇਪਰਾਂ 'ਚ ਇੰਨਾ ਔਖਾ ਨਹੀਂ ਆਉਂਦਾ ਹੁੰਦਾ ਨੰਬਰ ਸੀਰੀਜ਼ ਦਾ ਸਵਾਲ। ਫਿਰ ਵੀ ਨੰਬਰਾਂ 'ਚ ਸਾਡਾ ਦਿਮਾਗ ਇੰਨਾ ਤੇਜ਼ ਚੱਲਣਾ ਚਾਹੀਦਾ ਤਾਂ ਕਿ ਜਿਹੜੇ ਆਪਾਂ ਇਸ ਤੋਂ ਪਿਛਲੇ ਜਿੰਨੇ ਵੀ ਕੁਐਸਚਨ ਕਰਕੇ ਆਏ ਆ, ਕਈ ਕੁਐਸਚਨਾਂ 'ਚ ਮੈਂ ਕਹਿੰਦਾ ਗਿਆ ਨਾ ਵੀ ਯਾਰ ਇਹ ਤਾਂ ਦਿਮਾਗ ਨਾਲ ਹੋ ਜਾਊਗਾ। ਉਹ ਦਿਮਾਗ ਨਾਲ ਤਾਂ ਹੋਊਗਾ ਜੇ ਸਾਡਾ ਦਿਮਾਗ ਇੰਨਾ ਕੁ ਨੰਬਰਾਂ ਨੂੰ ਲੈ ਕੇ ਖੇਡਣਾ ਜਾਣਦਾ ਹੋਊਗਾ। ਕਨਸੈਪਟਸ ਤਾਂ ਕਲੀਅਰ ਹੋਣੇ ਚਾਹੀਦੇ ਨੇ, ਨੰਬਰਾਂ ਨਾਲ ਵੀ ਖੇਡਣਾ ਆਉਂਦਾ ਹੋਣਾ ਚਾਹੀਦਾ। ਪੇਪਰ ਦੇ ਵਿੱਚ ਜੇ 30 ਸਵਾਲ ਆ ਗਏ, 30 ਦੇ ਵਿੱਚੋਂ 7 ਜਾਂ 8 ਸਵਾਲਾਂ 'ਚ ਪੈਨ ਚੱਕਿਆ ਕਰੋਗੇ, 20-22 ਸਵਾਲ ਤੁਸੀਂ ਬਿਨਾਂ ਪੈਨ ਤੋਂ ਕਰ ਜਾ ਕਰੋਗੇ ਜੇ ਸਾਡੀ ਕੈਲਕੂਲੇਸ਼ਨ ਇੰਨੀ ਚੰਗੀ ਹੋ ਜੂਗੀ। ਕਨਸੈਪਟਸ ਤਾਂ ਚੰਗੇ ਹੋਣੇ ਚਾਹੀਦੇ ਨੇ। ਅਗਲੇ ਕੁਐਸਚਨ ਤੇ ਆ ਜਾਓ ਬੱਚੇ, ਛੇਤੀ ਕਲਾਸ ਖਤਮ ਕਰਦੇ ਆ। ਦ ਰੇਸ਼ੀਓ ਬਿਟਵੀਨ ਦ ਪ੍ਰੈਜ਼ੈਂਟ ਏਜ ਆਫ ਫਾਦਰ ਐਂਡ ਸਨ ਇਜ਼ 17:15। ਐਗਜ਼ਾਮੀਨਰ ਕਹਿੰਦਾ ਪ੍ਰੈਜ਼ੈਂਟ ਏਜ ਫਾਦਰ ਤੇ ਸਨ ਦੀ ਕੀ ਹੈ 17:15 ਦੇ ਵਿੱਚ। 9 ਸਾਲ ਬਾਅਦ, ਇਹ ਤਾਂ ਪ੍ਰੈਜ਼ੈਂਟ ਦੀ ਗੱਲ ਸੀ, 9 ਸਾਲ ਬਾਅਦ ਦਾ ਰੇਸ਼ੀਓ ਵਿਲ ਬੀ 5:2। ਤਾਂ ਦੈਨ ਦਾ ਰੇਸ਼ੀਓ ਬਿਟਵੀਨ ਦਾ ਏਜ ਆਫ ਸਨ ਐਂਡ ਏਜ ਆਫ ਫਾਦਰ 6 years ago, 6 ਸਾਲ ਪਹਿਲਾਂ ਦੀ ਰੇਸ਼ੀਓ ਦੱਸਣੀ ਹੈ। ਤਾਂ ਬੱਚੇ ਸਾਨੂੰ ਫਾਦਰ ਤੇ ਸਨ ਦਾ ਡਾਟਾ ਦਿੱਤਾ ਹੋਇਆ ਕਿ ਪ੍ਰੈਜ਼ੈਂਟ ਏਜਿਸ ਉਹਨਾਂ ਦੇ ਕੀ ਨੇ 17:5 ਦੇ ਵਿੱਚ ਨੇ। 9 ਸਾਲ ਬਾਅਦ 5:2 'ਚ ਹੋ ਜਾਣਗੀਆਂ। 9 ਸਾਲ ਬਾਅਦ ਨੂੰ ਮੈਂ +9 ਲਿਖ ਦਿੰਦਾ ਸਾਈਡ ਤੇ। ਪ੍ਰੈਜ਼ੈਂਟ ਦੇ ਲਈ ਮੈਂ P ਲਿਖਤਾ, 9 ਸਾਲ ਬਾਅਦ ਲਈ ਮੈਂ +9 ਲਿਖਤਾ। ਇਹਨਾਂ ਸਵਾਲਾਂ 'ਚ ਏਜਿਸ ਦੇ ਉਹ ਸਵਾਲ ਜਿਹਦੇ ਵਿੱਚ 2 ਪਰਸਨਸ ਦੀ ਕਿਸੇ ਇੱਕ ਸਮੇਂ ਦੀ ਰੇਸ਼ੀਓ ਗਿਵਨ ਹੈ, ਕਿਸੇ ਹੋਰ ਸਮੇਂ ਦੀ ਰੇਸ਼ੀਓ ਗਿਵਨ ਹੈ। ਮੈਂ ਕਿਹਾ ਸੀ ਏਜ ਡਿਫਰੈਂਸ, 2 ਬੰਦਿਆਂ ਦਾ ਏਜ ਡਿਫਰੈਂਸ ਹਮੇਸ਼ਾ ਹੀ ਸੇਮ ਹੁੰਦਾ ਹੈ। ਤਾਂ ਜੇ 2 ਬੰਦਿਆਂ ਦਾ ਏਜ ਡਿਫਰੈਂਸ ਈਅਰਸ ਦੇ ਵਿੱਚ ਹਮੇਸ਼ਾ ਸੇਮ ਹੁੰਦਾ ਹੈ ਤਾਂ ਉਹ ਰੇਸ਼ੀਓ ਦੇ ਵਿੱਚ ਵੀ ਹਮੇਸ਼ਾ ਸੇਮ ਕਰੋ। ਤਾਂ ਰੇਸ਼ੀਓ 'ਚ ਡਿਫਰੈਂਸ ਕਿੰਨਾ ਆ ਗਿਆ 17 ਤੇ 5 ਦਾ, 17 ਤੇ 5 ਦਾ ਡਿਫਰੈਂਸ ਆ ਗਿਆ ਜੀ 12, 5 ਤੇ 2 ਦਾ ਡਿਫਰੈਂਸ ਆ ਗਿਆ 3। ਤਾਂ ਇਹਨੂੰ ਹਮੇਸ਼ਾ ਬਰਾਬਰ ਕਰੋ। ਤਾਂ 12 ਤੇ 3 ਬਰਾਬਰ ਹੋਊਗਾ। ਯਾਰ ਮੈਥ ਦੇ ਵਿੱਚ ਜਿਹਨੂੰ ਵੀ ਬਰਾਬਰ ਕਰਨਾ ਐਲਸੀਐਮ ਲੈ ਕੇ ਕਰਿਆ ਕਰੋ। 12 3 ਦਾ ਐਲਸੀਐਮ 12 ਆ ਗਿਆ, 12 ਬਣਾਓ। ਇਹ ਤਾਂ ਭਾਈ ਸਾਹਿਬ ਆਲਰੇਡੀ 12 ਨੇ ਤਾਂ 1 ਗੁਣਾ ਹੋ ਜਾਊਗਾ, ਤਾਂ ਪੂਰੀ ਰੇਸ਼ੀਓ 1 ਗੁਣਾ ਹੋ ਜੂਗੀ, 17 ਤੇ 5 ਹੀ ਰਹਿ ਜਾਊਗਾ। ਇਹਨੂੰ 12 ਬਣਾਉਣ ਲਈ 4 ਗੁਣਾ ਕਰਾਂਗੇ, ਪੂਰੀ ਰੇਸ਼ੀਓ 4 ਗੁਣਾ ਹੋ ਜੂਗੀ, 20 ਤੇ 8 ਹੋ ਜਾਊਗਾ। ਤਾਂ ਬੱਚੇ ਤੁਸੀਂ ਐਂ ਦੇਖੋ ਜਦੋਂ ਰੇਸ਼ੀਓ ਚੇਂਜ ਹੋ ਗਈ ਉਦੋਂ ਦੋਵਾਂ ਦਾ ਸੇਮ ਇਨਕਰੀਜ਼ ਹੈ। ਇਹ 17 ਤੋਂ 20, ਉਹ 5 ਤੋਂ 8, ਤਾਂ ਰੇਸ਼ੀਓ ਦੇ ਵਿੱਚ ਕਿੰਨਾ ਇਨਕਰੀਜ਼ ਹੈ 3 ਯੂਨਿਟ ਦਾ। 17 ਤੋਂ 20 ਇਹ ਵੀ 3 ਯੂਨਿਟ ਦਾ ਇਨਕਰੀਜ਼ ਹੈ, 5 ਤੋਂ 8 ਵੀ 3 ਦਾ ਇਨਕਰੀਜ਼ ਹੈ। ਦੋਨੇ ਪਰਸਨ 3 ਯੂਨਿਟ ਇਨਕਰੀਜ਼ ਕਰ ਰਹੇ ਆ। ਤੇ ਈਅਰਸ ਦੇ ਵਿੱਚ ਕਿੰਨਾ ਇਨਕਰੀਜ਼ ਹੈ 9 ਸਾਲ ਦਾ। ਤਾਂ ਇਹਦਾ ਮਤਲਬ 3 ਯੂਨਿਟ ਦੀ ਵੈਲਿਊ 9 ਸਾਲ ਹੈ, ਯਾਨੀ ਕਿ 1 ਯੂਨਿਟ ਦੀ ਵੈਲਿਊ 3 ਸਾਲ ਹੈ। ਫਿਰ ਅਸੀਂ ਜੋ ਮਰਜ਼ੀ ਫਾਈਂਡ ਕਰਨਾ ਹੈ, ਅਸੀਂ 6 ਸਾਲ ਪਹਿਲਾਂ ਦੀਆਂ ਉਮਰਾਂ ਕੱਢ ਕੇ ਰੇਸ਼ੀਓ ਕੱਢਣੀ ਹੈ ਤਾਂ ਪ੍ਰੈਜ਼ੈਂਟ ਉਮਰਾਂ ਕੱਢ ਲੈਂਦੇ, ਫਿਰ 6 ਪੁਰਾਣੀਆਂ ਵੀ ਕੱਢ ਲਾਂਗੇ। ਪ੍ਰੈਜ਼ੈਂਟ ਏਜ ਇਹਦੀ ਆ ਜਾਊਗੀ 1 ਯੂਨਿਟ ਜੇ 3 ਸਾਲ ਹੈ ਤਾਂ 17 ਯੂਨਿਟ 51 ਸਾਲ, 5 ਯੂਨਿਟ ਜੇ 1 ਯੂਨਿਟ 3 ਸਾਲ ਹੈ ਤਾਂ 5 ਯੂਨਿਟ 15 ਸਾਲ। ਇਹ ਆ ਗਿਆ ਪ੍ਰੈਜ਼ੈਂਟ ਏਜਿਸ। ਆਪਾਂ 6 ਸਾਲ ਪੁਰਾਣੀ ਰੇਸ਼ੀਓ ਦੱਸਣੀ ਹੈ ਤਾਂ 6 ਸਾਲ ਪਹਿਲਾਂ 45 ਦਾ, 6 ਸਾਲ ਪਹਿਲਾਂ 9 ਦਾ, ਤਾਂ 45 ਤੇ 9 ਆ ਗਿਆ ਬੱਚੇ ਤੁਹਾਡਾ ਆਨਸਰ 5:1। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਓਕੇ। ਸਨ ਪਹਿਲਾਂ ਫਾਦਰ ਮਗਰੋਂ। ਆਪਣਾ ਜਿਹੜਾ ਹੁਣ ਤੱਕ ਡਾਟਾ ਗਿਵਨ ਸੀ ਫਾਦਰ ਐਂਡ ਸਨ, ਆਪਾਂ ਲਿਖਿਆ ਵੀ ਫਾਦਰ ਪਹਿਲਾਂ ਸਨ ਮਗਰੋਂ, ਪਰ ਜਿਹੜਾ ਆਨਸਰ ਕਰਨਾ ਉਹ 'ਚ ਸਨ ਪਹਿਲਾਂ ਫਾਦਰ ਮਗਰੋਂ ਹੈ ਤਾਂ 5:1 ਫਾਦਰ ਸਨ ਦਾ ਆਇਆ, ਤਾਂ ਸਨ ਤੇ ਫਾਦਰ ਦਾ 1:5। ਜੇ ਕਿਤੇ ਇੱਕ ਆਪਸ਼ਨ 1:5 ਹੁੰਦਾ, ਦੂਜਾ 5:1 ਹੁੰਦਾ, ਸਾਡਾ ਜਲੂਸ ਨਿਕਲਦਾ ਹੀ ਨਿਕਲਦਾ ਇਸ ਕੁਐਸਚਨ ਦੇ ਵਿੱਚ। ਅਸੀਂ 5:1 ਮਾਰਕ ਕਰ ਦਿੰਦੇ। ਬੱਚੇ ਸਾਨੂੰ ਕੁਐਸਚਨ 'ਚ ਸਾਰਾ ਡਾਟਾ
ਫਾਦਰ ਐਂਡ ਸਨ ਦਾ ਗਿਵਨ ਹੈ, ਫਾਦਰ ਪਹਿਲਾਂ ਸਨ ਮਗਰੋਂ, ਤਾਂ ਅਸੀਂ ਉਤਾਰਿਆ ਵੀ ਫਾਦਰ ਐਂਡ ਸਨ ਦੀ ਫਾਰਮ 'ਚ, ਫਾਦਰ ਪਹਿਲਾਂ ਸਨ ਮਗਰੋਂ, ਤਾਂ ਸਾਡਾ ਆਨਸਰ ਵੀ ਫਾਦਰ ਤੇ ਸਨ ਦਾ ਆਇਆ 5:1। ਪਰ ਪੁੱਛਿਆ ਜਦੋਂ ਕੁਐਸਚਨ ਰੇਸ਼ੀਓ ਉਹ ਸਨ ਐਂਡ ਫਾਦਰ ਪੁੱਛ ਲਿਆ ਤਾਂ 1 ਪਹਿਲਾਂ ਲਿਖਾਂਗੇ 5 ਮਗਰੋਂ ਲਿਖਾਂਗੇ। ਜੇ 5:1 ਵੀ ਹੁੰਦਾ ਆਪਸ਼ਨ, ਅਸੀਂ ਕਾਹਲੀ 'ਚ 5:1 ਮਾਰਕ ਕਰ ਗਏ ਸੀਗੇ। ਤਾਂ ਇਹਨਾਂ ਗਲਤੀਆਂ ਤੋਂ ਵੀ ਬਚਣਾ ਬੱਚੇ। ਤਾਂ ਅਗਲੀ ਕਲਾਸ ਦਾ ਆਪਣੇ 1-2 ਮਿੰਟ ਹੋਰ ਲਵਾਂਗੇ। ਅਗਲਾ ਕੁਐਸਚਨ, ਇਹ ਪੇਪਰ ਦਾ ਕੁਐਸਚਨ ਸੀ। ਅਗਲਾ ਕੁਐਸਚਨ ਬੱਚੇ ਪਾਰਟਨਰਸ਼ਿਪ ਦਾ ਕੁਐਸਚਨ ਹੈ। ਇਹ ਤੋਂ ਅਗਲਾ, ਇਹ ਪੇਪਰ ਦਾ ਕੁਐਸਚਨ ਹੈ। ਅਗਲਾ ਕੁਐਸਚਨ ਮੈਂ ਲੈ ਕੇ ਆਇਆ ਸੀ, ਸ਼ਾਇਦ ਇਸੇ ਕੁਐਸਚਨ ਤੇ ਕਲਾਸ ਖਤਮ ਕਰਨੀ ਪਵੇ, ਅਗਲੀ ਕਲਾਸ ਦਾ ਟਾਈਮ ਹੋ ਗਿਆ। ਐਗਜ਼ਾਮੀਨਰ ਕਹਿੰਦਾ A, B and C ਐਂਟਰ ਇਨਟੂ ਪਾਰਟਨਰਸ਼ਿਪ ਬਿਜ਼ਨਸ ਵਿਦ ਕੈਪੀਟਲ ਇਨਵੈਸਟਮੈਂਟ ਆਫ 5,000, 6,000 and 4,000 respectively. A gets 30% of the profit for managing the business. At the end of the year, A gets 200 रुपए more than B and C together. Find the total profit. Examiner ਕਹਿੰਦਾ A, B ਤੇ C ਕਿਸੇ ਬਿਜ਼ਨਸ ਦੇ ਵਿੱਚ ਪੈਸਾ ਇਨਵੈਸਟ ਕਰਦੇ ਆ। ਕਿੰਨਾ? A ਕਰਦਾ 5,000, B ਕਰਦਾ 6,000, C ਕਰਦਾ 4,000 ਰੁਪਏ ਤੇ ਬਿਜ਼ਨਸ ਮੈਨੇਜ ਕਰਨ ਦੇ ਬਦਲੇ ਚ A ਬਿਜ਼ਨਸ ਮੈਨੇਜ ਕਰਦਾ, ਵਰਕਿੰਗ ਪਾਰਟਨਰ, B ਤੇ C ਸਲੀਪਿੰਗ ਪਾਰਟਨਰ ਨੇ। ਸਿਰਫ ਪੈਸਾ ਇਨਵੈਸਟ ਕਰਤਾ, ਕਹਿੰਦੇ ਹੋਰ ਕੋਈ ਕੰਮ ਨਹੀਂ ਕਰਨਾ। A ਨੇ ਕੰਮ ਮੈਨੇਜ ਵੀ ਕੀਤਾ, ਉਹਦੇ ਕਰਕੇ ਉਹਨੂੰ ਪੂਰੇ ਪ੍ਰੋਫਿਟ ਚੋਂ 30% ਤਾਂ ਪਹਿਲਾਂ ਹੀ ਮਿਲ ਗਿਆ, ਬਾਕੀ ਜਿਹੜਾ ਉਹ ਇਨਵੈਸਟਮੈਂਟ ਦੀ ਰੇਸ਼ੋ ਚ ਵੰਡਿਆ ਜਾਣਾ। ਤਾਂ ਅਖੀਰ ਤੇ ਕਹਿੰਦੇ ਜੇ A ਨੂੰ 200 ਰੁਪਏ ਜ਼ਿਆਦਾ ਮਿਲਿਆ B ਤੇ C ਨਾਲੋਂ ਟੁਗੈਦਰ ਨਾਲੋਂ, ਤਾਂ ਟੋਟਲ ਪ੍ਰੋਫਿਟ ਦੱਸੋ ਜੀ ਕੀ ਹੈ। ਤਾਂ ਬੱਚੇ ਦੇਖੋ, ਟੋਟਲ ਪ੍ਰੋਫਿਟ ਆਪਾਂ ਪਰਸੈਂਟੇਜ ਦੇ ਵਿੱਚ 100% ਮੰਨ ਸਕਦੇ ਹਾਂ। ਟੋਟਲ ਪ੍ਰੋਫਿਟ ਮੈਂ ਆਪਣੇ ਵੱਲੋਂ 100% ਮੰਨ ਲਿਆ। 100% ਨੂੰ ਵੀ ਮੈਂ ਪਰਸੈਂਟ ਲਿਖਿਆ, 100 ਰੁਪਏ ਲਿਖਤਾ, 100 ਲਿਖਤਾ। ਤਾਂ ਅਕੋਰਡਿੰਗ ਟੂ ਦਾ ਕੁਐਸਚਨ ਐਗਜ਼ਾਮੀਨਰ ਕਹਿੰਦਾ 100 ਦੇ ਵਿੱਚੋਂ 30 ਰੁਪਏ ਤਾਂ A ਨੂੰ ਪਹਿਲਾਂ ਹੀ ਮਿਲ ਜਾਣਗੇ ਫॉर ਮੈਨੇਜਿੰਗ ਦਾ ਬਿਜ਼ਨਸ। 30 ਰੁਪਏ ਤਾਂ A ਨੂੰ ਪਹਿਲਾਂ ਹੀ ਮਿਲ ਜਾਣਗੇ ਫॉर ਮੈਨੇਜਿੰਗ ਦਾ ਬਿਜ਼ਨਸ। ਬਾਕੀ ਜਿਹੜੇ ਪੈਸੇ ਬਚ ਗਏ 70 ਰਿਮੇਨਿੰਗ ਬਚ ਗਏ, 100 ਦੇ ਵਿੱਚੋਂ 30 ਮਾਈਨਸ ਕਰੋ, ਬਾਕੀ ਜਿਹੜੇ ਬਚ ਗਏ 70 ਉਹ A, B, C 'ਚ ਵੰਡੇ ਜਾਣਗੇ 5:6:4 ਦੇ ਵਿੱਚ। 5, 6, 4 ਦਾ ਟੋਟਲ 15 ਬਣਿਆ। ਤਾਂ ਜੇ A ਦਾ ਸ਼ੇਅਰ ਦੇਖਣਾ ਤਾਂ 5/15, B ਦਾ ਦੇਖਣਾ 6/15, C ਦਾ ਦੇਖਣਾ 4/15। ਮਤਲਬ 5 ਜੇ ਆਪਾਂ, ਕਿਉਂਕਿ A ਦਾ ਮੇਨਲੀ A ਦਾ ਦੇਖਣਾ ਨਾ, A ਇੱਕ ਪਾਸੇ ਆ ਤਾਂ A ਆ 5/15 1/3, BC ਇੱਕ ਪਾਸੇ ਨੇ, ਉਹ ਬਣਿਆ 6 ਤੇ 4 10/15 2/3 ਡਿਵਾਈਡ ਬਾਈ 3 ਆ ਰਿਹਾ ਨਾ। ਤਾਂ 70 ਰੁਪਏ ਦਾ ਜੇ ਆਪਾਂ ਡਿਵਾਈਡ ਬਾਈ 3 ਕਰਾਂਗੇ, ਕਿਉਂਕਿ ਆਹ ਰੇਸ਼ੋ ਜਿਹੜਾ ਪੈਸਾ ਵੰਡਣਾ ਉਹ ਤਾਂ 70 ਰੁਪਏ ਨੂੰ ਹੀ ਵੰਡਣਾ। ਤਾਂ ਜੇ 5/15 ਯਾਨੀ ਕਿ 1/3 ਹੈ, ਜਾਂ 10/15 ਯਾਨੀ ਕਿ 2/3 ਆ, ਉਹ ਬਾਈ 3 ਜਿਹੜਾ ਥੱਲੇ ਬੈਠਾ ਉਹ ਤੰਗ ਕਰੂਗਾ, ਕਿਉਂਕਿ 70 ਤਾਂ ਕੱਟਿਆ ਨਹੀਂ ਜਾਂਦਾ 3 ਤੇ। ਤਾਂ ਆਪਾਂ ਆਪਣੀ ਕੈਲਕੂਲੇਸ਼ਨ ਨੂੰ ਸੌਖਾ ਕਰਨ ਦੇ ਲਈ 70 ਦੀ ਥਾਂ ਤੇ 3 ਦਾ ਮਲਟੀਪਲ ਜੇ ਲੈ ਆਈਏ, ਸੌਖਾ ਹੋ ਜੂ ਨਾ। ਤਾਂ ਸੌਖਾ ਕੀ ਹੋ ਜੂ, ਸਾਰਾ ਪ੍ਰੋਫਿਟ ਹੀ 3 ਦਾ ਮਲਟੀਪਲ ਮੰਨ ਲਓ 300 ਰੁਪਏ। ਤਾਂ ਜਿਹੜਾ ਪ੍ਰੋਫਿਟ ਆਪਾਂ 100 ਰੁਪਏ ਮੰਨਿਆ ਸੀ ਉਹ 300 ਰੁਪਏ ਮੰਨ ਲਓ। ਤਾਂ 300 ਰੁਪਏ ਦਾ 30% 90 ਰੁਪਏ, ਪਰਸੈਂਟੇਜ ਦੇ ਵਿੱਚ ਤਾਂ 30% ਹੀ ਹੈ, 90 ਰੁਪਏ। ਤਾਂ ਬਾਕੀ ਕਿੰਨਾ ਬਚ ਗਿਆ? ਬਾਕੀ ਬਚ ਗਿਆ 300 ਚੋਂ 90 ਕੱਢੋ 210, 70% ਹੀ ਬਚਣਾ ਸੀ, ਬਾਕੀ ਬਚ ਗਿਆ 210। ਤਾਂ A ਨੂੰ ਕਿੰਨਾ ਮਿਲਿਆ? 5/15 ਆਫ 210। 5/15 ਹੁੰਦਾ 1/3 ਆਫ 210, ਦੈਟ ਇਜ਼ 70। ਕੁੱਲ ਮਿਲ ਗਿਆ 160। ਤਾਂ ਇਹਦਾ ਮਤਲਬ B ਤੇ C ਨੂੰ ਮਿਲਿਆ ਹੋਊਗਾ 140। ਕਰਨ ਦੀ ਲੋੜ ਵੀ ਨਹੀਂ ਹੈਗੀ, ਵੈਸੇ 6 ਤੇ 4 10 ਬਣਿਆ ਆਊਟ ਆਫ 15 2/3। ਤਾਂ 210 ਦਾ 2/3 140 ਬਣਿਆ। ਪਰ ਜਦੋਂ A ਦਾ ਅਸੀਂ ਕੱਢ ਲਿਆ 160, ਤਾਂ ਕੁੱਲ 300 ਚੋਂ 160 A ਦਾ, ਤਾਂ BC ਦਾ 140 ਹੋਊਗਾ। ਇਹ ਆਪਾਂ ਕੱਢ ਲਿਆ ਜਦੋਂ ਪ੍ਰੋਫਿਟ 300 ਅਜ਼ਿਊਮ ਕੀਤਾ, ਤਾਂ A ਨੂੰ 160, B ਤੇ C ਨੂੰ ਮਿਲਾ ਕੇ 140। ਤਾਂ A ਨੂੰ ਕਿੰਨਾ ਜ਼ਿਆਦਾ ਮਿਲਿਆ? 20 ਰੇਸ਼ੀਓ ਦੇ ਵਿੱਚ 20, ਜਦੋਂ ਟੋਟਲ 300 ਲਿਆ। ਪਰ ਉਹ 20 ਦੀ ਵੈਲਿਊ ਐਗਜ਼ਾਮੀਨਰ ਕਹਿੰਦਾ 200 ਰੁਪਏ ਹੈ, ਤਾਂ 1 ਦੀ ਵੈਲਿਊ 10 ਰੁਪਏ ਹੈ। ਤਾਂ ਟੋਟਲ ਪ੍ਰੋਫਿਟ 10 ਗੁਣਾ ਕਰ ਦਿਓ, 3000 ਰੁਪਏ ਆ ਜਾਊਗਾ। ਇਹ ਤੋਂ ਸੌਖਾ ਕੋਈ ਤਰੀਕਾ ਨਹੀਂ ਹੈਗਾ। 3000 ਰੁਪਏ ਬੱਚੇ ਤੁਹਾਡਾ ਟੋਟਲ ਪ੍ਰੋਫਿਟ ਆ ਗਿਆ। ਸਮਝ ਆ ਗਿਆ ਜੀ ਸਾਰਿਆਂ ਨੂੰ? ਇਹ ਆਪਣਾ ਇੱਕ ਕੁਐਸਚਨ ਹੈਗਾ, ਇਹ ਆਪਣਾ ਪੇਪਰ ਦਾ ਕੁਐਸਚਨ ਹੈ। ਅਗਲਾ ਕੁਐਸਚਨ, A, B and C ਜੁਆਇੰਟਲੀ ਥਾਟ ਆਫ ਮੈਨੇਜਿੰਗ। ਯਾਰ ਇਹਦਾ ਸਕਰੀਨਸ਼ਾਟ ਲੈ ਲਓ ਯਾਰ, ਹੋਮਵਰਕ ਆ ਬੱਚੇ। ਸਿਮਿਲਰ ਕੁਐਸਚਨ ਹੈ, ਵਰਕਿੰਗ ਪਾਰਟਨਰ ਸਲੀਪਿੰਗ ਪਾਰਟਨਰ ਦਾ ਕੁਐਸਚਨ ਹੈ। ਇਹਦਾ ਸਕਰੀਨਸ਼ਾਟ ਲੈ ਲਓ। ਮੈਂ ਸਕਰੀਨ ਤੋਂ ਸਾਈਡ ਤੇ ਹੋ ਗਿਆ, ਜਿੰਨੇ ਬੱਚਿਆਂ ਨੂੰ ਆਵਾਜ਼ ਆ ਰਹੀ ਹੈ, ਜਿਹੜੇ ਲਾਈਵ ਦੇਖ ਰਹੇ ਆ, ਜਿਹੜੇ ਮਗਰੋਂ ਦੇਖਣਗੇ, ਇਹ ਅੱਜ ਦੀ ਕਲਾਸ ਦਾ ਆਖਰੀ ਕੁਐਸਚਨ ਹੈ। ਤੇ ਇਹ ਮੈਂ ਆਪਣੇ ਵੱਲੋਂ ਲੈ ਕੇ ਆਇਆ ਸੀ। ਪਿਛਲਾ ਜਿਹੜਾ ਕੁਐਸਚਨ ਕੀਤਾ ਉਹ ਆਪਣੇ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ। ਇਹਦਾ ਸਕਰੀਨਸ਼ਾਟ ਲੈ ਕੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਆਨਸਰਸ ਕਮੈਂਟ ਕਰਿਓ। ਬਾਕੀ ਬੱਚੇ ਪਲੀਜ਼ ਕਮੈਂਟ ਕਰਕੇ ਇਹ ਵੀ ਦੱਸਦੇ ਜਾਇਓ ਕਿ ਕਲਾਸ ਸਮਝ ਆ ਰਹੀ ਹੈ, ਕਲਾਸ ਲਾਹੇਵੰਦ ਲੱਗਦੀ ਆ। ਇਹ ਆਪਾਂ ਜਿਹੜਾ ਹਾਲੀਆ ਆਪਣਾ ਪੇਪਰ ਹੋਇਆਗਾ ਵੇਰਕਾ ਦਾ ਅਸਿਸਟੈਂਟ ਮੈਨੇਜਰ ਦਾ ਪੇਪਰ, ਉਹਨੂੰ ਸੋਲਵ ਕੀਤਾ ਹੈਗਾ। ਉਹਦੇ ਨਾਲ ਦੇ ਕੁਝ ਮਿਲਦੇ ਜੁਲਦੇ ਕੁਐਸਚਨ ਮੈਂ ਆਪਣੇ ਵੱਲੋਂ ਲਿਆ ਹੈ। ਪੇਪਰ ਦੇ 13 ਕੁਐਸਚਨ ਪਲੱਸ 8-10 ਉੱਤੇ
ਇਸ ਤੋਂ ਬਾਅਦ ਜਿਹੜੀ ਆਪਣੀ ਅਗਲੀ ਕਲਾਸ ਵੀਰਵਾਰ ਨੂੰ ਹੋਊਗੀ, ਉਹਦੇ ਵਿੱਚ ਪਰਸੋਂ ਵਾਲੀ ਕਲਾਸ 'ਚ ਬੋਰਡਸ ਐਂਡ ਸਟਰੀਮਸ ਕਾਫੀ ਬੱਚੇ ਕਹਿ ਰਹੇ ਸੀ, ਤਾਂ ਬੋਰਡਸ ਐਂਡ ਸਟਰੀਮਸ ਦੇ 2 ਤਰ੍ਹਾਂ ਦੇ ਕੁਐਸਚਨ ਨੇਗੇ, ਮਤਲਬ 6-7 ਕੁਐਸਚਨ ਆਪਾਂ ਬੋਰਡਸ ਐਂਡ ਸਟਰੀਮਸ ਦੇ ਕਰਨੇ ਆ। ਮੇਰੇ ਖਿਆਲ 'ਚ ਪ੍ਰੋਫਿਟ ਲੋਸ ਦੇ ਕੁਐਸਚਨਸ ਨੇਗੇ। ਇਸ ਤੋਂ ਬਿਨਾਂ ਨੰਬਰ ਸਿਸਟਮ ਦੇ ਕੁਐਸਚਨਸ ਲੈ ਕੇ ਆਇਆ ਹੋਇਆ ਮੈਂ ਅਗਲੀ ਸ਼ੀਟ ਦੇ ਵਿੱਚ, ਜਿਹਦੇ ਵਿੱਚ LCM HCF ਵਾਲੇ ਕੁਐਸਚਨਸ ਪਲੱਸ ਜਿਹੜੇ ਆਪਣੇ ਪਟਵਾਰੀ ਤੇ ਸਬ ਇੰਸਪੈਕਟਰ 'ਚ ਐਲਜੈਬਰਿਕ ਐਕਸਪ੍ਰੈਸ਼ਨਸ ਵਾਲੇ ਕੁਐਸਚਨ ਆਏ ਸੀ। 0.31 into 0.31 into 0.31 plus 0.87 into 0.87 into 0.87 divided by 0.31 into 0.31 minus 0.31 into 0.87, ਜਿਹੜੇ ਇਹੋ ਜਿਹੇ ਕੁਐਸਚਨ ਆਏ ਹੋਏ ਸੀ ਆਪਣੇ ਐਲਜੈਬਰਿਕ ਐਕਸਪ੍ਰੈਸ਼ਨਸ ਵਾਲੇ, ਉਹ ਮੈਂ ਅਗਲੀ ਕਲਾਸ ਦੇ ਵਿੱਚ ਲੈ ਕੇ ਆਇਆ। ਤਾਂ ਅਗਲੇ ਹੋਰ ਜਿਹੜੀਆਂ ਕਲਾਸਾਂ ਆਉਣਗੀਆਂ ਉਹਨਾਂ ਦੇ ਵਿੱਚ ਮੈਂ ਨੰਬਰ ਸਿਸਟਮ ਦੇ ਕੁਐਸਚਨਸ ਕਰਵਾਉਂਦਾ ਜਾਊਂਗਾ। ਨੰਬਰ ਸਿਸਟਮ ਦੇ ਕੁਐਸਚਨ ਹਰ ਪੇਪਰ 'ਚ 1-1 2 ਆਉਣ ਹੀ ਲੱਗ ਗਏ, ਤਾਂ ਮੈਂ ਉਹ ਕਰਵਾਉਂਦਾ ਜਾਊਂਗਾ। ਮਤਲਬ ਫਰੈਸ਼ ਫਰੂਟਸ ਤੇ ਡਰਾਈ ਫਰੂਟਸ ਵਾਲੇ ਕੁਐਸਚਨ ਆਉਂਦੇ ਹੁੰਦੇ ਸੀ, ਉਹ ਆਪਾਂ ਪਹਿਲੀ ਕਲਾਸ 'ਚ ਹੀ ਕਰ ਲਏ ਸੀ। ਤਾਂ ਜਿਹੜੇ ਕੁਐਸਚਨ ਆਪਾਂ ਪਿਛਲੇ ਦਿਨਾਂ 'ਚ ਟ੍ਰੈਂਡ ਦੇਖ ਰਹੇ ਹਾਂ ਕਿ ਇਹੋ ਜਿਹੇ ਕੁਐਸਚਨ ਐਗਜ਼ਾਮੀਨਰ ਪਾਉਣ ਲੱਗ ਗਿਆ, ਤਾਂ ਉਹ ਕੁਐਸਚਨ ਆਪਾਂ ਕਰਦੇ ਜਾਵਾਂਗੇ। ਆਪਾਂ DI ਦੇਖੀ ਸੀ ਕਿ DI ਪਾਉਣੀ ਸ਼ੁਰੂ ਕੀਤੀ ਹੋਈ ਆ, ਤਾਂ DI ਇੱਕ ਕਲਾਸ ਛੱਡ ਕੇ DI ਕਰਦੇ ਜਾਂਦੇ ਆ, ਤਾਂ ਆਪਾਂ ਇਸ ਟ੍ਰੈਂਡ ਦੇ ਵਿੱਚ ਕਰਦੇ ਜਾਵਾਂਗੇ। ਅੱਜ ਜਿਹੜਾ ਪੇਪਰ ਕਰਾਇਆ ਹੈਗਾ, ਇਹ ਮੈਨੂੰ ਕਿਸੇ ਸਟੂਡੈਂਟ ਦੀ ਮੇਲ ਆਈ ਹੋਈ ਸੀ, ਮਤਲਬ ਮੈਂ ਤਾਂ ਤੁਹਾਨੂੰ ਅੱਜ ਦੂਜੀ ਫਾਈਲ ਕਰਵਾਉਣੀ ਸੀ ਜਿਹੜੀ ਮੈਂ ਦੱਸ ਰਿਹਾ ਕਿ ਹੁਣ ਪਰਸੋਂ ਕਰਵਾਉਂਗਾ। ਇਹ ਕਿਸੇ ਬੱਚੇ ਦੀ ਮੇਲ ਆਈ ਹੋਈ ਸੀਗੀ, ਉਹਨੇ ਪੇਪਰ ਭੇਜਿਆ ਸੀ, ਤਾਂ ਇਹ ਸਾਰੀ ਫਿਰ ਮੈਂ ਫਾਈਲ ਬਣਾਈ ਹੈਗੀ। ਤਾਂ ਜੇ ਕਿਸੇ ਬੱਚੇ ਨੇ ਕੋਈ ਵੀ ਪੇਪਰ ਕਰਾਉਣਾ ਹੈ, ਇਹ ਮੈਂ ਅੱਜ ਇਸ ਕਰਕੇ ਕਰਾਤਾ ਕਿਉਂਕਿ ਹੁਣੇ ਪੇਪਰ ਹੋਇਆ ਹੈਗਾ, ਅਦਰਵਾਈਜ਼ ਮੈਂ ਲਾਈਨ 'ਚ ਲਾ ਲੈਣਾ ਸੀ। ਜੇ ਤੁਸੀਂ ਕੋਈ ਵੀ ਪੇਪਰ ਕਹੋਗੇ ਕਿ ਕਰਵਾਓ, ਉਹ ਮੈਂ ਲਾਈਨ 'ਚ ਲਾ ਲੂੰਗਾ। ਆਪਣਾ ਬਹੁਤ ਲੰਬਾ ਸੈਸ਼ਨ ਚੱਲਣਾ ਹੈਗਾ, ਘੱਟੋ ਘੱਟ ਨਾਇਬ ਤਹਿਸੀਲਦਾਰ ਤੱਕ ਤਾਂ ਰੱਖਾਂਗੇ, ਉਹ ਤੋਂ ਅੱਗੇ ਵੀ ਆਪਣੇ ਪੇਪਰ ਆਉਂਦੇ ਜਾਣਗੇ, ਤਾਂ ਹੋ ਸਕਦਾ ਕੰਟੀਨਿਊ ਕਰ ਲਈ ਕਿਉਂਕਿ ਪੇਪਰ ਆਪਣੇ ਕੋਲ ਵਾਧੂ ਪਏ ਨੇ, ਮੈਥ ਦੇ ਵੀ ਰੀਜ਼ਨਿੰਗ ਦੇ ਵੀ। ਤਾਂ ਆਪਾਂ ਇਸ ਸੈਸ਼ਨ ਨੂੰ ਕੰਟੀਨਿਊ ਰੱਖਾਂਗੇ। ਤੁਸੀਂ ਕੋਈ ਵੀ ਤੁਹਾਡੀ ਕੁਐਰੀ ਹੈ, ਕੋਈ ਵੀ ਤਰ੍ਹਾਂ ਦੇ ਸਵਾਲ ਕਰਵਾਉਣੇ ਆ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਇਓ। ਮੈਂ ਕਲਾਸ ਨੂੰ ਜਿਹੜੀ ਇਹ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਜਾਇਓ, ਮਤਲਬ ਵੀ ਜਿੰਨਾ ਕੁ ਮਾਨ ਤਾਂਜਾ ਬਣਦਾ ਕਰਦੇ ਜਾਇਆ ਕਰੋ। ਪਲੱਸ ਕਮੈਂਟ ਸੈਕਸ਼ਨ ਦੇ ਵਿੱਚ ਰਿਵਿਊ ਦਿੰਦੇ ਜਾਇਆ ਕਰੋ, ਜਿਹੜੀ ਚੀਜ਼ ਤੁਸੀਂ ਕਰਵਾਉਣੀ ਹੈ, ਜਿਹੜੀ ਚੀਜ਼ ਜੇ ਇਨ ਕੇਸ ਮੈਂ ਕੁਝ ਗਲਤ ਕਰਵਾ ਗਿਆ, ਜੇ ਇਨ ਕੇਸ ਮੈਂ ਕੁਝ ਲੈਂਥੀ ਤਰੀਕੇ ਨਾਲ ਕਰਵਾ ਗਿਆ, ਤੁਹਾਡੇ ਕੋਲ ਕੋਈ ਵੀ ਓਪੀਨੀਅਨ ਹੈ, ਤੁਹਾਡਾ ਕੋਈ ਵੀ ਰਿਵਿਊ ਹੈ, ਉਹ ਕਮੈਂਟ ਸੈਕਸ਼ਨ 'ਚ ਦੱਸਦੇ ਜਾਇਆ ਕਰੋ। ਮੈਂ ਕਮੈਂਟ ਬਹੁਤ ਸੀਰੀਅਸਲੀ ਪੜ੍ਹਦਾ ਹੁੰਦਾ, ਤੁਹਾਡੇ ਕਮੈਂਟਾਂ ਦੇ ਵਿੱਚੋਂ ਆਈਡੀਆ ਲੈ ਕੇ ਵੀ ਹਾਂ ਮੈਂ ਅਗਲੀ ਕਲਾਸ 'ਚ ਆ ਪੜ੍ਹਾ ਦੇਣਾ। ਮੈਂ ਬਹੁਤ ਹੈਲਪ ਲੈਣਾ, ਤੁਹਾਡੇ ਕਮੈਂਟਸ ਨੂੰ ਬਹੁਤ ਸੀਰੀਅਸਲੀ ਲੈਣਾ। ਤਾਂ ਤੁਸੀਂ ਆਪਦਾ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕ ਹੋ ਕੇ ਕੁਝ ਵੀ ਕਮੈਂਟ ਕਰ ਸਕਦੇ ਹੋ, ਜੋ ਵੀ ਤੁਸੀਂ ਪੜ੍ਹਨਾ ਚਾਹੁੰਦੇ ਹੋ, ਜੋ ਵੀ ਤੁਸੀਂ ਸਵਾਲ ਕਰਵਾਉਣਾ ਚਾਹੁੰਦੇ ਹੋ। ਤਾਂ ਆਪਾਂ ਅਗਲੀ ਕਲਾਸ 'ਚ ਮਿਲਦੇ ਹਾਂ ਬੱਚੇ। ਥੈਂਕ ਯੂ।